ਅੱਜ ਆਪਾਂ ਨੇ ਆਸਾ ਦੀ ਵਾਰ ਜਿਹੜੀ ਹੈਗੀ ਆ ਉਹਦਾ ਰਹਾਉ ਜਿਹੜਾ ਹੈਗਾ ਉਹ 12ਵੀਂ ਪੌੜੀ ਦੇ ਵਿੱਚ ਹੈਗਾ, ਉਹ ਲੈ ਰਹੇ ਹਾਂ ਅੱਜ ਆਪਾਂ। ਤੇ 11 ਪੌੜੀਆਂ ਹੋ ਗਈਆਂ ਸੀ ਆਪਣੀਆਂ, ਤੇ 12ਵੀਂ ਪੌੜੀ ਲੈ ਰਹੇ ਹਾਂ। ਅੰਗ 469 469। 11ਵੀਂ ਪੌੜੀ ਦੇ ਵਿੱਚ ਜਿਹੜਾ ਹੈਗਾ ਮਹਾਰਾਜ ਨੇ ਦੱਸਿਆ ਸੀ ਬਈ ਤੇਰੇ ਵੱਲੋਂ ਜਿਹੜਾ ਹੈਗਾ ਜਿਹਨੇ ਵੀ ਭਗਤੀ ਕਰਨੀ ਆ ਤੇ ਉਹ ਮਾਲਕ ਪਰਮਾਤਮਾ ਦੇ ਅੱਗੇ ਜਿਹੜੀ ਹੈ ਬੇਨਤੀ ਕਰਨੀ ਪਊਗੀ। ਔਰ ਮਾਲਕ ਪਰਮਾਤਮਾ ਜਿਹੜਾ ਹੈਗਾ ਭਗਤੀ ਵਾਲੇ ਰਸਤੇ ਤੇ ਭਗਤੀ ਦੀਆਂ ਜਿਹੜੀਆਂ ਹੈਗੀਆਂ ਜਿਹੜੀਆਂ ਭਗਤੀ ਦੇ ਵਿੱਚ ਜੋ ਰਿਕੁਆਇਰਮੈਂਟਸ ਹੈਗੀਆਂ ਉਹ ਮਾਲਕ ਪਰਮਾਤਮਾ ਆਪਣੇ ਆਪ ਦਊਗਾ। ਜੈਸੀ ਭੂਖ ਤੈਸੀ ਕਾ ਪੂਰਕ। ਉਹ ਮਾਲਕ ਪਰਮਾਤਮਾ ਜਿਹੇ ਜੀ ਕਿਸੇ ਨੂੰ ਭੁੱਖ ਆ ਉਹੀ ਜੀ ਭੁੱਖ ਜਿਹੜੀ ਹੈਗੀ ਆ ਉਹੇ ਜਿਹਾ ਭੋਜਨ ਦੇਣ ਦੇ ਸਮਰੱਥ ਹੈਗਾ ਮਾਲਕ ਪਰਮਾਤਮਾ। ਉਹਦਾ ਸੁਭਾਅ ਹੈਗਾ। ਇਹ ਆਪਾਂ ਇੱਛਾਧਾਰੀ ਹੈਗੇ ਆ, ਜੋ ਵੀ ਆਪਣੇ ਅੰਦਰ ਡਿਮਾਂਡ ਹੈਗੀ ਉਹਨੇ ਉਹੀ ਸਪਲਾਈ ਕਰਨੀ ਹੈ ਭਾਈ। ਇਹਨਾਂ ਜਨਤਾ ਕੇ ਵਸ ਕੁਛ ਨਹੀਂ, ਤੁਧ ਵੇਖੀ ਜਗਤ ਪਾਇਆ। ਜਨਤਾ ਦੇ ਵਸ 'ਚ ਕੁਛ ਨਹੀਂ ਹੈ। ਮਾਲਕ ਪਰਮਾਤਮਾ ਨੇ ਜਿਹੜਾ ਹੈਗਾ ਤਰ੍ਹਾਂ ਤਰ੍ਹਾਂ ਦਾ ਰਚਨਾ ਕੀਤੀ ਹੈ, ਤਰ੍ਹਾਂ ਤਰ੍ਹਾਂ ਦੇ ਸਵਾਦ ਪਾਏ ਹੋਏ ਆ, ਤਰ੍ਹਾਂ ਤਰ੍ਹਾਂ ਦੇ ਜਿਹੜੇ ਹੈ ਰੰਗ ਬਿਰੰਗੀ ਦੁਨੀਆ ਪੈਦਾ ਕੀਤੀ ਹੈ। ਔਰ ਦੋ ਰਸਤੇ ਹੈਗੇ, ਇੱਕ ਜਿਹੜਾ ਹੈਗਾ ਮਾਇਆ ਦੇ ਵਿੱਚ ਸਵਾਦਾਂ ਦੇ ਵਿੱਚ ਪਾਉਣ ਦਾ, ਇੱਕ ਹੈਗਾ ਮਾਲਕ ਦੇ ਵੱਲ ਨੂੰ, ਮਾਲਕ ਦੇ ਇਸ ਗੇਮ 'ਚੋਂ ਬਾਹਰ ਨਿਕਲਣ ਦਾ। ਔਰ ਸੱਚਾ ਸੁੱਖ ਸਦੀਵ ਸੁੱਖ ਪ੍ਰਾਪਤ ਕਰਨ ਵਾਲਾ। ਇੱਕ ਨਾ ਨੂੰ ਤੂੰ ਮੇਲਣਾ, ਇੱਕ ਆਪੋ ਤੁਧ ਖੁਆਇਆ। ਗੁਰ ਕਿਰਪਾ ਤੇ ਜਾਣਿਆ ਜਿੱਤੇ ਤੁਧ ਆਪ ਬੁਝਾਇਆ। ਸਹਜੇ ਹੀ ਸੱਚ ਸਮਾਇਆ। ਔਰ ਜਿਹਨੇ ਵੀ ਜਿਹੜਾ ਹੈਗਾ ਸੱਚ ਨੂੰ ਬੁੱਝਣਾ ਹੈਗਾ ਉਹ ਮਾਲਕ ਨੇ ਬੁਝਾਉਣਾ ਹੈਗਾ। ਮਾਲਕ ਨੇ ਬ੍ਰਹਮ ਗਿਆਨੀ ਗੁਰੂ ਉਹਨਾਂ ਨੂੰ ਮਿਲਾ ਕੇ ਬ੍ਰਹਮ ਗਿਆਨੀਆਂ ਨੇ ਕਿਰਪਾ ਕਰਨੀ ਹੈ। ਇਸ ਤਰੀਕੇ ਦੇ ਨਾਲ ਮਾਲਕ ਸੱਚ ਬੁਝਾ ਦਿੰਦਾ ਹੈ। ਔਰ ਜਿਹਨੂੰ ਸੱਚ ਬੁੱਝ ਜਾਂਦਾ ਹੈ ਜਿਹੜਾ ਉਹ ਸੱਚ ਦੀ ਕਮਾਈ ਕਰਕੇ ਸੱਚ ਦੇ ਵਿੱਚ ਸਮਾ ਜਾਂਦਾ ਹੈ। ਆਹ ਗੇਮ ਹੈਗੀ ਨਿਕਲਣ ਦੀ। ਹੁਣ ਇਸ ਤੋਂ ਅੱਗੇ ਜਿਹੜੀ ਹੈਗੀ ਆ 12ਵੀਂ ਜਿਹੜੀ ਹੈਗੀ ਪੌੜੀ ਉਹਦਾ ਸ਼ਲੋਕ ਆ ਗਿਆ। ਸ਼ਲੋਕ ਮਹੱਲਾ ਪਹਿਲਾ। ਦੁੱਖ ਦਾਰੂ ਸੁਖ ਰੋਗ ਪਾਇਆ, ਜਾਂ ਸੁਖ ਤਾਂ ਮੈਂ ਨਾ ਹੋਈ। ਇਹ ਗੁਰਬਾਣੀ ਐਸੀ ਹੈ, ਇਹਦੀ ਆਪਣੀ ਵਿਆਕਰਣ ਹੈਗੀ ਆ। ਇਹਦੇ ਔਂਕੜ ਜਿਹੜੇ ਹੈਗੇ ਬੋਲਦੇ ਆ ਭਾਈ। ਇਹ ਖਾਲੀ ਜਿਹੜਾ ਹੈਗਾ ਇਹ ਔਂਕੜ ਦੁਲੈਂਕੜ ਇਹ ਖਾਲੀ ਮਾਤਰਾ ਨਹੀਂ ਹੈਗੀ, ਇਹ ਬੋਲਦੀ ਹੈ ਮਾਤਰਾ। ਇੱਥੇ ਸੁਖ ਵਰਡ ਜਿਹੜਾ ਹੈਗਾ ਪਹਿਲੇ 2 ਵਾਰੀ ਸੁਖ ਵਰਡ ਆਇਆ। ਦੁੱਖ ਦਾਰੂ ਸੁਖ ਰੋਗ ਪਿਆ, ਜਾਂ ਸੁਖ ਫਿਰ ਸੁਖ ਆ ਗਿਆ, ਤਾਂ ਮੈਂ ਨਾ ਹੋਈ। ਦੋਨੋਂ ਦੇ ਔਂਕੜ ਲੱਗੀ ਹੋਈ ਹੈ। ਮਹਾਰਾਜ ਕਹਿੰਦੇ ਪਹਿਲਾਂ ਗਿਆਨ ਲੈਣਾ ਆ ਇਸ ਬਾਣੀ ਦਾ, ਤੇ ਸਭ ਤੋਂ ਪਹਿਲਾਂ ਤੂੰ ਦੇਖ ਬਈ ਇਹ ਸੁਖ 2 ਵਾਰੀ ਆਇਆ ਸੁਖ, ਔਰ ਇਹਨਾਂ ਦੇ ਇੱਕ ਆਦੇ ਵਾਸਤੇ ਆਇਆ ਪਹਿਲੀ ਲਾਈਨ 'ਚ। ਸੁਖ ਤਾਂ ਆਪਾਂ ਕੋਈ ਵੀ ਸੁਖ ਆ ਭਾਈ, ਕੋਈ ਪਦਾਰਥ ਭੋਗ ਲਿਆ, ਕੋਈ ਸਵਾਦ ਲੈ ਲਿਆ, ਬਸ ਉਹ ਸੁਖ ਹੋ ਗਿਆ ਜੀ। ਬੜਾ ਸੁਖੀ ਆ ਇਨਸਾਨ, ਦੁਨੀਆ ਦੇ ਵਿੱਚ ਸੁਖੀ ਹੈ। ਮਹਾਰਾਜ ਜਿਹੜੇ ਹੈਗੇ ਕਹਿੰਦੇ ਦੇਖ ਲਾ ਪਿਆਰਿਆ ਮੈਂ ਕਿਹੜੇ ਸੁਖ ਦੀ ਗੱਲ ਕਰ ਰਿਹਾ। ਦੁੱਖ ਦਾਰੂ ਸੁਖ ਰੋਗ ਪਿਆ। ਕਹਿੰਦੇ ਦੁਨਿਆਵੀ ਜਿਹੜੇ ਹੈਗੇ ਦੁਨਿਆਵੀ ਸੁੱਖ ਜਿਹੜੇ ਹੈਗੇ ਇਹ ਰੋਗ ਹੈਗੇ। ਇਹ ਮਾਲਕ ਪਰਮਾਤਮਾ ਵੱਲ ਨੂੰ ਨਹੀਂ ਜਾਣ ਦਿੰਦੇ ਭਾਈ। ਇਹ ਜਿਹੜੇ ਹੈਗੇ ਰੋਗ ਇਸ ਕਰਕੇ ਹੈਗੇ ਕਿਉਂਕਿ ਇਹ ਆਪਾਂ ਨੂੰ ਆਤਮਿਕ ਮੌਤ ਮਾਰ ਦਿੰਦੇ ਆ। ਇਹ ਆਤਮਿਕ ਰੋਗ, ਇਹ ਸਵਾਦ ਜਿਹੜੇ ਹੈਗੇ, ਇਹ ਸੁੱਖ ਜਿਹੜੇ ਹੈਗੇ ਇਹ ਆਪਾਂ ਨੂੰ ਆਤਮਿਕ ਮੌਤ ਮਾਰ ਦਿੰਦੇ ਆ। ਮਨੁੱਖੀ ਜੂਨ ਜਿਹੜੀ ਮਿਲੀ ਹੈ ਜਿਸ ਕੰਮ ਵਾਸਤੇ ਉਹ ਪ੍ਰਯੋਜਨ ਸਿੱਧ ਨਹੀਂ ਹੁੰਦਾ। ਦੁੱਖ ਦਾਰੂ, ਦੁੱਖ ਜਿਹੜੇ ਹੈਗੇ ਇਨਸਾਨ ਨੂੰ ਦਾਰੂ ਦੇ ਵਾਂਗੂ ਹੈਗੇ, ਔਸ਼ਧੀ ਹੈਗੇ। ਕਿਉਂਕਿ ਦੁੱਖ ਆਊਗਾ ਤੇ ਇਨਸਾਨ ਜਿਹੜਾ ਹੈਗਾ ਉਹਨੂੰ ਪਤਾ ਲੱਗਦਾ ਹੈ ਬਈ ਮੈਂ ਜਿਹੜਾ ਹੈਗਾ ਇਹ ਦੁੱਖ ਕਿਉਂ ਆ ਰਿਹਾ ਮੈਨੂੰ।
ਉਹ ਪੁਕਾਰ ਕਰਦਾ ਹੈ ਮਾਲਕ ਦੇ ਅੱਗੇ। ਉਹ ਰੱਬ ਵਾਲੇ ਪਾਸੇ ਨੂੰ, ਜੇ ਸੁੱਖ ਹੀ ਸੁੱਖ ਹੋਏਗਾ ਤੇ ਰੱਬ ਵਾਲੇ ਪਾਸੇ ਨੂੰ ਕਿਸੇ ਨੇ ਜਾਣਾ ਹੀ ਨਹੀਂ ਹੈਗਾ, ਕੋਈ ਜਾਏਗਾ ਹੀ ਨਹੀਂ। ਇਸ ਕਰਕੇ ਪਹਿਲੇ ਸੁੱਖ ਦਾ ਮਤਲਬ ਹੈਗਾ ਦੁਨਿਆਵੀ ਸੁੱਖ। ਦੂਸਰੇ ਸੁੱਖ ਦਾ ਮਤਲਬ ਹੈਗਾ ਸੱਚਾ ਆਤਮਿਕ ਸੁੱਖ, ਮਾਲਕ ਪਰਮਾਤਮਾ ਦਾ, ਜਿਹਨੂੰ ਮਾਲਕ ਸੁੱਖ ਕਹਿ ਰਿਹਾ। ਕਹਿੰਦੇ ਜੇ ਉਹ ਸੁੱਖ ਆ ਗਿਆ ਤੇ ਤਾਮ ਨਾ ਹੋਈ, ਤੇਰੇ ਅੰਦਰ ਜਿਹੜੀ ਹੈਗੀ ਤਮੋ, ਜਿਹੜੇ ਹੈਗੇ ਤੇਰੇ ਅੰਦਰ ਜਿਹੜਾ ਹੈਗਾ ਹਨੇਰਾ ਅੰਧਕਾਰ, ਤੇਰੇ ਅੰਦਰ ਜਿਹੜਾ ਹੈਗਾ ਇਹ ਹਉਮੈ ਮੈਂ ਮੇਰੀ ਹੋਏਗੀ ਹੀ ਨਹੀਂ। ਦੁੱਖ ਦਾਰੂ ਸੁੱਖ ਰੋਗ ਪਿਆ, ਜਾਂ ਸੁੱਖ, ਜੇ ਉਹ ਸੁੱਖ ਆ ਗਿਆ, ਜੇ ਦੁੱਖ ਤੇਰਾ ਦਾਰੂ ਬਣ ਗਿਆ ਔਰ ਤੂੰ ਜਿਹੜਾ ਹੈਗਾ ਰੱਬ ਵਾਲੇ ਪਾਸੇ ਨੂੰ ਜਿਹੜਾ ਹੈਗਾ ਤੇਰਾ ਤੂੰ ਉੱਲਰ ਗਿਆ ਰੱਬ ਵਾਲੇ ਪਾਸੇ ਨੂੰ, ਭਗਤੀ ਤੂੰ ਕਰ ਲਈ, ਤੇ ਤੇਰੇ ਅੰਦਰ ਤਮੋ ਨਹੀਂ ਹੋਏਗੀ। ਤੇਰੇ ਅੰਦਰ ਜਿਹੜਾ ਹੈਗਾ, ਤੇਰੇ ਅੰਦਰ ਜਿਹੜਾ ਮਾਇਆ ਜਿਹੜੀ ਹੈਗੀ, ਇਹ ਮਾਇਆ ਨੇ ਜਿਹੜਾ ਹਨੇਰਾ ਕੀਤਾ ਹੋਇਆ ਆ, ਉਹ ਨਹੀਂ ਹੋਏਗਾ ਤੇਰੇ ਅੰਦਰ। ਤੂੰ ਕਰਤਾ ਕਰਨਾ ਮੈਂ ਨਾਹੀ, ਜਾਹੋਂ ਕਰੀ ਨਾ ਹੋਈ। ਕਹਿੰਦੇ ਪਰ ਮਾਲਕਾ, ਕਰਨ ਵਾਲਾ ਤਾਂ ਤੂੰ ਹੈਗਾ ਆ, ਮੈਂ ਤਾਂ ਐਵੇਂ ਹੀ ਖਾਮ ਖਾ ਬਣਿਆ ਬੈਠਾ ਆ, ਮੈਂ ਤਾਂ ਐਵੇਂ ਹੀ ਖਾਮ ਖਾ ਹੈਗਾ ਆ। ਤੂੰ ਕਰਤਾ ਕਰਨਾ ਮੈਂ ਨਾਹੀ, ਮੈਂ ਨਹੀਂ ਕਰਨ ਵਾਲਾ ਮਾਲਕਾ। ਜਾਹੋਂ ਕਰੀ ਨਾ ਹੋਈ, ਮੈਂ ਕਰਦਾ ਤੇ ਨਹੀਂ ਹੁੰਦਾ ਮਾਲਕਾ, ਮੇਰੇ ਅੰਦਰ ਤਾਂ ਹਨੇਰਾ ਹੀ ਹਨੇਰਾ ਰਹਿੰਦਾ ਹੈ, ਮੇਰੇ ਅੰਦਰ ਸੁੱਖ ਨਹੀਂ ਆਉਂਦਾ, ਤੂੰ ਦੇਣਾ ਹੈ ਸੁੱਖ ਮੈਨੂੰ। ਤੂੰ ਕਰਤਾ ਕਰਨਾ ਮੈਂ ਨਾਹੀ, ਜਾਹੋਂ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ ਰਹਾਓ। ਬਲਿਹਾਰ ਆ ਤੇਰੇ ਤੋਂ ਮਾਲਕਾ, ਤੂੰ ਆਪਣੀ ਕੁਦਰਤ ਬਣਾ ਕੇ ਉਹਦੇ ਵਿੱਚ ਵਸਿਆ ਹੋਇਆ ਹੈ। ਕੁਦਰਤ ਦੇ ਵਿੱਚ ਕੋਈ ਪੇਂਟਰ ਹੁੰਦਾ ਹੈ, ਉਹਦੀ ਪੇਂਟਿੰਗ ਬਣਾ ਕੇ, ਪੇਂਟਰ ਵੱਖ ਹੁੰਦਾ, ਪੇਂਟਿੰਗ ਅਲੱਗ ਹੁੰਦੀ ਹੈ। ਤਾਨਿਆ ਤੂੰ ਜਿਹੜਾ ਹੈਗਾ ਆ ਪੇਂਟਿੰਗ ਤੇਰੀ ਜਿਹੜੀ ਆ, ਚਿੱਤਰ ਜਿਹੜਾ ਹੈਗਾ, ਚਿੱਤਰ ਦੇ ਵਿੱਚ ਤੂੰ ਵੀ ਹੈਗਾ ਆ, ਤੂੰ ਵੀ ਚਿੱਤਰ ਦੇ ਵਿੱਚ ਹੀ ਹੈਗਾ ਆ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਏ ਲਖਿਆ, ਤੇਰਾ ਅੰਤ ਨਹੀਂ ਲਖਿਆ ਜਾਂਦਾ। ਰਹਾਓ ਜਾਤ ਮਹਿ ਜੋਤ, ਜਾਤ ਮਹਿ ਜੋਤ। ਕਹਿੰਦੇ ਜਿੰਨੀਆਂ ਵੀ ਜਾਤਾਂ ਹੈਗੀਆਂ, 84 ਲੱਖ ਜੂਨਾਂ ਹੈਗੀਆਂ, ਸਾਰੀਆਂ ਦੀਆਂ ਸਾਰੀਆਂ ਮਨੁੱਖ ਸਰਵ ਸ੍ਰੇਸ਼ਟ ਹੈਗਾ। ਕਹਿੰਦੇ ਇਹਨਾਂ ਸਾਰਿਆਂ ਦੇ ਵਿੱਚ, ਇਹਨਾਂ ਜਾਤਾਂ ਦੇ ਵਿੱਚ ਉਸੇ ਮਾਲਕ ਪਰਮਾਤਮਾ ਦੀ ਜੋਤ ਹੈਗੀ ਆ। ਜੋਤ ਮਹਿ ਜਾਤਾਂ, ਇਹ ਜੋਤ ਜਿਹੜੀ ਹੈਗੀ ਇਹਦੇ ਵਿੱਚ ਸਾਰੀਆਂ ਜਾਤਾਂ ਹੈਗੀਆਂ। ਮੋੜਮਾ ਦੱਥਾ ਘੁਮਾ ਕੇ ਉਹੀ ਗੱਲ ਕਰ ਰਹੇ ਆ। ਜਾਤ ਮਹਿ ਜੋਤ, ਜੋਤ ਮਹਿ ਜਾਤਾਂ, ਅਕਲ ਕਲਾ ਭਰਪੂਰ ਰਿਹਾ। ਉਹ ਮਾਲਕ ਪਰਮਾਤਮਾ ਜਿਹੜਾ ਸਾਰੀਆਂ ਕਲਾਵਾਂ ਦਾ ਮਾਲਕ ਹੈਗਾ, ਉਹ ਭਰਪੂਰ ਹੈਗਾ ਇਹਨਾਂ ਦੇ ਵਿੱਚ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨੇ ਕੀਤੀ ਸੋ ਪਾਰ ਪਿਆ। ਕਹਿੰਦੇ ਤੂੰ ਹਮੇਸ਼ਾ ਰਹਿਣ ਵਾਲਾ ਆ ਔਰ ਮਾਲਕ ਹੈਗਾ ਆ। ਤੂੰ ਹਮੇਸ਼ਾ ਰਹਿਣ ਵਾਲਾ ਹੈ ਔਰ ਮਾਲਕ ਹੈਗਾ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਤੇਰੀ ਸਿਫਤ ਕਰਨੀ ਜਿਹੜੀ ਹੈਗੀ ਬਹੁਤ ਸੁੰਦਰ ਹੈ। ਤੇਰੀ ਸਿਫਤ ਕਰਨੀ ਹੀ ਬਣਦੀ ਹੈਗੀ। ਜਿਨੇ ਕੀਤੀ ਸੋ ਪਾਰ ਪਿਆ। ਜਿਨੇ ਵੀ ਆ ਚੀਜ਼ ਸਮਝ ਲਈ, ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਏਗਾ। ਜਿਨੇ ਤੇਰੀ ਭਗਤੀ ਸਿਫਤ ਜਿਹੜੀ ਕਰਨੀ ਸਮਝ ਲਈ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਿਹਾ। ਹੇ ਮੇਰੇ ਮਨਾ, ਉਹ ਮਾਲਕ ਪਰਮਾਤਮਾ ਕਰਤਾ ਹੈਗਾ, ਉਹਦੀ ਗੱਲ ਕਰ। ਕਿਰਤ ਦੀ ਕੀ ਗੱਲ ਕਰਦਾ ਹੈ ਤੂੰ? ਕਰਤੇ ਦੀ ਗੱਲ ਕਰ। ਕਹੋ ਨਾਨਕ, ਹੇ ਮੇਰੇ ਮਨਾ, ਕਰਤੇ ਦੀ ਗੱਲ ਕਰ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਿਹਾ। ਜੋ ਕੁਛ ਕਰਨਾ ਹੈ ਉਹ ਕਰਤਾ ਹੈ, ਉਹ ਕਰ ਰਿਹਾ ਹੈ, ਔਰ ਉਹਦੀ ਰਜ਼ਾ ਦੇ ਵਿੱਚ ਰਾਜ਼ੀ ਰਹਿ। ਹਾਂਜੀ ਗੋਰਖ ਸਾਹਿਬ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ ਦੇਖੋ, ਉੱਪਰ ਦੇਖੋ ਕਹਿ ਰਹੇ ਨੇ, ਕੱਲ ਜੋ ਵਿਚਾਰ ਚੱਲੀ ਸੀ, ਗੁਰ ਕਿਰਪਾ ਤੇ ਜਾਣਿਆ, ਜਿੱਥੇ ਤੁਧ ਆਪ ਬੁਝਾਇਆ, ਸਹਿਜ ਹੀ ਸੱਚ ਸਮਾਇਆ।
ਸਹਿਜੇ ਹੀ ਸੱਚ ਸਮਾਇਆ, ਬੜੀ ਵੱਡੀ ਗੱਲ ਕਰ ਗਏ ਹਨਾ। ਬਿਲਕੁਲ। ਕਹਿੰਦੇ ਸਾਨੂੰ ਉਹ ਸੋਝੀ ਦੇਤੀ, ਸਾਨੂੰ ਉਹ ਰਸਤੇ ਦਾ ਪਤਾ ਲੱਗ ਗਿਆ ਜਿੱਥੇ ਉਹ ਸਹਿਜ ਦੇ ਵਿੱਚ ਬੰਦਾ ਸਮਾ ਜਾਂਦਾ ਹੈ। ਸੱਚ ਦੇ ਵਿੱਚ ਸਮਾਉਣਾ, ਸਹਿਜ ਦੇ ਵਿੱਚ ਸਮਾਉਣਾ, ਇਹ ਸਾਰਾ ਇੱਕੋ ਚੀਜ਼ ਹੈ। ਬਿਲਕੁਲ। ਸੱਚ ਕੁਝ ਵੱਖਰਾ ਨਹੀਂ ਹੈ, ਸਹਿਜ ਹੈ। ਸਹਿਜ ਤੋਂ ਭਾਵ ਜਿੱਦਾਂ ਉਹ ਟਾਂਗੇ ਦਾ ਧੁਰਾ। ਬਿਲਕੁਲ ਸਹੀ ਗੱਲ ਹੈ। ਵਿਚਾਰ ਬਿਲਕੁਲ ਖਤਮ ਹੋ ਗਏ, ਤੁਰਦੇ ਉੱਤੇ ਤੁਰੇ ਤੇ ਆ ਗਿਆ ਇਨਸਾਨ। ਉਹ ਸਹਿਜ ਹੈ, ਉੱਥੇ ਜਾਣਾ। ਜਿੰਨਾ ਚਿਰ ਤੱਕ ਆਪਾਂ ਘੁੰਮ ਰਹੇ ਹਾਂ, ਸਮਝ ਲਓ ਰਸਤੇ 'ਚ ਹੀ ਆ, ਮੰਜ਼ਿਲ ਤੇ ਨਹੀਂ ਪਹੁੰਚੇ। ਮੰਜ਼ਿਲ ਤੇ ਪਹੁੰਚੇ ਮਤਲਬ ਮੈਂ ਇੱਥੋਂ ਦਿੱਲੀ ਜਾਣਾ ਤੇ ਮੈਂ ਜਦੋਂ ਦਿੱਲੀ ਪਹੁੰਚ ਗਿਆ ਗੱਡੀ ਮੇਰੀ ਸਟਾਪ ਹੋ ਗਈ। ਬਿਲਕੁਲ। ਔਰ ਗੋਰਖੀ ਸਾਹਿਬ ਦੇਖੋ, ਪਹੀਏ ਦਾ ਜਿਹੜਾ ਹੈਗਾ ਨਾ, ਉਹਦਾ ਜਿਹੜਾ ਹੈਗਾ ਜਿਹੜਾ ਰੇਡੀਅਸ ਘਟ ਰਿਹਾ, ਰੇਡੀਅਸ ਜਿਹੜਾ ਹੈਗਾ ਉਹਦਾ ਜਿਹੜਾ ਹੈਗਾ ਪਹੀਏ ਦਾ ਗੋਲਾ ਜਿਹੜਾ ਹੈਗਾ ਛੋਟਾ ਹੋਈ ਜਾ ਰਿਹਾ ਹੈ ਗੋਲਾ। ਬਸ ਉਹ ਇਹੀ ਹੈ ਭਗਤੀ, ਹੌਲੀ ਹੌਲੀ ਛੋਟਾ ਹੋ ਕੇ ਤੁਰੇ ਤੇ ਆ ਜਾਣਾ ਹੈ। ਹਾਂਜੀ ਵੀਰ ਜੀ। ਹਾਂ, ਤੇ ਹੌਲੀ ਹੌਲੀ ਉਹ ਜਿਹੜਾ ਵਾ ਉਹਦਾ ਕਾਰਜ ਪੂਰਾ ਹੋ ਜਾਣਾ। ਬਿਲਕੁਲ। ਜਿੱਦਾਂ ਬ੍ਰਹਮ ਗਿਆਨੀ ਦਾ ਮਤਲਬ, ਬ੍ਰਹਮ ਗਿਆਨੀ ਉਹ ਮਨੁੱਖ ਜਿਹੜਾ ਧੁਰੇ ਕੋਲ ਪਹੁੰਚ ਗਿਆ। ਜਿੱਦਾਂ ਨਦੀ ਚੱਲੀ, ਨਦੀ ਤੁਰੀ ਗਈ, ਇੱਕ ਸਮਾਂ ਆਇਆ ਸਮੁੰਦਰ 'ਚ ਸਮਾ ਗਈ। ਨਿੱਜਾ ਸਾਹਿਬ ਪਤਾ ਨਹੀਂ ਤੁਹਾਡੇ ਨਾ ਮਾਈਕ ਦੇ ਵਿੱਚ ਪਤਾ ਨਹੀਂ ਕਿਉਂ ਖੜਖੜ ਦੀ ਆਵਾਜ਼ ਆਉਣ ਲੱਗ ਪਈ ਅੱਜ। ਨਹੀਂ ਮੇਰੇ ਤਾਂ ਦੇਖੋ, ਮੈਂ ਬੰਦ ਕਰ ਦੇਣਾ ਹੁਣ। ਆ ਲਓ। ਨਹੀਂ ਸਾਧ ਸੰਗਤ ਜੀ, ਕੋਈ ਜਣਾ ਇੱਕ ਮਾਈਕ ਔਨ ਕਰੋ। ਮੈਨੂੰ ਸੁਣਦੀ ਹੈ ਜਾਂ ਤੁਹਾਨੂੰ ਵੀ ਸੁਣਦੀ ਹੈ? ਆ ਰਹੀ ਹੈ ਵੀਰ ਜੀ। ਹਾਂਜੀ, 2-4 ਦਿਨਾਂ ਤੋਂ ਆ ਰਹੀ ਹੈ ਨਾ ਕਾਫੀ ਅੰਕਲ ਉਹਨਾਂ ਦੀ ਆਵਾਜ਼। ਹਾਂ, ਚਲੋ ਕੋਈ ਗੱਲ ਨਹੀਂ, ਹੋ ਜੂਗੀ। ਨਿੱਜਾ ਸਾਹਿਬ ਦੇਖੋਗੇ ਤੁਹਾਨੂੰ ਪਤਾ ਲੱਗ ਜਾਏਗਾ। ਉਹ ਤੁਹਾਡੀ ਰਿਕਾਰਡਿੰਗ 'ਚ ਨਹੀਂ ਹੁੰਦੀ, ਕੇਵਲ ਸਾਨੂੰ ਸੁਣਾਈ ਦਿੰਦੀ। ਅੱਛਾ, ਉਹ ਕੀ ਹੈ, ਜਿੱਥੇ ਧੁਰੇ ਤੇ ਜਾਣਾ ਬੜਾ ਜ਼ਰੂਰੀ ਹੈ। 84 ਲੱਖ ਜੂਨੀ ਦੇ ਵਿੱਚ ਇਕੱਲਾ ਮਨੁੱਖਾ ਸਰੀਰ ਆ ਜਿੱਥੇ ਇਹ ਕੰਮ ਹੋ ਸਕਦਾ, ਕਿਉਂਕਿ ਮਨ ਆ, ਬੁੱਧੀ ਆ, ਚਿੱਤ ਆ, ਇੱਥੇ ਸਾਰਾ ਕੁਝ ਆ। ਦੂਜੀਆਂ ਜੂਨੀਆਂ ਦੇ ਵਿੱਚ ਕੁਝ ਵੀ ਨਹੀਂ ਹੈਗਾ। 3 ਚੀਜ਼ਾਂ ਤੁਹਾਨੂੰ ਮੈਂ ਕਹੀਆਂ ਸੀ ਜ਼ਿੰਦਗੀ ਦੇ ਵਿੱਚ ਬਹੁਤ ਇੰਪੋਰਟੈਂਟ ਨੇ। ਇੱਕ ਹੈ ਮਨੁੱਖਾ ਸਰੀਰ, ਦੂਜਾ ਹੈ ਮਨ ਦੇ ਵਿੱਚ ਇੱਛਾ, ਤੇ ਤੀਜਾ ਹੈ ਉਸ ਡਾਇਰੈਕਸ਼ਨ ਦਾ ਗਿਆਨ ਜਿੱਥੇ ਪਹੁੰਚਣਾ ਹੈ। ਜੇਕਰ ਤੁਹਾਨੂੰ ਪਤਾ ਹੀ ਨਹੀਂ, ਐਵੇਂ ਅੰਮ੍ਰਿਤਸਰ 'ਚ ਗੱਡੀ ਘੁਮਾਈ ਜਾਓ, ਤੁਸੀਂ ਕਿੱਥੇ ਜਾਣਾ ਹੈ, ਤੇ ਸਮਾਂ ਬਰਬਾਦੀ ਹੈ। ਭਾਵੇਂ 60 ਸਾਲ ਕੀ ਲੋਕੀ 100 ਸਾਲ ਦਾ ਜੀਵਨ ਬਤੀਤ ਕਰਕੇ ਖਾਲੀ ਹੱਥ ਚੱਲ ਜਾਂਦੇ ਆ। ਚੱਲਦੇ ਬਹੁਤ ਨੇ, ਪਰ ਜਦ ਤੱਕ ਉਹਨਾਂ ਕੋਲ ਪ੍ਰੋਪਰ ਗਾਈਡੈਂਸ ਨਹੀਂ, ਉਹ ਵਿਚਾਰੇ ਬਿਨਾਂ ਮਤਲਬ ਦੇ ਸਫ਼ਰ ਕਰਦੇ ਨੇ। ਜੇ ਸਭ ਜਦੋਂ ਟਾਰਗੇਟ ਦਾ ਹੀ ਨਹੀਂ ਪਤਾ ਤੇ ਉਹ ਫਿਰ ਘੁੰਮੀ ਜਾਓ, ਫਿਰ ਮੁਸ਼ਕਿਲ ਹੋ ਜਾਏਗੀ। ਇਹੋ ਚੀਜ਼ ਨੂੰ ਸਮਝਣਾ ਹੈ। ਹੁਣ ਗੁਰੂ ਕੀ ਕਹਿ ਰਹੇ ਨੇ ਆਪਾਂ ਨੂੰ? ਸਹਿਜੇ ਸੱਚ ਸਮਾਏ। ਸਹਿਜੇ ਸੱਚ ਦਾ ਮਤਲਬ ਇਹ ਹੈ ਕਿ ਬਹੁਤਾ ਔਖਾ ਕੰਮ ਨਹੀਂ ਆ, ਬਹੁਤ ਆਸਾਨ ਹੈ। ਉਹ ਨਹੀਂ ਕਹਿੰਦੇ ਕਿ ਬੜੀ ਘਾਲਣੀ ਪਈ, ਬੜਾ ਮੁਸ਼ਕਿਲ ਕੰਮ ਆ। ਉਹ ਕਹਿੰਦੇ ਸਹਿਜੇ ਹੀ, ਜੇ ਤੈਨੂੰ ਗਾਈਡੈਂਸ ਮਿਲ ਗਈ ਆ, ਸਹੀ ਵਿਧੀ ਦਾ ਪਤਾ ਲੱਗ ਗਿਆ, ਬਹੁਤ ਆਸਾਨ ਹੈ ਬ੍ਰਹਮ ਗਿਆਨੀ ਹੋ ਜਾਣਾ। ਹੁਣ ਜਦੋਂ ਬ੍ਰਹਮ ਗਿਆਨੀ ਹੁੰਦਾ ਬੰਦਾ, ਤਾਂ ਫਿਰ ਕੀ ਹੁੰਦਾ? ਇਹ ਚੀਜ਼ ਨੂੰ ਆਪ ਨੋਟ ਕਰੋ। ਪਰਮਾਤਮਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਮੁਕਤ ਆ। ਜਦੋਂ ਨਦੀ ਸਮੁੰਦਰ 'ਚ ਜਾਂਦੀ ਹੈ ਨਾ, ਸਭ ਤੋਂ ਪਹਿਲਾਂ ਕੀ ਕਰਦੀ ਹੈ ਨਿੱਜਰ ਸਾਹਿਬ? ਆਪਣੇ ਰੂਪ ਦਾ ਤਿਆਗ ਕਰ ਦਿੰਦੀ, ਸਮੁੰਦਰ ਹੋ ਜਾਂਦੀ। ਫਿਰ ਉਸ ਤੋਂ ਬਾਅਦ ਸਮੁੰਦਰ ਦਾ ਪਾਣੀ ਹੈਗਾ ਨਮਕ ਵਾਲਾ, ਉਹ ਫਿਰ ਆਪਣੇ ਜਿਹੜਾ ਉਹਦਾ ਪਾਣੀ, ਜਿਹੜਾ ਆਪਣੇ ਪਾਣੀ ਦਾ ਸੁਭਾਅ ਹੈ ਨਿੱਜਰ ਸਾਹਿਬ, ਉਹਦਾ ਵੀ ਤਿਆਗ ਕਰ ਦਿੰਦੀ। ਬਿਲਕੁਲ। ਜਦੋਂ ਤੁਸੀਂ ਬ੍ਰਹਮ ਦੇ ਵਿੱਚ ਲੀਨ ਹੋ ਗਏ ਨਾ, ਤੇ ਤੁਹਾਡੇ ਜਿਹੜਾ ਸੁਭਾਅ ਹੈਗਾ ਨਾ, ਇਹਨੇ ਬਦਲ ਜਾਣਾ ਵਾ। ਕਿਉਂਕਿ ਉਹੀ ਉਹਦਾ ਨਿੱਜਰ ਸਾਹਿਬ, ਉਹੀ ਤੇ ਪਹਿਚਾਣ ਹੈ ਕਿ ਤੁਸੀਂ ਬ੍ਰਹਮ ਲੀਨ ਹੋ ਗਏ ਜੋ। ਬਿਲਕੁਲ ਸਹੀ ਗੱਲ ਹੈ ਗੁਰਕੀ ਸਾਹਿਬ। ਕਿਉਂਕਿ ਕਿੱਦਾਂ ਪਤਾ ਲੱਗੂਗਾ ਕਿ ਅਸੀਂ ਬ੍ਰਹਮ ਗਿਆਨੀ ਹੋ ਗਏ? ਕਿੱਦਾਂ ਪਤਾ ਲੱਗੂਗਾ ਕਿ ਉਹ ਸਾਡਾ ਜਿਹੜਾ ਕੱਲ ਕਹਿੰਦੇ ਸੀ ਨਾ, ਉਹ ਕੀ ਕਹਿੰਦੇ ਸੀ, ਉਹਦਾ ਇੱਕ ਉੱਤੇ ਲਿਖਿਆ ਸੀ ਉਹਨਾਂ ਨੇ, ਉਹ ਤੁਕ ਸੀ ਨਾ ਉੱਤੇ ਮਾੜੀ ਜੀ, ਮੈਂ ਇੱਕ ਦੇਖਦਾ ਸ਼ਾਇਦ ਮਿਲ ਜੇ ਮੈਨੂੰ। ਨਹੀਂ ਤੁਸੀਂ ਭਾਵ ਦੱਸ ਦਿਓ, ਤੁਕ ਤਾਂ ਕੱਢ ਲਾਂਗੇ ਆਪਾਂ। ਇਹ ਭਾਵ ਨਹੀਂ, ਬਸ ਉਹੀ ਨਾ ਕਿ ਉਹ ਉੱਤੇ ਪਹਿਲਾਂ ਹੀ ਸੀ ਕਿ ਤੁਸੀਂ ਕਿੱਦਾਂ ਉਹਦੇ ਚ ਸਮਾ ਗਏ। ਤੇ ਉਹ ਮਤਲਬ ਮੈਂ ਉਹ ਬਾਅਦ ਚ ਦੱਸ ਦਿੰਦਾ ਤੁਹਾਨੂੰ। ਜਿੱਥੇ ਕੂੜ ਤੋਂ ਕੱਲ ਨਹੀਂ ਚਲੇ, ਸੱਚ ਤੇ ਜਾਣੀ। ਹਾਂ, ਸੱਚ ਤਾਂ ਪਰ ਜਾਣੀਏ, ਜੇ ਹਿਰਦੇ ਸੱਚਾ ਹੋਏ। ਕੂੜ ਕੀ ਮਲ ਉਤਰੇ ਤਨ ਧੋਏ
ਤਨ ਤੋਤੇ ਕੁੜ ਕੀ ਮਲ ਉਤਰੇ ਤਨ ਹਾਂ ਹਮ, ਹਾਂ, ਤੇ ਉਹ ਸੱਚ ਜਿਹੜਾ ਹੋਣਾ ਬੜਾ ਜ਼ਰੂਰੀ ਹੈ। ਉਹ ਜੇ ਸੱਚ, ਤੇ ਫਿਰ ਸੱਚ ਦਾ ਮਤਲਬ ਇਹੋ ਹੀ ਆ ਕਿ ਸੱਚ ਜਿੰਨਾ ਚਿਰ ਤੱਕ ਆ ਲਿਖਿਆ ਸੀ, ਹਾਂ ਵੀ ਉਹ ਬੀਜ, ਪੱਤ ਲੈ ਗਏ। ਹਾਂ, ਤੇ ਬੀਜ ਦਾ ਪਤਾ ਉੱਥੇ ਦੱਸਿਆ ਨਾ, ਬੀਜ ਦਾ ਮਤਲਬ ਕੀ ਸੀ ਨਿੱਜਰ ਸਾਹਿਬ, ਫਿਰ ਦੱਸ ਦਿਓ। ਬੀਜ ਦਾ ਮਤਲਬ ਨਾਮ। ਹਾਂ ਠੀਕ ਹੈ, ਜਿਨ੍ਹਾਂ ਨੇ ਨਾਮ ਬੀਜਿਆ, ਜਿਨ੍ਹਾਂ ਨੇ ਆਪਣੇ ਮਨ ਨੂੰ, ਖੰਡਿਤ ਮਨ ਨੂੰ ਇੱਕ ਕਰ ਲਿਆ, ਇਕੱਠਾ ਕਰ ਲਿਆ। ਮਨ ਜਦੋਂ ਇਕੱਠਾ ਹੋ ਜਾਂਦਾ ਨਾ, ਉਸ ਤੋਂ ਬਾਅਦ ਕੀ ਹੁੰਦਾ ਕਿ ਸਾਡੇ ਜੀਵਨ 'ਚ ਜਿਹੜਾ ਅਗਿਆਨ ਆ, ਭਰਮ ਆ, ਵਿਦਿਆ, ਉਹ ਨਸ਼ਟ ਹੋ ਜਾਂਦੀ ਹੈ। ਕਿਉਂਕਿ ਉੱਥੇ ਆਤਮਾ, ਜਦੋਂ ਬੱਚਾ ਪੈਦਾ ਹੁੰਦਾ ਨਾ, ਤੇ ਉਹ ਬੱਚਾ ਪੈਦਾ ਹੁੰਦਾ ਨਾ, ਉਹ ਆਪਣੇ ਨਿੱਜਰ ਸਾਹਿਬ ਆਪਣੇ ਸੈਂਟਰ ਤੋਂ ਕੰਮ ਕਰਦਾ, ਆਪਣੀ ਆਤਮਾ ਤੋਂ। ਦੇਖੋ ਛੋਟੇ ਬੱਚੇ ਨੂੰ ਤੁਸੀਂ ਨੂੰ ਗਾਲਾਂ ਗੁਲਾਂ ਵੀ ਕੱਢ ਦੋ, ਉਹ ਲੈਂਦਾ ਨਹੀਂ ਆ ਤੁਹਾਡੀਆਂ ਗਾਲਾਂ ਨਾ। ਬਿਲਕੁਲ ਤੁਹਾਡੀ ਗੱਲ ਨੂੰ ਸਵੀਕਾਰ, ਤੁਸੀਂ ਜੋ ਮਰਜ਼ੀ ਕਹਿ ਲਓ, 10 ਮਿੰਟਾਂ ਦੇ ਵਿੱਚ ਉਹਨੇ ਸਾਰਾ ਭੁੱਲ ਜਾਣਾ। ਕਿਉਂਕਿ ਕਿੱਥੇ ਬੈਠਾ, ਉਹ ਸੈਂਟਰ 'ਚ ਬੈਠਾ ਜੇ, ਇਸ ਕਰਕੇ ਉਹ ਮਾਫ ਕਰ ਦਿੰਦਾ ਹੈ। ਉਹਦੇ ਨਿੱਜਰ ਸਾਹਿਬ ਤੁਹਾਡਾ ਮਾਈਕ ਬੰਦ ਕਰ ਦਿਓ, ਇੱਕ ਤੁਹਾਡਾ ਮਾਈਕ ਨਾ ਬਹੁਤ ਜ਼ਿਆਦਾ ਆ ਜਾਂਦੀ ਜੋ ਆਵਾਜ਼, ਕੁਛ ਤੇ ਗੜਬੜ ਹੋ ਗਈ। ਫਿਰ ਆਪਾਂ ਗੱਲਬਾਤ ਨਹੀਂ ਕਰ ਸਕਾਂਗੇ ਗੋਗੀ ਸਾਹਿਬ। ਹਾਂ ਚਲੋ ਕੋਈ ਨਹੀਂ, ਬੋਲੋ ਫਿਰ ਤੁਸੀਂ, ਬੋਲੋ ਕੋਈ ਨਹੀਂ, ਹਾਂ ਨਾ ਕਰਨਾ ਹੀ ਪੈਣਾ ਤੁਹਾਨੂੰ। ਹਾਂ ਉਹੀ ਤਾਂ ਮਾਈਕ ਹੋ ਰਿਹਾ ਤੁਹਾਡੇ ਕੋਲ ਵੈਸੇ? ਮਾਈਕ ਤਾਂ ਮੈਂ ਲਾਉਂਦਾ ਹੀ ਨਹੀਂ ਗੋਗੀ ਸਾਹਿਬ, ਮੈਂ ਮਾਈਕ ਨਹੀਂ ਲਾਉਂਦਾ, ਮੈਂ ਤਾਂ ਬਗੈਰ ਮਾਈਕ ਦੇ। ਫਿਰ ਇਹ ਪਤਾ ਨਹੀਂ ਕਿਉਂ ਆ ਰਹੀ ਆਵਾਜ਼। ਚਲੋ ਕੋਈ ਗੱਲ ਨਹੀਂ, ਮੈਂ ਦੁਬਾਰਾ ਆ ਜਾਣਾ ਗੋਗੀ ਅੱਛਾ, ਇਹ ਸਾਹਿਬ, ਕੀ ਡ੍ਰੌਪ ਹੋ ਕੇ ਆ ਜਾਣਾ। ਨਹੀਂ ਬਾਹਰ ਬੂਰ ਦਾ ਨਹੀਂ, 2-3 ਦਿਨ ਹੋ ਗਏ ਆ, ਕੋਈ ਗੱਲ ਨਹੀਂ ਤੁਸੀਂ ਕੋਈ ਨਹੀਂ, ਕੜਕੜ ਦੀ ਕੋਈ ਗੱਲ ਨਹੀਂ, ਗੱਲ ਸਮਝ ਆ ਰਹੀ ਹੈ। ਤੇ ਜਦੋਂ ਆਪਾਂ ਆਤਮਾ ਲੈਵਲ ਤੇ ਚੱਲ ਜਾਂਦੇ ਆ ਨਾ, ਅੰਦਰ ਸਥਿਰ ਹੋ ਜਾਂਦੇ ਆ, ਫਿਰ ਆਪਾਂ ਆਤਮਾ ਤੋਂ ਕੰਮ ਕਰਦੇ ਆ। ਵੈਸੇ ਨਾਰਮਲੀ ਪਤਾ ਕੀ ਹੁੰਦਾ ਕਿ ਸਾਡੇ ਜਿਹੜੇ ਆਲਾ ਦੁਆਲਾ ਹੈ ਨਾ, ਜਿੱਦਾਂ ਦਾ ਸਾਨੂੰ ਸੰਸਕਾਰ ਦਿੰਦਾ ਹੈ, ਹੁਣ ਛੋਟਾ ਬੱਚਾ ਹੈ, ਉਹਦੇ ਲਈ ਸਾਰੇ ਬਰਾਬਰ ਹੈ, ਚਾਚੇ ਤਾਏ ਭੂਆ ਫੁੱਫੜ, ਉਹਨੂੰ ਕੋਈ ਭੇਦ ਨਹੀਂ। ਪਰ ਜਦੋਂ ਮਾਂ-ਬਾਪ ਦੱਸਦੇ ਉਹਨੂੰ ਕਿ ਪੁੱਤ ਇਹ ਤੇਰਾ ਜਿਹੜਾ ਵਾ, ਆ ਤੇਰਾ ਏਦਾਂ ਦਾ ਵਾ, ਉਦਾਂ ਦਾ ਵਾ, ਆ ਰਿਸ਼ਤਾ ਏਦਾਂ ਦਾ ਵਾ, ਉਹ ਫਿਰ ਉਹਦੇ ਬੱਚੇ ਦੇ ਅੰਦਰ ਪੈ ਜਾਂਦੀ ਚੀਜ਼। ਬੱਚੇ ਨੂੰ ਆਪਾਂ ਸਿੱਖਿਆ ਦੇ ਦਿੰਦੇ ਨਾ ਕਿ ਬਈ ਐ ਵਾ, ਤੂੰ ਸਾਰਿਆਂ ਨੂੰ ਬਰਾਬਰ ਸਮਝੀ ਜਾਂਦਾ, ਸਾਰੇ ਬਰਾਬਰ ਨਹੀਂ ਹੈਗੇ। ਉਹ ਫਿਰ ਉਹ ਸੋਚਦਾ ਵਾ ਕਿ ਮੰਮੀ ਪਾਪਾ ਨੇ ਜੋ ਕਿਹਾ ਵਾ, ਫਿਰ ਉੱਥੋਂ ਕੰਮ ਕਰਨਾ ਸ਼ੁਰੂ ਕਰਦਾ। ਉਹ ਤੁਰੇ ਤੋਂ ਹਿਲ ਜਾਂਦਾ ਫਿਰ। ਹਾਂ, ਉੱਥੋਂ ਬਾਹਰ ਆ ਗਿਆ, ਕਿਉਂਕਿ ਆਪਾਂ ਬਾਹਰ ਲਿਆਂਦਾ ਨਾ ਉਹਨੂੰ, ਉਹਦੇ ਤੇ ਆਪਾਂ ਜਿਹੜੀ ਉਹਦੀ ਓਰੀਜਨਲ ਪ੍ਰੋਗਰਾਮਿੰਗ ਆਪਾਂ ਖਰਾਬ ਕਰਤੀ ਹੈ। ਬਿਲਕੁਲ। ਉਹ ਬੱਚਾ ਜੇ ਹਿੰਦੂਆਂ ਦੇ ਘਰ ਹੈ ਤੇ ਹਿੰਦੂ ਬਣ ਜਾਏਗਾ, ਫਿਰ ਦੱਸੂਗਾ ਕਿ ਦੇਖ ਆ ਲਾਲ ਮੰਦਿਰ ਜਿਹੜਾ ਹੁੰਦਾ ਹੈ, ਲਾਲ ਝੰਡਾ ਹੈ, ਉਹ ਸਾਡਾ ਵਾ, ਉਹਦਾ ਪੀਲਾ ਜਾਂ ਹਰਾ ਵਾ, ਉਹ ਥੋੜਾ ਡਿਫਰੈਂਸ ਹੈ। ਵੈਸੇ ਉਹਨੂੰ ਸਾਰੇ ਬਰਾਬਰ ਹੀ ਝੰਡੇ ਦਿਖਦੇ ਨੇ, ਉਹਨੂੰ ਕੋਈ ਫਰਕ ਨਹੀਂ ਪੈਂਦਾ, ਉਹ ਤੇ ਕਹਿੰਦਾ ਰੰਗ ਸਾਰੇ ਆ। ਫਿਰ ਉਹਦੇ ਅੰਦਰ ਆਪਾਂ ਪ੍ਰੋਗਰਾਮਿੰਗ ਕਰਦੇ ਆ ਆਪਣੇ ਵੱਲੋਂ। ਇਹ ਨਾ ਗੋਰਖੀ ਸਾਹਿਬ 9 ਮਹੀਨੇ ਜਿਹੜਾ ਹੈਗਾ ਮਾਲਕ ਪਰਮਾਤਮਾ ਜਿਹੜਾ ਹੈਗਾ ਆਪਾਂ ਨੂੰ ਧਿਆਨ ਦੇ ਵਿੱਚ, ਧੁਰੇ ਦੇ ਵਿੱਚ ਰੱਖਦਾ ਹੈ ਔਰ ਪਕਾ ਕੇ ਭੇਜਦਾ ਹੈ। ਬਿਲਕੁਲ ਬਈ ਆਹ ਦੇਖ, ਤੈਨੂੰ ਮੈਂ ਪੂਰੀ ਟ੍ਰੇਨਿੰਗ ਦੇਤੀ ਹੈ, ਹੁਣ ਗਾਹਾਂ ਜਿਹੜਾ ਹੈਗਾ ਬਾਹਰ ਜਾ ਕੇ ਵੀ ਇਹੀ ਕੁਛ ਕਰਨਾ ਹੈ। ਹਾਂਜੀ ਗੋਰਖੀ ਸਾਹਿਬ। ਹਾਂ ਨਿੱਜਰ ਸਾਹਿਬ, ਜਦੋਂ ਕੋਈ ਬੰਦਾ ਪਹਾੜਾਂ 'ਚ ਜਾਂਦਾ ਨਾ ਕਿਤੇ, ਮੈਂ ਹੁਣੇ ਗਿਆ ਨਾ, ਮੈਂ 3-4 ਦਿਨ ਲਾ ਕੇ ਆਇਆ। ਹਾਂਜੀ। ਉਹ ਨਿੱਜਰ ਸਾਹਿਬ, ਉਹ ਇੱਕ ਕਾਈਂਡ ਆਫ ਭਗਤੀ ਹੈ। ਇੱਕ ਸਮਾਂ ਆਇਆ 3 ਦਿਨਾਂ ਦੇ ਬਾਅਦ ਨਾ, ਮੇਰੇ ਘਰਦਿਆਂ ਨੂੰ ਘਰ ਸਭ ਭੁੱਲ ਗਿਆ, ਪਤਾ ਹੀ ਨਹੀਂ ਕਿ ਸਾਡਾ ਘਰ ਹੈਗਾ ਉੱਥੇ। ਕਿਉਂਕਿ ਹਰ ਪਲ ਜਾਨ ਦਾ ਖਤਰਾ ਹੈ ਨਿੱਜਰ ਸਾਹਿਬ। ਘੱਟੋ ਘੱਟ 2-2, 3-3, 100-400 ਫੁੱਟ, 1000-1000 ਫੁੱਟ ਪਹਾੜ ਗਹਿਰੇ ਨੇ। ਬਿਲਕੁਲ ਪਤਾ ਨਹੀਂ ਗੱਡੀ ਕਦੋਂ ਖਾਈ 'ਚ ਚੱਲ ਜਾਣੀ ਹੈ। ਦਹਿਸ਼ਤ ਤੇ ਹੁੰਦੀ ਨਾ, ਜਿਹੜੇ ਮਗਰ ਬੈਠੇ ਹੁੰਦੇ, ਉਹ ਚਾਰੇ ਸੀਟਾਂ ਨੂੰ ਫੜੀ ਜਾਂਦੇ, ਇੱਕ ਦੇ ਡੋਰ ਨੂੰ ਫੜਦੇ ਆ, ਹੌਲੀ ਚਲਾਓ। ਉਹ ਕਾਈਂਡ ਆਫ ਮੈਡੀਟੇਸ਼ਨ ਹੈ। ਇਸੇ ਲਈ ਲੋਕੀ ਪਹਾੜਾਂ 'ਚ ਜਾਂਦੇ ਨੇ, ਉਹਨਾਂ ਨੂੰ ਪਤਾ ਨਹੀਂ ਵਿਚਾਰੇ ਨੂੰ ਅਸੀਂ ਕੀ ਕਰਨ ਜਾਂਦੇ ਆ। ਉਹਦੇ ਨਾਲ ਕੀ ਹੁੰਦਾ ਕਿ ਬ੍ਰੇਕ ਮਿਲ ਜਾਂਦੀ ਹੈ। ਤੇ ਇਸੇ ਹੀ ਤਰ੍ਹਾਂ ਜਿਹੜਾ ਬੰਦਾ ਜਦੋਂ ਜਨਮ ਹੁੰਦਾ ਨਾ ਆਪਣਾ, ਉਸ ਟਾਈਮ ਵੀ ਆਪਾਂ ਸਮਾਧੀ ਦੇ ਵਿੱਚੋਂ ਹੀ ਆਉਂਦੇ ਆ। ਸਮਾਧੀ ਦਾ ਮਤਲਬ ਕਿ ਉਹ ਜਿਹੜੀ ਇੱਕਦਮ ਸਾਇਲੈਂਟ ਆਤਮਾ ਚੋਂ ਬਾਹਰ ਆਉਂਦੇ ਆ। ਹੁਣ ਉੱਥੇ ਕੀ ਹੁੰਦਾ ਕਿ ਜਿੱਦਾਂ ਆਤਮਾ ਚੋਂ ਬਾਹਰ ਆਉਣ ਦਾ ਮਤਲਬ ਹੈ ਕਿ ਜਿੱਦਾਂ ਤੁਸੀਂ ਕੋਈ ਕੰਮ ਨਹੀਂ ਕਰੋਗੇ ਤੇ ਹੌਲੀ ਹੌਲੀ ਹੋਊਗਾ ਕਿ ਤਰੰਗਾਂ ਸਾਰੀਆਂ ਪਾਣੀ ਦੀਆਂ ਬਹਿ ਜਾਂਦੀਆਂ, ਕਿਉਂਕਿ ਤੁਸੀਂ ਆਤਮਾ ਚੋਂ ਬਾਹਰ ਆਏ ਜੋ। ਰਾਤ ਨੂੰ ਨਾ ਜਾਣੇ ਅਣਜਾਣੇ 'ਚ ਬੰਦਾ ਜਿਹੜਾ ਨਾ ਆਤਮਾ ਦੇ ਸਪਰਸ਼ 'ਚ ਲਈ ਜਾਂਦਾ ਹੈ, ਉਹਨੂੰ ਪਤਾ ਨਹੀਂ ਹੈ ਬੰਦੇ ਨੂੰ ਕਿ ਰਾਤ ਨੂੰ ਸੌਣ ਦੇ ਨਾਲ ਮਿਲਦਾ ਤੇ ਕੁਛ ਨਹੀਂ ਆ, ਉੱਥੇ ਕੇਵਲ ਆਤਮਾ ਦਾ ਸਪਰਸ਼ ਹੈ। ਬਿਲਕੁਲ। ਹੁਣ ਜਦੋਂ ਆਤਮਾ ਦੇ ਸਪਰਸ਼ ਜਾਂਦੇ ਆ ਤੇ ਫਿਰ ਕੀ ਹੁੰਦਾ ਕਿ ਸਾਡੇ ਚਿੱਤ ਤੋਂ ਜਿਹੜਾ ਬੋਝ ਉਤਰ ਜਾਂਦਾ। ਕੱਲਾ ਸੌਣ ਦੀ ਗੱਲ ਨਹੀਂ ਹੈਗੀ ਉੱਥੇ, ਨਾ। ਉੱਥੇ ਸਾਨੂੰ ਜਦੋਂ ਅਸੀਂ ਡੀਪ
ਸਲੀਪ 'ਚ ਜਾਂਦੇ ਆ ਉਦੋਂ ਬਿਲਕੁਲ ਆਤਮਾ ਦੇ ਨਾਲ ਹੋ ਜਾਂਦੇ ਆ। ਮਨ ਵੀ ਜਿਹੜਾ ਹੈ ਉਹ ਆਤਮਾ 'ਚ ਲੀਨ ਹੋ ਜਾਂਦਾ ਹੈ। ਉੱਥੇ ਫਿਰ ਕੋਈ ਵਿਚਾਰ ਨਹੀਂ ਆ, ਉੱਥੇ ਕੋਈ ਸੁਪਨਾ ਨਹੀਂ ਹੈ। ਉੱਥੇ ਜੇ ਮੇਰੇ ਪ੍ਰਾਣ ਵੀ ਨਿਕਲ ਜਾਂਦੇ ਆ ਨਿੱਜਰ ਸਾਹਿਬ, ਮੈਨੂੰ ਪਤਾ ਵੀ ਨਹੀਂ ਲੱਗਣਾ ਕਿ ਮੈਂ ਮਰ ਗਿਆ, ਕਿਉਂਕਿ ਉਹ ਬਿਲਕੁਲ ਹੀ ਮੈਂ ਡਿਸਕਨੈਕਟ ਹੋ ਗਿਆ ਸਰੀਰ ਦੇ ਨਾਲੋਂ। ਉਹ ਜਿੱਥੇ ਕਹਿੰਦੇ ਨਾ ਵਾਜੇ ਅਨਹਦ ਤੂਰੇ, ਉਹ ਤੂਰੇ ਪਹਿਲਾਂ ਵੱਜਦੇ, ਉਸ ਤੋਂ ਬਾਅਦ ਉੱਥੇ ਪ੍ਰਵੇਸ਼ ਹੁੰਦਾ ਹੈ। ਉਹ ਤੂਰੇ ਸਾਨੂੰ ਤਾਂ ਨਹੀਂ ਸੁਣਾਈ ਦਿੰਦੇ ਕਿਉਂਕਿ ਅਸੀਂ ਬੇਹੋਸ਼ ਹੋ ਜਾਂਦੇ ਆ। ਬਿਲਕੁਲ ਠੀਕ ਹੈ, ਆਪਾਂ ਪਹੁੰਚਣਾ ਹੈ। ਆਹ ਦੇਖੋ ਇੱਥੇ ਕਹਿ ਰਹੇ ਨਾ, ਸਹਿਜੇ ਹੀ ਸੱਚ ਸਮਾਏ। ਜਦੋਂ ਆਪਾਂ ਸਮੁੰਦਰ 'ਚ ਸਮਾ ਗਏ, ਫਿਰ ਸਾਡਾ ਜਿਹੜਾ ਨਦੀ ਜਿੱਦਾਂ ਆਪਣੇ ਰੂਪ ਦਾ, ਆਪਣੇ ਸੁਭਾਅ ਦਾ ਤਿਆਗ ਕਰ ਦਿੰਦੀ ਹੈ, ਫਿਰ ਉਹ ਤੇ ਰੰਗ ਚੜ ਜਾਂਦਾ ਹੈ ਸਮੁੰਦਰ ਦਾ। ਇਸੇ ਹੀ ਤਰ੍ਹਾਂ ਪ੍ਰਮਾਤਮਾ ਰੂਪ, ਰੰਗ ਤੇ ਰੇਖ ਤੋਂ ਪਰੇ ਆ। ਫਿਰ ਤੁਸੀਂ ਕੀ ਹੋ ਜਾਓਗੇ, ਤੁਸੀਂ ਵਾਪਸ ਸੈਂਟਰ 'ਚ ਆ ਜਾਓਗੇ, ਚੱਕੀ ਦੇ ਸੈਂਟਰ 'ਚ, ਉਹਦਾ ਜਿੱਥੇ ਧੁਰੇ ਤੇ ਘੁੰਮਦੀ ਨਾ ਚੀਜ਼। ਉੱਥੇ ਫਿਰ ਕੋਈ ਗਤੀ ਨਹੀਂ ਆ, ਉੱਥੇ ਕੋਈ ਮੂਵਮੈਂਟ ਨਹੀਂ ਆ, ਉੱਥੇ ਕੋਈ ਨਿੰਦਿਆ, ਚੁਗਲੀ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨਹੀਂ ਹੈਗਾ। ਬਿਲਕੁਲ ਇਹ ਸਭ ਕੁਝ ਤੁਹਾਨੂੰ ਤੁਹਾਡੇ ਸੈਂਟਰ ਤੋਂ ਤੋੜਦਾ ਹੈ। ਤੁਸੀਂ ਵੇਖਿਆ ਨਹੀਂ, ਜਦੋਂ ਤੁਸੀਂ ਉੱਠਦੇ ਜੋ ਉਸੇ ਵਕਤ ਹੀ ਵਿਚਾਰ ਆ ਜਾਂਦੇ ਨੇ ਔਰ ਤੁਹਾਡੇ ਮਨ ਨੂੰ ਖਿੱਚ ਲੈਂਦੇ ਨੇ। ਬਿਲਕੁਲ। ਤੇ ਜਦੋਂ ਆਪਾਂ ਸਵੇਰੇ ਸਵੇਰੇ ਉੱਠਦੇ ਆ ਨਾ, ਵੇਖੋ ਨਾ, ਤੁਹਾਡਾ ਮਨ ਇੱਕਦਮ ਪ੍ਰਗਟ ਨਹੀਂ ਹੁੰਦਾ। ਉਹਨੂੰ ਚੰਗੀ ਤਰ੍ਹਾਂ ਪ੍ਰਗਟ ਹੋਣ ਦੇ ਲਈ ਕੁਝ ਸਮਾਂ ਚਾਹੀਦਾ। ਇਸ ਲਈ ਆਪਾਂ ਚਾਹ ਪੀਂਦੇ ਆ। ਇਹ ਸਭ ਜਿਹੜੇ ਕੰਮ ਹੁੰਦੇ ਆ ਉਹ ਇਸੇ ਲਈ ਆ ਕਿ ਕਿਸੇ ਤਰੀਕੇ ਜਿਹੜਾ ਮਨ ਆ ਉਹ ਫਾਸਟ ਪ੍ਰਗਟ ਹੋ ਜਾਵੇ। ਔਰ ਮਨ ਜਦੋਂ ਪ੍ਰਗਟ ਹੋ ਜਾਂਦਾ, ਫਿਰ ਤੁਹਾਨੂੰ ਪਤਾ ਹੀ ਇਹਦੀ ਉਡਾਨ ਉੱਡਿਆ ਫਿਰਦਾ। ਫਿਰ ਕੀ ਕਰਦਾ ਹੈ, ਉਹ ਆਤਮਾ ਰੂਪੀ ਰੁੱਖ ਨੂੰ ਛੱਡ ਦਿੰਦਾ ਹੈ, ਫਿਰ ਹਵਾ 'ਚ ਚੱਲ ਜਾਂਦਾ ਹੈ, ਧੁੱਪੇ ਬੜੀ ਬੜੀ ਦੂਰ ਚੱਲ ਜਾਂਦਾ ਹੈ। ਉੱਥੇ ਭਟਕਦਾ ਹੈ, ਉੱਥੇ ਤਪਸ ਲੱਗਦੀ ਹੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ, ਫਿਰ ਉੱਥੇ ਭਟਕਦਾ ਹੈ। ਫਿਰ ਇਸੇ ਕਰਕੇ ਦੁਖੀ ਹੈ। ਠੀਕ ਹੈ, ਆਪਾਂ ਫਿਰ ਕਥਾ ਤੇ ਵਾਪਸ ਆ ਜਾਈਏ। ਹਾਂਜੀ ਨਿੱਜ ਸਾਹਿਬ ਬੋਲੋ। ਦੁੱਖ ਦਾਰੂ ਸੁੱਖ ਰੋਗ ਭਇਆ। ਕਹਿੰਦੇ ਇਹਦੇ ਦੁੱਖ ਸੁੱਖ ਦੁਨਿਆਵੀ ਦੁੱਖ ਸੁੱਖ ਹੈਗੇ ਆ, ਇਹ ਜਿਹੜੇ ਹੈਗੇ ਆ, ਇਹ ਇਨਸਾਨ ਨੂੰ ਜਿਹੜਾ ਹੈਗਾ ਦੁੱਖ ਜਿਹੜਾ ਹੈਗਾ ਦਵਾਈ ਦਾ ਕੰਮ ਕਰਦਾ ਹੈ। ਭਾਈ ਮਾਲਕ ਪਰਮਾਤਮਾ ਦੇ ਵੱਲ ਨੂੰ ਜਿਹੜਾ ਹੈਗਾ ਇਹ ਦੁੱਖ ਲੈ ਕੇ ਜਾਂਦਾ ਹੈ। ਜੇ ਦੁੱਖ ਨਾ ਹੋਣ ਨਾ ਤੇ ਇਨਸਾਨ ਕੋਈ ਵੀ ਇਸ ਪਾਸੇ ਨਹੀਂ ਆਏਗਾ। ਸੁੱਖ ਰੋਗ ਪਿਆ, ਸੁੱਖ ਜਿਹੜਾ ਹੈਗਾ, ਸੁੱਖ ਦੇ ਵਿੱਚ ਮਾਲਕ ਆਜ਼ਾਦ ਹੀ ਨਹੀਂ ਹੁੰਦਾ ਕਿਸੇ ਨੂੰ। ਜਾਂ ਸੁੱਖ ਤਾਂ ਮੈਂ ਨਾ ਹੋਈ, ਔਰ ਜੇ ਉਹ ਮਾਲਕ ਅਸਲੀ ਸੁੱਖ ਆ ਜਾਏ ਤੇ ਫਿਰ ਜਿਹੜਾ ਹੈਗਾ ਫਿਰ ਇਹ ਜਿਹੜਾ ਹੈਗਾ ਇਨਸਾਨ ਦੇ ਅੰਦਰ ਤਪਸ਼ ਇਹ ਹੋਏਗੀ ਨਹੀਂ ਪਾਏ, ਇਹ ਹਨੇਰਾ ਹੋਏਗਾ ਹੀ ਨਹੀਂ। ਹਾਂਜੀ ਗੁਰਕੀ ਸਾਹਿਬ। ਹਾਂਜੀ, ਦੁੱਖ ਦੇ ਵਿੱਚ ਥੋੜਾ ਸਾਨੂੰ ਪਤਾ ਲੱਗਦਾ ਹੈ ਸੱਚਾਈ ਕੀ ਹੈ, ਪਰ ਮੈਂ ਕੀ ਕਰਦਾ ਫਿਰਦਾ। ਸੁੱਖ 'ਚ ਸਾਨੂੰ ਸਭ ਕੁਝ ਭੁੱਲ ਜਾਂਦਾ ਹੈ, ਤੁਹਾਨੂੰ ਨਹੀਂ ਪਤਾ ਲੱਗ। ਹੁਣ ਗੱਡੀ ਚੱਲਦੀ ਹੈ ਨਾ, ਕਿਹਨੂੰ ਕੀ ਪਤਾ ਗੱਡੀ ਦੇ ਅੰਦਰ ਕਿਹੜਾ ਪੁਰਜਾ ਹੈ। ਪਤਾ ਉਦੋਂ ਲੱਗਣਾ ਜਿੱਦਣ ਗੱਡੀ ਖਰਾਬ ਹੋ ਗਈ। ਨਿਜੇ ਸਾਹਿਬ ਬਿਲਕੁਲ। ਉਹਦਾ ਕਿੱਥੇ ਪਤਾ ਲੱਗਦਾ ਗੱਡੀ 'ਚ ਕੀ ਨੁਕਸ ਪੈ ਗਿਆ ਜਾਂ ਗੱਡੀ 'ਚ ਕਿਹੜੀ ਮਸ਼ੀਨ ਹੈ। ਜਿੱਦਣ ਨੁਕਸ ਪੈਂਦਾ ਉਦੋਂ ਸਾਨੂੰ ਅਸਲੀ ਗਿਆਨ ਹੁੰਦਾ ਹੈ। ਇਹ ਦੁੱਖ ਦੇ ਆਉਣ ਤੋਂ ਬਾਅਦ ਹੀ ਸਾਨੂੰ ਜੀਵਨ ਦਾ ਪਤਾ ਲੱਗਦਾ ਹੈ। ਸਾਨੂੰ ਪਤਾ ਲੱਗਦਾ ਹੈ ਕਿ ਤੂੰ ਤੇ ਬੇਹੋਸ਼ੀ ਦੇ ਵਿੱਚ ਜੀਵਨ ਬਤੀਤ ਕਰ ਰਿਹਾ ਸਾਂ। ਇਹ ਚੀਜ਼ਾਂ ਜਿਹੜੀਆਂ ਜਦੋਂ ਤੇਰੇ ਜੀਵਨ 'ਚ ਆਈਆਂ ਤੇ ਤੇਰਾ ਸਾਰਾ ਸੁੱਖ ਪਤਾ ਨਹੀਂ ਕਿੱਧਰ ਚਲ ਗਿਆ। ਕਿਉਂਕਿ ਦੁੱਖ ਆ ਗਿਆ, ਮਨ ਫਿਰ ਉਹ ਕਹਿੰਦਾ ਨਹੀਂ, ਮਨ ਕਹਿੰਦਾ ਰੋਟੀ ਖਾ ਲਾ, ਆਪਾਂ ਕਿਤੇ ਸੌਂ ਜਾ। ਮਨ ਕਹਿੰਦਾ ਮੇਰਾ ਮਨ ਨਹੀਂ, ਬੁਖਾਰ ਚੜਿਆ, ਮੇਰਾ ਮਨ ਨਹੀਂ ਹੈ। ਕਹਿੰਦਾ ਤੂੰ 2 ਦਿਨ ਹੋ ਗਏ ਰੋਟੀ ਨਹੀਂ ਖਾਧੀ, ਖਾ ਲਾ। ਨਹੀਂ ਜੀ ਮੇਰਾ ਮਨ ਨਹੀਂ। ਸਾਰੇ ਫਿਰ ਦੋਸਤ ਕਹਿੰਦੇ ਆ ਜਾ ਘੁੰਮਣ ਚੱਲੀਏ ਬਾਹਰ। ਉਹ ਕਹਿੰਦਾ ਨਹੀਂ ਮੇਰਾ ਮਨ ਨਹੀਂ, ਮੈਂ ਨਹੀਂ ਜਾਣਾ। ਕਿਉਂਕਿ ਸਰੀਰ ਦੇ ਵਿੱਚ ਦੁੱਖ ਆ ਗਿਆ। ਮਨ ਫਿਰ ਕੀ ਕਰਦਾ ਹੈ, ਮਨ ਇੱਕਦਮ ਡਾਊਨ ਹੋ ਜਾਂਦਾ ਹੈ, ਇੱਕਦਮ ਹਵਾ ਬਾਹਰ ਨਿਕਲ ਜਾਂਦੀ, ਟੈਂਟੇ ਫਿਸ਼ ਹੋ ਜਾਂਦੀ। ਜਿੱਦਾਂ ਮੱਛੀ ਨੂੰ ਬਾਹਰ ਕੱਢ ਕੇ ਰੱਖ ਦੇਈਦਾ ਨਾ ਪਾਣੀ ਚੋਂ, ਇਸੇ ਤਰ੍ਹਾਂ ਦੀ ਅਵਸਥਾ ਬਣ ਜਾਂਦੀ ਹੈ। ਜਿਹੜਾ ਬੰਦਾ ਬਿਮਾਰ ਹੋ ਜਾਂਦਾ ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਮੇਰਾ ਸਰੀਰ ਹੈ, ਇਹਦੇ ਵਿੱਚ ਕਸ਼ਟ ਆ ਗਿਆ। ਹੁਣ ਫਿਰ ਉਦੋਂ ਨੂੰ ਗਿਆਨ ਹੁੰਦਾ ਹੈ ਕਿ ਨਹੀਂ ਯਾਰ, ਇਹ ਤੇ ਚੀਜ਼ਾਂ ਬੜੀਆਂ ਕੀਮਤੀ ਨੇ, ਤੇ ਮਸ਼ੀਨ ਬੜੀ ਮਹਿੰਗੀ ਹੈ, ਹੁਣ ਡੈਮੇਜ ਹੋ ਰਹੀ ਹੈ। ਠੀਕ ਹੈ ਜੀ। ਤੇ ਇਹ ਫਿਰ ਉਹਨੂੰ ਰੱਬ ਦਾ ਵੀ ਯਾਦ ਆਉਂਦੀ ਹੈ। ਫਿਰ ਉਹ ਅਰਦਾਸਾਂ ਕਰਦਾ ਹੈ, ਕਿਉਂਕਿ ਕੁਝ ਚੀਜ਼ਾਂ ਜਿਹੜੀਆਂ ਡਾਕਟਰ ਵੀ ਸਹੀ ਕਰ ਸਕਦੇ ਆ, ਪਰ ਕਈ ਚੀਜ਼ਾਂ ਜਿਹੜੀਆਂ ਡਾਕਟਰ ਨਹੀਂ ਸਹੀ ਕਰ ਸਕਦੇ। ਉਹ ਫਿਰ ਉਹਦੇ ਮਨ 'ਚ ਆਉਂਦਾ ਹੈ ਕਿ ਪ੍ਰਮਾਤਮਾ ਤੂੰ ਹੀ ਮਿਹਰ ਕਰ। ਬੜੀ ਕੋਸ਼ਿਸ਼ ਕੀਤੀ, ਗੱਲ ਬਣੀ ਨਹੀਂ। ਠੀਕ ਹੈ ਨਿਜਰ ਸਾਹਿਬ, ਅੱਗੇ ਚੱਲੀਏ। ਅੱਗੇ ਹੀ ਕਹਿ ਰਹੇ, ਕਹਿੰਦੇ ਤੂੰ ਕਰਤਾ ਕਰਨਾ ਮੈਂ ਨਹੀਂ, ਜਾਹੋ ਕਰੀ ਨਾ ਹੋਈ। ਜੇ ਤੂੰ ਉਹ ਅਸਲੀ ਸੁੱਖ ਜਿਹੜਾ ਹੈਗਾ ਉਹ ਤਾਂ ਤੇਰੇ ਕੋਲ ਆ ਮਾਲਕਾ, ਤੂੰ ਦੇਣਾ ਆ। ਮੇਰਾ ਹਨੇਰਾ ਤਾਂ ਹੀ ਜਾਊਗਾ ਤੇ
ਮੈਂ ਕਰਦਾ ਹਾਂ ਤੇ ਮੈਂ ਤਾਂ ਉਸ ਸੁੱਖ ਨੂੰ ਪ੍ਰਾਪਤ ਕਰ ਨਹੀਂ ਸਕਦਾ ਭਾਈ। ਤੂੰ ਕਰਤਾ ਕਰਨਾ ਮੈਂ ਨਹੀਂ ਕਰਨ ਵਾਲਾ ਭਾਈ। ਜਾਂ ਹੋ ਕਰੀ ਨਾ ਹੋਈ, ਮੇਰੀ ਕੋਸ਼ਿਸ਼ ਦੇ ਨਾਲ ਤਾਂ ਨਹੀਂ ਮੈਨੂੰ ਪ੍ਰਾਪਤ ਹੁੰਦਾ। ਹਾਂਜੀ ਵੀਰ ਜੀ। ਹਾਂਜੀ, ਉਹ ਕਹਿੰਦੇ ਕਰਤਾ ਤੂੰ ਆ ਤੇ ਮੇਰੀ ਕੋਸ਼ਿਸ਼ ਦੇ ਨਾਲ ਪ੍ਰਾਪਤ ਨਹੀਂ ਹੋਵੇਗਾ ਨਾ। ਪਰ ਇੱਕ ਗੱਲ ਤੁਸੀਂ ਕਰ ਸਕਦੇ ਜੋ, ਉਹਦੇ ਦਰ ਤੇ ਜਾ ਕੇ ਬਹਿ ਸਕਦੇ ਜੋ। ਹੁਣ ਮਾਲਕ ਨੇ ਦੇਣਾ ਕਿ ਨਹੀਂ ਦੇਣਾ ਇਹ ਮੰਗਤਾ ਡਿਸਾਈਡ ਨਹੀਂ ਕਰਦਾ। ਪਰ ਮੰਗਤਾ ਇੱਕ ਕੰਮ ਕਰਦਾ, ਨਿੱਜੇ ਸਾਹਿਬ ਦਰਵਾਜ਼ੇ ਤੇ ਆ ਕੇ ਬਹਿ ਜਾਂਦਾ ਜੋ, ਉਹਨੂੰ ਪਤਾ ਮਿਲ ਜਾਣਾ। ਬਸ ਆਹੀ ਗੱਲ ਹੈ। ਠੀਕ ਹੈ, ਅੱਗੇ ਚਲੋ ਪਲੀਜ਼। ਬਲਿਹਾਰੀ ਕੁਦਰਤ ਵਸਿਆ, ਕਹਿੰਦੇ ਤੂੰ ਤਾਂ ਪੂਰੀ ਕੁਦਰਤ ਦੇ ਵਿੱਚ, ਪੂਰੀ ਹਰ ਇੱਕ ਜਰਰੇ ਦੇ ਵਿੱਚ ਵਸ ਰਿਹਾ ਹੈ ਮਾਲਕਾ। ਤੇਰੇ ਤੋਂ ਬਲਿਹਾਰ ਹਾਂ ਮੈਂ। ਤੇਰਾ ਅੰਤ ਨਾ ਜਾਏ ਲਖਿਆ, ਤੇਰਾ ਅੰਤ ਤਾਂ ਕੋਈ ਪਾ ਨਹੀਂ ਸਕਦਾ। ਰਹਾਓ। ਹਾਂਜੀ ਵੀਰ ਜੀ। ਬਿਲਕੁਲ ਜੀ, ਬੜੀ ਵੱਡੀ ਗੇਮ। ਮੈਂ ਤਾਂ ਕਈ ਵਾਰੀ ਸੋਚਦਾ ਕਿ ਪ੍ਰਮਾਤਮਾ, ਬਾਣੀ ਵੀ ਕਹਿੰਦੀ ਆ, ਸੋ ਦਰ ਕਿਹਾ ਸੋ ਕਰ ਕਿਹਾ ਜਿਸ ਬੇ ਸਰਬ ਸੰਭਾਲੇ। ਮੇਰੇ ਮਨ 'ਚ ਵੀ ਸਵਾਲ ਆਉਂਦੇ ਆ ਕਿ ਮੇਰੇ ਪਿਤਾ ਧੰਨ ਤੂੰ, ਐਡਾ ਵੱਡਾ ਜੱਬ ਪਤਾ ਨਹੀਂ ਕਿੱਥੇ ਕੀ ਕੋਈ ਬਣਾ ਛੱਡਿਆ। ਇੱਕ ਧਰਤੀ ਨਹੀਂ, ਪਤਾ ਨਹੀਂ ਕਿੰਨੀਆਂ ਕੁ ਧਰਤੀਆਂ, ਤੇ ਸਾਡੇ ਦੇ ਇੱਥੇ ਘਰ ਦੀਆਂ 2 ਵਕਤ ਦੀਆਂ ਰੋਟੀਆਂ ਨੇ ਭਾਰੀ ਬਣਾਈ, 2 ਬੰਦੇ ਸਾਂਭਣੇ ਔਖੇ। ਤੇ ਧੰਨ ਤੂੰ ਇੱਥੇ ਕਿੱਦਾਂ, ਪਤਾ ਨਹੀਂ ਕਿੱਦਾਂ, ਕਿਹੜਾ ਤੇਰੇ ਕੋਲ ਸੌਫਟਵੇਅਰ ਹੈਗਾ ਜਿਹਦੇ ਚ ਸੈਟਿੰਗ ਕਰਕੇ ਬੈਠਾ। ਬਹੁਤ ਹਾਈਲੀ ਬ੍ਰਿਲੀਅੰਟ ਐਜੂਕੇਟਡ, ਇੰਨੀ ਇੰਟੈਲੀਜੈਂਟ ਸ਼ਕਤੀ ਉਹਦੇ ਬਾਰੇ ਕਹਿਣਾ ਮੈਂ ਵੀ ਨਹੀਂ ਕਹਿ ਸਕਦਾ ਕਿ ਕਿੱਦਾਂ ਇੰਟੈਲੀਜੈਂਟ, ਵੈਰੀ ਇੰਟੈਲੀਜੈਂਟ। ਅੱਗੇ ਚਲੋ ਨੀਚੇ। ਤੂੰ ਕਰਤਾ ਕਰਨ ਕੀ ਸਾਹਿਬ, ਕੋਈ ਫੋਨ ਬਾਰ ਕਰੀ ਜਾ ਰਿਹਾ, ਮੈਂ ਕੱਟ ਰਿਹਾ ਤੇ ਤੂੰ ਕਰਤਾ ਕਰਨਾ ਨਹੀਂ ਕੋਈ ਨਹੀਂ। ਤੂੰ ਕਰ ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਰਹਾਓ। ਜਾਤ ਮਹਿ ਜੋਤ ਮਹਿ ਜਾਤਾਂ, ਅਕਲ ਕਲਾ ਭਰਪੂਰ ਰਿਹਾ। ਕਹਿੰਦੇ ਜਾਤ ਦੇ ਵਿੱਚ ਜੋਤ ਹੈਗੀ ਆ। ਜਿੰਨੀਆਂ ਵੀ ਜਾਤਾਂ ਹੈਗੀਆਂ ਉਹਦੇ ਵਿੱਚ ਤੇਰੀ ਜੋਤ ਆ, ਔਰ ਜੋਤ ਦੇ ਵਿੱਚ ਤੇਰੀਆਂ ਸਾਰੀਆਂ ਜਾਤਾਂ ਹੈਗੀਆਂ, ਔਰ ਤੂੰ ਸਾਰੀਆਂ ਕਲਾਵਾਂ ਦਾ ਮਾਲਕ ਹੈਗਾ, ਔਰ ਭਰਪੂਰ ਰਹੇਗਾ, ਆਪਣੀ ਸ੍ਰਿਸ਼ਟੀ ਦੇ ਵਿੱਚ ਭਰਪੂਰ ਹੈਗਾ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਹਨੇ ਕੀਤੀ ਸੋ ਪਾਰ ਪਿਆ। ਔਰ ਤੂੰ ਹਮੇਸ਼ਾ ਰਹਿਣ ਵਾਲਾ ਆ, ਔਰ ਮਾਲਕ ਹੈਗਾ ਆ। ਔਰ ਜਿਹੜਾ ਵੀ ਸਿਫਤ ਤੇਰੀ ਕਰਦਾ ਆ, ਜਿਹੜਾ ਵੀ ਤੇਰੀ ਸਿਫਤ ਕਰਦਾ ਆ, ਜਿਹਨੇ ਵੀ ਤੇਰੀ ਸਿਫਤ ਕੀਤੀ, ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ ਭਾਈ। ਤੇਰੀ ਸਿਫਤ ਕਰਨੀ ਬਣਦੀ ਹੈ, ਸੋਹਣੀ ਹੈਗੀ ਤੇਰੀ ਸਿਫਤ। ਹਾਂਜੀ ਵੀਰ ਜੀ। ਬਿਲਕੁਲ ਠੀਕ ਹੈ ਜੀ। ਦੇਖੋ, ਜੋ ਵੀ ਜੀਵ ਜੰਤੂ ਹੈਗੇ ਨਾ, ਤੇ ਜੋਤ ਤੇ ਉਹਦੀ ਹੈ, ਮਗਰ ਕਿਉਂਕਿ ਉਹਦੇ ਕਰਕੇ ਤੇ ਬਲਬ ਜਗਣ ਦੇ। ਬਲਬ ਦੇ ਪੱਲੇ ਥੋੜੀ ਕੁਛ ਹੈਗਾ। ਬਲਬ ਕਿਉਂ ਜਗ ਰਿਹਾ ਹੈ? ਕਿਉਂਕਿ ਉਹਦਾ ਸੰਪਰਕ ਬਿਜਲੀ ਨਾਲ ਹੈਗਾ। ਤੇ ਬਲਬ ਭਾਵੇਂ ਜਿੱਥੇ ਮਰਜ਼ੀ ਜਗ ਰਿਹਾ, ਸਾਰੀ ਜੋਤ ਜਿਹੜੀ ਉਹ ਬ੍ਰਹਮ ਹੈ। ਬ੍ਰਹਮ ਦੇ ਕਰਕੇ ਤੇ ਹਰ ਚੀਜ਼ ਪ੍ਰਕਾਸ਼ਮਾਨ ਹੋ ਰਹੀ ਹੈ। ਅਰਾ ਮੈਂ ਕਥਾ ਕਰਦਾ ਪਿਆ ਨਾ, ਇਹ ਵੀ ਉਹਦੇ ਰਾਹੀਂ ਹੋ ਰਹੀ ਆ। ਜਿਹੜਾ ਤੁਸੀਂ ਸੁਣਦੇ ਪਏ ਜੋ ਕਥਾ, ਇਹ ਵੀ ਉਹਦੇ ਰਾਹੀਂ ਹੋ ਰਹੀ ਹੈ। ਨਿੱਜਰ ਸਾਹਿਬ ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਉਹਦੇ ਥਰੂ ਹੀ ਸਭ ਕੁਝ ਹੋ ਰਿਹਾ ਹੈ, ਕਿਉਂਕਿ ਹੈ ਹੀ ਉਹ ਆ। ਇਹ ਜਿਹੜਾ ਸੰਸਾਰ ਹੈ, ਬਾਣੀ ਚ ਵੇਖੋ ਕਹਿੰਦੇ ਆ, ਇਹ ਜਿਹੜਾ ਚਾਹੇ 2 ਹੈਗੇ ਨਾ, ਇੱਕ ਬ੍ਰਹਮ ਤੇ ਇੱਕ ਪਾਰ ਬ੍ਰਹਮ। ਜਿਹੜਾ ਬ੍ਰਹਮ ਆ ਉਹ ਦਿਖਾਈ ਦਿੰਦਾ ਹੈ, ਪਾਰ ਬ੍ਰਹਮ ਜਿਹੜਾ ਅਦ੍ਰਿਸ਼ ਆ। ਕਹਿ ਲੋ, ਆਪਾਂ ਕਹਿ ਲੋ ਦਾ ਮਤਲਬ ਨਿਰੰਕਾਰ ਤੇ ਆਕਾਰ ਕਹਿ ਲੋ, ਸਾਕਾਰ। ਨਿਰੰਕਾਰ ਤੇ ਜੋ ਦਿਸ ਰਿਹਾ ਹੈ ਆਕਾਰ। ਹਾਂ, ਇਹਦੇ ਮਗਰ ਵੀ ਜਿਹੜਾ ਆਕਾਰ ਹੈ ਨਾ, ਆਕਾਰ ਦੇ ਪਿੱਛੇ ਵੀ ਇੱਕ ਅਦ੍ਰਿਸ਼ ਸ਼ਕਤੀ ਕੰਮ ਕਰਦੀ ਆ। ਉਸ ਸ਼ਕਤੀ ਦੇ ਪਿੱਛੇ ਉਹ ਬ੍ਰਹਮ ਆ। ਬਿਲਕੁਲ ਸਹੀ। ਬਹੁਤ ਦੂਰ ਬੈਠਾ, ਇਹ ਨਾ ਸੋਚਿਓ, ਕਿਉਂਕਿ ਇਹ ਜਿਹੜੀ ਤੁਹਾਡਾ ਚੱਲ ਰਿਹਾ ਨਾ ਸਾਰਾ, ਇਹ ਤੇ ਅਦ੍ਰਿਸ਼ ਸ਼ਕਤੀ ਕੰਟਰੋਲ ਕਰ ਰਹੀ ਹੈ। ਬ੍ਰਹਮਾ ਜਿਹੜੀ ਹੈਗੀ, ਬ੍ਰਹਮਾ ਸ਼ਕਤੀ। ਬਿਲਕੁਲ ਸਹੀ ਗੱਲ ਹੈ ਗੋਰਖੀ ਸਾਹਿਬ, ਬਹੁਤ ਵਧੀਆ ਗੱਲ। ਉਹ ਬ੍ਰਹਮੇ ਦੇ ਪਿੱਛੇ ਵੀ ਹੈਗਾ, ਉਹ ਅੱਗੇ ਬੈਠਾ। ਹੋਰ ਬ੍ਰਹਮਾ ਕੀ ਵਿਸ਼ਨੂੰ ਮਹੇਸ਼, ਜਿਹਦੇ ਪਿੱਛੇ ਪਤਾ ਨਹੀਂ ਕਿੱਥੇ ਦੂਰ ਜਾ ਕੇ ਬੈਠਾ, ਬਹੁਤ ਅੱਗੇ ਜਾ ਕੇ। ਉਹ ਕਹਿੰਦੇ ਬਹੁਤ ਅਗਲੀ ਗੱਲ ਹੈ। ਉਹਨੂੰ ਤੁਸੀਂ ਮਿਲਣਾ ਹੋਵੇ ਤੇ ਤੁਹਾਨੂੰ ਕੇਵਲ ਨਿਰਵਿਚਾਰ ਸਮਾਧੀ ਚ ਹੀ ਇੱਕ ਤਰੀਕਾ ਹੈਗਾ, ਹੋਰ ਤੁਹਾਡੇ ਕੋਲ ਕੋਈ ਤਰੀਕਾ ਨਹੀਂ। ਤੇ ਉੱਥੇ ਫਿਰ ਉਹ ਇਕੱਲਾ, ਉੱਥੇ ਸੂਰਜ ਚੰਦ ਨਾ ਧਰਤੀ ਕੁਛ ਨਹੀਂ ਹੈਗਾ। ਉੱਥੇ ਕੌਣ ਆ? ਉਹ ਬ੍ਰਹਮ ਬੈਠਾ। ਬਿਲਕੁਲ ਪਾਵਰਫੁਲ, ਬਹੁਤ ਪਾਵਰਫੁਲ ਹੈ।
ਠੀਕ ਹੈ ਜੀ। ਹੁਣ ਆਹ ਦੇਖੋ ਅਗਲੇ ਤੋਂ ਬੋਲਣ ਨਿੱਜਰ ਸਾਹਿਬ। ਅਗਲੀ ਤੋਂ ਕੀ ਕਹਿ ਰਹੀ ਹੈ, ਕਹਿੰਦੀ ਕਿ ਬਈ ਜੇ ਬ੍ਰਹਮ ਨੂੰ ਮਿਲਣਾ ਹੈ ਨਾ, ਮਾਲਕ ਪਰਮਾਤਮਾ ਨੂੰ ਮਿਲਣਾ ਹੈਗਾ ਤੇ ਉਹਦੀ ਸਿਫਤ ਕਰਨੀ ਪਊਗੀ। ਭਾਈ ਕਹੋ ਨਾਨਕ ਕਰਤੇ ਕੀਆਂ ਬਾਤਾਂ। ਉਹਦੀ ਗੱਲ ਕਰ, ਤੂੰ ਮਾਇਆ ਦੀ ਕੀ ਗੱਲ ਕਰ ਰਿਹਾ ਯਾਰ, ਕੀ ਗੱਲ ਕਰ ਰਿਹਾ ਦੁਨੀਆ ਦੀ, ਪਦਾਰਥਾਂ ਦੀ, ਆਕਾਰ ਦੀ, ਸਾਰੇ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਿਹਾ, ਜੋ ਕੁਛ ਕਰਨਾ ਹੈ ਉਹਨੇ ਕਰੀ ਜਾ ਰਿਹਾ। ਤੂੰ ਤਾਂ ਐਵੇਂ ਖਾਮ ਕਾ ਵਿੱਚ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਅੜ ਰਿਹਾ ਹੈ ਵਿੱਚ ਫਾਲਤੂ। ਹਾਂਜੀ ਵੀਰ ਜੀ। ਇਹਦੇ ਨਿੱਜਰ ਸਾਹਿਬ ਇਹ ਤੇ ਮੈਨੂੰ ਕਹਿਤੀ ਬਾਣੀ ਚ ਕਥਾ ਅੱਜ ਦੀ, ਮੈਂ ਵੀ ਕੋਈ ਚੱਕਰਾਂ 'ਚ ਫਿਰਦਾ ਹਾਂ। ਜੋ ਉਹਨੇ ਕਰਨਾ ਉਹੀ ਹੋਣਾ ਵਾ। ਹਾਂ, ਮੇਰੀ ਵੀ ਮਰਜ਼ੀ ਨਹੀਂ ਚੱਲਣ ਦੀ ਉੱਥੇ। ਕਿਉਂ ਨਹੀਂ ਚੱਲਣ ਦੀ? ਕਿਉਂਕਿ ਉਹਨੂੰ ਪਤਾ ਨਹੀਂ ਕੀ ਮਨਜ਼ੂਰ ਹੈ। ਬਿਲਕੁਲ ਸਹੀ ਹੈ ਗੋਰਖੀ ਸਾਹਿਬ, ਬਿਲਕੁਲ ਸਹੀ ਹੈ। ਉੱਥੇ ਮੈਂ ਜਿੱਦ ਕਰਨੀ ਆ ਤੇ ਉਹ ਕਹਿੰਦੇ ਬੇਵਕੂਫ ਹੈ ਤੂੰ। ਬਾਣੀ ਤੇ ਉਹ ਕਹਿੰਦੀ ਹੈ। ਅੱਜ ਮੈਨੂੰ ਸਮਝਾਇਆ ਤੂੰ ਕੋਸ਼ਿਸ਼ ਕਰ ਸਕਦਾ ਹੈ, ਪਰ ਹੋਣਾ ਕਿ ਨਹੀਂ ਹੋਣਾ ਉਹ ਤੇਰੇ ਹੱਥ 'ਚ ਨਹੀਂ ਹੈ। ਚਰਨਜੀਤ ਤੂੰ ਕਿਉਂ ਪਰੇਸ਼ਾਨ ਹੋ ਰਿਹਾ? ਕਿਉਂਕਿ ਹੁਣ ਉਹ ਜਿਹੜੀ ਚੀਜ਼ ਕੀਤਾ ਪਰਮਾਤਮਾ ਨੇ ਤੇ ਕੀ ਕਰਨਾ ਔਰ ਉਹਦੇ 'ਚ ਹੀ ਭਲਾ ਹੋਵੇ। ਜੋ ਤੂੰ ਸੋਚਿਆ ਉਹ ਏਡਾ ਵਧੀਆ ਨਾ ਹੋਵੇ। ਇਹੋ ਜੀਵਨ ਹੈ। ਠੀਕ ਹੈ ਜੀ, ਜੋ ਕਰ ਰਿਹਾ ਬਿਲਕੁਲ ਠੀਕ ਕਰ ਰਿਹਾ ਜੀ। ਅੱਗੇ ਚਲੋ ਨਿੱਜਰ ਸਾਹਿਬ। ਮਹਲਾ ਦੂਜਾ, ਦੂਸਰੀ ਪਾਤਸ਼ਾਹੀ। ਹੁਣ ਦੇਖੋ ਇਹਨੂੰ ਦੂਸਰੀ ਪਾਤਸ਼ਾਹੀ ਦਾ ਸ਼ਲੋਕ ਲਗਾਇਆ। ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ। ਹੁਣ ਜਿਹੜੇ ਹੈਗੇ ਇਹਨਾਂ ਨੇ ਜਿਹੜੇ ਹੈਗੇ ਕੈਟੇਗਰੀ ਬਣਾਈਆਂ ਹੋਈਆਂ ਹੈ ਬਈ ਜੋਗੀ ਹੋਗੇ ਤੇ ਉਹਨਾਂ ਨੂੰ ਗਿਆਨ ਲੈਣਾ ਚਾਹੀਦਾ। ਜੋਗੀਆਂ ਦਾ ਕੰਮ ਹੈਗਾ ਗਿਆਨ ਲੈਣਾ। ਸ਼ਬਦੰ ਦਾ ਮਤਲਬ ਹੈ ਵੀ ਉਹਨਾਂ ਦਾ ਜੋਗੀ ਹੈਗੇ ਜਿਹਨੇ ਯੋਗ ਕਰਨਾ ਹੈ ਤੇ ਉਹਨੂੰ ਜਿਹੜਾ ਹੈਗਾ ਗਿਆਨ ਚਾਹੀਦਾ ਹੈ ਭਾਈ। ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈਗਾ ਤੇ ਉਹਦੇ ਕੋਲ ਜਿਹੜਾ ਹੈਗਾ ਵੇਦ ਚਾਹੀਦੇ ਆ ਭਾਈ। ਉਹਨੂੰ ਵੇਦ ਦਾ ਗਿਆਨ ਬ੍ਰਾਹਮਣਾਂ ਨੂੰ ਚਾਹੀਦਾ ਹੈ, ਜੋਗੀਆਂ ਨੂੰ ਯੋਗ ਦਾ ਗਿਆਨ ਚਾਹੀਦਾ ਹੈ। ਖੱਤਰੀ ਸ਼ਬਦੰ ਸੂਰ ਸ਼ਬਦੰ ਖੱਤਰੀ ਛਤਰੀ ਜਿਹੜਾ ਹੈਗਾ ਤੇ ਉਹਦੇ ਕੋਲ ਸੂਰਮਤਾ ਹੀ ਹੋਣੀ ਚਾਹੀਦੀ ਹੈ, ਬਹਾਦਰੀ ਹੋਣੀ ਚਾਹੀਦੀ ਹੈ। ਸ਼ੂਦਰ ਸ਼ਬਦੰ ਪ੍ਰਾਕਿਰਤਾ, ਜਿਹੜੇ ਸ਼ੂਦਰ ਲੋਕੀ ਹੈਗੇ ਆ ਸ਼ਡਿਊਲ ਕਾਸਟ, ਕਹਿੰਦੇ ਉਹਨਾਂ ਨੂੰ ਤਾਂ ਦੂਜਿਆਂ ਦੀ ਸੇਵਾ ਕਰਨੀ ਚਾਹੀਦੀ ਹੈ ਭਾਈ। ਤਾਂ ਇਹਨਾਂ ਨੇ ਬ੍ਰਾਹਮਣਾਂ ਨੇ ਜਿਹੜਾ ਇਸ ਤਰ੍ਹਾਂ ਕੈਟੇਗਰਾਈਜ਼ ਕੀਤੀਆਂ ਹੋਈਆਂ। ਮਹਾਰਾਜ ਕਹਿੰਦੇ ਨਹੀਂ ਭਾਈ, ਨਹੀਂ, ਬਿਲਕੁਲ ਨਹੀਂ। ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੇ ਭਿਓ। ਸਾਰੇ ਜਿੰਨੇ ਵੀ ਇਨਸਾਨ ਦੇ ਜਾਮੇ ਦੇ ਆ ਕੀ ਜਿਹੜਾ ਹੈਗਾ ਬ੍ਰਾਹਮਣ ਸ਼ੂਦਰ ਵੈਸ਼ ਸਾਰੇ ਖੱਤਰੀ ਸਾਰੇ ਦੇ ਸਾਰੇ ਉਹਨਾਂ ਦਾ ਕੰਮ ਹੈਗਾ ਪਰਮੇਸ਼ਰ ਦੀ ਭਗਤੀ ਕਰਨਾ। ਸਰਬ ਸ਼ਬਦੰ ਏਕ ਸ਼ਬਦੰ, ਇੱਕ ਮਾਲਕ ਪਰਮਾਤਮਾ ਨੂੰ ਖੋਜਣਾ, ਇੱਕ ਦੇ ਨਾਲ ਜੁੜਨਾ, ਡੁਐਲਿਟੀ ਤੋਂ ਇੱਕ ਦੇ ਵਿੱਚ ਆਉਣਾ। ਸਰਬ ਸ਼ਬਦੰ ਏਕ ਸ਼ਬਦੰ, ਬਸ ਇੱਕ ਦੇ ਨਾਲ ਜੁੜਨਾ, ਧੁਰੇ ਦੇ ਕੋਲ ਆਉਣਾ। ਸਾਰਿਆਂ ਦਾ ਕੰਮ ਹੈਗਾ ਜੇ ਕੋ ਜਾਣੇ ਭਿਓ। ਸਾਰਿਆਂ ਦੇ ਵਾਸਤੇ ਹੁਕਮ ਹੈਗਾ ਜਿੰਨੇ ਵੀ ਇਨਸਾਨ ਦੇ ਜਾਮੇ 'ਚ ਆਏ ਆ। ਜੇ ਕੋਈ ਇਸ ਭੇਤ ਨੂੰ ਜਾਣ ਲਏਗਾ, ਜੇ ਕੋ ਜਾਣੇ ਭਿਓ, ਇਹ ਭੇਤ ਲੈ ਲਏਗਾ ਭਾਈ। ਜਿਹੜਾ ਵੀ ਲੈ ਲਏਗਾ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ। ਨਾਨਕ ਕੱਕੇ ਨੂੰ ਔਂਕੜ ਲਗਾ ਕੇ ਦੂਸਰੀ ਪਾਤਸ਼ਾਹੀ ਕਹਿ ਰਹੀ ਹੈ ਵੀ ਮੈਂ ਜਿਹੜਾ ਹੈਗਾ ਉਹਦਾ ਦਾਸ ਹਾਂ ਭਾਈ, ਮੈਂ ਉਹਦਾ ਨੌਕਰ ਹੈਗਾ ਆ। ਜੋ ਕਹੇਗਾ ਮੈਂ ਕਰੂੰਗਾ। ਔਰ ਉਹ ਜਿਹੜਾ ਹੈਗਾ ਕੌਣ ਹੈਗਾ? ਕਹਿੰਦੇ ਉਹ ਨਿਰੰਜਨ ਦਿਓ ਹੈਗਾ। ਉਹ ਮਾਲਕ ਪਰਮਾਤਮਾ ਦਾ ਰੂਪ ਹੈਗਾ ਭਾਈ। ਉਹਦੇ 'ਚ ਤੇ ਪਰਮਾਤਮਾ 'ਚ ਕੋਈ ਭੇਤ ਨਹੀਂ ਹੈਗਾ। ਜਿਹੜਾ ਇਸ ਗੱਲ ਨੂੰ ਜਾਣ ਗਿਆ ਕਿ ਮਨੁੱਖੀ ਜਾਮੇ ਦੇ ਵਿੱਚ ਇੱਕ ਹੋਣਾ, ਇਹੀ ਜਿਹੜਾ ਹੈਗਾ ਜਿਹੜਾ ਪ੍ਰਯੋਜਨ ਹੈਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਦੇਖੋ ਕਹਿੰਦੇ ਜੋਗ ਸ਼ਬਦਮ ਗਿਆਨ, ਇਹਦਾ ਮਤਲਬ ਕਿ ਨਿੱਜਰ ਸਾਹਿਬ ਸ਼ਬਦ ਬ੍ਰਾਹਮਣ ਖੱਤਰੀ ਛਤਰੀ ਜੋ ਵੀ ਬਣਾਏ ਨੇ ਇਹਨਾਂ ਨੇ, ਹਨਾ ਇਹ ਦੱਸ। ਇਹਨਾਂ ਨੇ ਕੈਟੇਗਰੀਆਂ ਬਣਾਈਆਂ ਵੀ ਜੋਗੀ ਹੈਗੇ ਨਾ ਤੇ ਉਹਨਾਂ ਨੂੰ ਗਿਆਨ ਲੈਣਾ ਚਾਹੀਦਾ ਵੀ ਯੋਗ ਦਾ ਗਿਆਨ, ਯੋਗ ਦੇ ਸਾਰੇ ਯੋਗ ਦੇ ਗਿਆਨ ਆਉਣੇ ਚਾਹੀਦੇ। ਜੋਗੀਆਂ ਨੂੰ ਸਾਰੇ ਆਸਣ ਆਉਣੇ ਚਾਹੀਦੇ ਆ। ਤੇ ਬ੍ਰਾਹਮਣ ਜਿਹੜੇ ਹੈਗੇ ਆ ਉਹਨਾਂ ਨੂੰ ਜਿਹੜਾ ਵੇਦ ਆਉਣੇ ਚਾਹੀਦੇ ਆ ਭਾਈ। ਜੇ ਤਾਂ ਬ੍ਰਾਹਮਣ ਹੈਗੇ ਤੇ ਉਹਨਾਂ ਦਾ ਕੰਮ ਹੈ ਵੀ ਵੇਦਾਂ ਦਾ ਗਿਆਨ ਲੈਣਾ। ਹੋਰ ਕੋਈ ਦੂਸਰਾ ਗਿਆਨ ਨਹੀਂ ਲੈ ਸਕਦਾ ਵੇਦਾਂ ਦਾ। ਤੇ ਖੱਤਰੀ ਸ਼ਬਦੰ ਸੂਰ ਸ਼ਬਦੰ। ਹਾਂਜੀ ਵੀਰ ਜੀ।
ਹਾਂ, ਉਹ ਨਿੱਜਰ ਸਾਹਿਬ, ਉਹ ਤੁਹਾਨੂੰ ਸੰਗਤ ਜੀ ਪਹਿਲਾਂ ਵੀ ਦੱਸਿਆ ਸੀ ਕਿ ਜਾਤ ਤੇ ਨਹੀਂ ਹੈਗੀ। ਗੁਰੂ ਨਾਨਕ ਪਾਤਸ਼ਾਹ ਨੇ ਨਾ ਇਲਹਾਮ ਕੀਤਾ ਸੀ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਪੜੇ ਕੋ ਮੰਦੇ। ਜਦੋਂ ਜੀਵ ਬਣਾਇਆ ਤੇ ਕੱਲਾ ਜੀਵ ਹੀ ਸੀ, ਉਹ ਕੋਈ ਉਹਦੀ ਜਾਤ ਨਹੀਂ ਸੀ। ਜਾਤ ਦਾ ਮਤਲਬ ਉਹ ਸਾਡਾ ਧੰਦਾ ਹੈ। ਜਿਹਦਾ ਮਤਲਬ ਕੋਈ ਤਰਖਾਣ ਸੀ, ਲੱਕੜ ਦਾ ਕੰਮ ਕੀਤਾ ਉਹਨੂੰ ਤਰਖਾਣ ਕਹਿ ਦਿੱਤਾ। ਜੇ ਕੋਈ ਸੋਨੇ ਦਾ ਕੰਮ ਕਰਦਾ ਉਹਨੂੰ ਕਹਿੰਦੇ ਤੂੰ ਸੁਨਿਆਰਾ ਹੈ। ਜੇ ਕਹਿੰਦੇ ਖੇਤੀ ਦਾ ਕੰਮ ਕੀਤਾ ਹੈ ਤੇ ਉਹਨੂੰ ਕਿਸਾਨ ਕਹਿਤਾ। ਹੁਣ ਆਮ ਦੂਸਰੀਆਂ ਜਾਤਾਂ ਦੇ ਕੋਲ ਵੀ ਜ਼ਮੀਨ ਹੈਗੀ ਹੈ, ਇਹਨਾਂ ਨੂੰ ਵੀ ਕਿਸਾਨ ਕਹਿਣਾ ਚਾਹੀਦਾ ਵਾ। ਇਹਨਾਂ ਨੂੰ ਵੀ ਕਹੋ ਕਿ ਕਿਸਾਨ ਹੈਗਾ ਤੂੰ, ਪਰ ਨਹੀਂ। ਇਹਨਾਂ ਲੋਕਾਂ ਨੇ ਕੀ ਕੀਤਾ ਕਿ ਲੋਕਾਂ ਦੇ ਮਨ ਦੇ ਅੰਦਰ ਬਹੁਤ ਡੀਪ ਤੌਰ ਤੇ ਇੱਕ ਲੀਕਾਂ ਖਿੱਚ ਦਿੱਤੀਆਂ, ਜਿਹਨੂੰ ਮੈਂ ਤੁਹਾਨੂੰ ਦੱਸਿਆ ਨਾ ਸੀ ਕਿ ਸੈਂਟਰ ਦੇ ਵਿੱਚ ਤਾਂ ਕੁਝ ਵੀ ਨਹੀਂ ਹੈਗਾ। ਉਹ ਬੱਚੇ ਨੂੰ ਕੁਝ ਨਹੀਂ ਪਤਾ ਕੌਣ ਕੀ ਹੈ। ਤੇ ਜਿਹੜੇ ਸਾਡੇ ਹਾਲਾਤ ਹੁੰਦੇ ਨੇ ਉਹ ਸਾਨੂੰ ਕੀ ਕਰਦੇ ਆ, ਉਹ ਪ੍ਰੋਗਰਾਮਿੰਗ ਕਰਦੇ ਆ। ਜਿਹੜੇ ਇੱਕ ਤੇ ਮੁਸਲਮਾਨ ਇਹ ਹੈਗੇ ਨਾ ਜਿਹੜੇ ਆਪਣੇ ਇੱਥੇ ਇੰਡੀਆ 'ਚ ਰਹਿੰਦੇ ਨੇ, ਇੱਕ ਮੁਸਲਮਾਨ ਜਿਹੜੇ ਪਾਕਿਸਤਾਨ 'ਚ ਬਣ ਗਏ ਸੀ ਨਾ, ਜਿੱਦਾਂ ਮਤਲਬ ਜਿਹੜੇ ਆਪਣੇ ਕਈ ਦੂਜੀਆਂ ਕਾਸਟਾਂ ਨਹੀਂ ਆਈਆਂ, ਉਹਨਾਂ ਨੇ ਕੀ ਕੀਤਾ ਕਿ ਧਰਮ ਪਰਿਵਰਤਨ ਕਰ ਲਿਆ, ਮੁਸਲਮਾਨ ਬਣ ਗਏ। ਬਿਲਕੁਲ। ਉਹ ਮੁਸਲਮਾਨ ਬਣਦੇ ਗਏ। ਇੱਕ ਮੈਨੂੰ ਮੁਸਲਮਾਨ ਮਿਲਿਆ ਉੱਥੇ ਮਿਲਿਆ ਨਾਈਜੀਰੀਆ ਦੇ ਵਿੱਚ। ਉਹ ਕਹਿੰਦਾ ਚਰਨਜੀਤ, ਉਹ ਕੀ ਕਰਦੇ ਆ ਕਿ ਆਪਣੀਆਂ ਗਾਂ ਨਸਲਾਂ ਨੂੰ ਦੱਸ ਦਿੰਦੇ ਨਿੱਜਰ ਸਾਹਿਬ ਕਿ ਇਹ ਅਸਲੀ ਮੁਸਲਮਾਨ ਨਹੀਂ ਹੈਗੇ, ਇਹ ਬਣ ਗਏ। ਆਪ ਜਸਟ ਦੇਖੋ ਕਿ ਦੁਨੀਆ ਇੱਥੋਂ ਤੱਕ ਬੈਠੀ ਆ। ਉਹ ਜਾਂਦੇ ਨਮਾਜ਼ ਪੜ੍ਹਦੇ ਸਭ ਕੁਝ ਕਰਦੇ ਆ, ਪਰ ਲੋਕਾਂ ਨੂੰ ਪਤਾ ਹੈ ਕਿ ਇਹ ਉਹ ਦੱਸ ਦਿੰਦੇ ਗਾਂ ਕਿ ਇਹ ਜਿਹੜਾ ਇਹ ਬੰਦੇ ਉਹ ਆ। ਆਪ ਜਸਟ ਦੇਖੋ ਬੰਦਾ ਕਿੱਡਾ ਖਤਰਨਾਕ ਹੈ। ਉੱਥੇ ਵੀ ਵਿਤਕਰਾ ਕਰਦੇ। ਠੀਕ ਹੈ ਜੀ, ਇਸ ਕਰਕੇ ਬਾਣੀ ਵਿਤਕਰਾ ਕਰਦੇ ਨੇ। ਹੁਣ ਆ ਵੇਖੋ ਆਪਣੇ 'ਚ ਵੀ ਕਿੰਨਾ ਸੀ। ਤੇ ਗੁਰੂਆਂ ਨੇ ਐਵੇਂ ਨਹੀਂ ਲੰਗਰ ਤੇ ਪੰਗਤ ਦੀ ਸੰਸਥਾ ਚਲਾਈ ਸੀ ਕਿ ਕਿਉਂਕਿ ਲੋਕੀ ਇਕੱਠੇ ਬਹਿੰਦੇ ਹੀ ਨਹੀਂ ਸੀ। ਇੰਨੀ ਜ਼ਿਆਦਾ ਵੱਡੇ ਲੈਵਲ ਤੇ ਅਨਪੜ੍ਹਤਾ ਸੀ। ਮੈਂ ਆਪਣੇ ਨਾਨਕੇ ਘਰ ਖਾਸ ਕਰਕੇ ਵੇਖੀ, ਬਹੁਤ ਵੱਡੇ ਲੈਵਲ। ਸਾਡੇ ਘਰ ਵੀ ਹੋਣੀ ਹੈ ਮੇਰੇ ਹਿਸਾਬ ਨਾਲ। ਸਾਡੇ ਓਦਾਂ ਲੋਕੀ ਕਰਦੇ ਸੀ, ਪਤਾ ਨਹੀਂ ਸੀ। ਮੈਂ ਤਾਂ ਦੇਖਿਆ, ਪਤਾ ਨਹੀਂ ਨਿੱਜਰ ਸਾਹਿਬ। ਹਾਂ, ਮੈਂ ਤਾਂ ਆਪ ਦੇਖਿਆ ਗੁਰਗ ਸਾਹਿਬ, ਜਿਹੜਾ ਮੈਂ ਜਿਹੜਾ ਹੈਗਾ ਕਾਲਜ ਤੋਂ ਬਾਅਦ ਮੈਂ ਸੋਚਿਆ ਸੀ, ਮੈਂ ਕਿਹਾ ਵੀ ਖੇਤੀ ਕਰੂੰਗਾ ਤੇ ਮੈਂ ਪੜ੍ਹਾਈ ਪੜੂਈ ਕਰਕੇ ਤੇ ਮੈਂ ਕਿਹਾ ਵੀ ਮੈਂ ਨਹੀਂ ਨੌਕਰੀ ਕਰਨੀ। ਸਾਲ ਜਿਹੜਾ ਖੇਤੀ ਕਰਨ ਗਿਆ, ਉੱਥੇ ਦੇਖਿਆ ਉਹ ਵਿਚਾਰੇ ਜਿਹੜੇ ਹੈਗੇ ਕੰਮ ਕੁਮ ਕਰਨ ਵਾਲੇ ਜੋ ਹੁੰਦੇ, ਨੀਵੀਂ ਜਾਤ ਦੇ, ਉਹਨਾਂ ਦਾ ਬੈਠਣਾ ਵੀ ਅਲੱਗ ਆ, ਔਰ ਉਹਨਾਂ ਦਾ ਜਿਹੜੇ ਕੱਪ ਪਲੇਟਾਂ ਜੋ ਵੀ ਉਹਨਾਂ ਦਾ ਮੱਗ ਮੁੱਗ ਸਾਰੇ ਅਲੱਗ, ਭਾਂਡੇ ਵੀ ਅਲੱਗ ਉਹਨਾਂ ਦੇ ਇਸ ਤਰ੍ਹਾਂ। ਬਿਲਕੁਲ ਮੈਂ ਆਪ ਦੇਖਿਆ ਅੱਖਾਂ ਦੇ ਨਾਲ। ਹਾਂ, ਤੇ ਵੇਖੋ ਇਹ ਬੰਦੇ ਦੀ ਆਪਣੇ ਨਾਲ ਐਕਚੁਅਲੀ ਆਪਾਂ ਵੀ ਤਾਂ ਉੱਧਰੋਂ ਹੀ ਆਏ ਆ ਨਾ, ਲਾਗੋ ਖਹਿ ਕੇ ਆਏ ਆ। ਹੁਣ ਤੁਹਾਨੂੰ ਪਤਾ ਉਹਨਾਂ ਦਾ ਇਨਫਲੂਐਂਸ ਹੀ ਸੀ ਨਾ ਸਾਡੇ ਤੇ ਪ੍ਰਭਾਵਿਤ ਹੋ ਗਿਆ। ਉਹ ਚੀਜ਼ ਸਾਡੇ 'ਚ ਵੀ ਆ ਗਈ। ਉਹ ਤੇ ਭਲਾ ਹੋਵੇ ਉਹਨਾਂ ਗੁਰੂਆਂ ਦਾ, ਉਹ ਜਿਨ੍ਹਾਂ ਨੇ ਥੋੜਾ ਬਹੁਤਾ ਗੁਰਦੁਆਰੇ ਬਣਾ ਕੇ ਤੇ ਸਾਡੀ ਥੋੜੀ ਬੁੱਧੀ ਸਹੀ ਕੀਤੀ। ਅਦਰਵਾਈਜ਼ ਅਸੀਂ ਕਾਫੀ ਬਿਮਾਰ ਸਾਂ। ਬਿਲਕੁਲ ਸਹੀ ਗੱਲ ਹੈ ਗੁਰਕੀ ਸਾਹਿਬ, ਕਾਫੀ ਬਿਮਾਰ ਕਹਿ ਸਕਦੇ। ਠੀਕ ਹੈ, ਕੋਈ ਫਰਕ ਨਹੀਂ ਹੁੰਦਾ। ਜਦੋਂ ਬੰਦਾ ਮਰਦਾ ਤਾਂ ਉਦੋਂ ਕਿਉਂ ਨਹੀਂ ਪੁੱਛਦਾ ਕਿ ਖੂਨ ਕਿਹਦਾ ਨਿੱਜਰ ਸਾਹਿਬ? ਹਾਂ, ਉਦੋਂ ਕਿਉਂ ਨਹੀਂ ਪੁੱਛਦਾ ਕਿ ਇਹ ਖੂਨ ਕਿੱਥੋਂ ਆਇਆ? ਉਦੋਂ ਨਹੀਂ ਕੋਈ ਪੁੱਛਦਾ। ਹਾਂ, ਜਦੋਂ ਢਿੱਡ ਭਰਿਆ ਤੇ ਜਦੋਂ ਗੱਲਾਂ ਕਰਨੀਆਂ ਹੁਣ ਤੇ ਲੋਕੀ ਬਥੇਰੀਆਂ ਗੱਲਾਂ ਕਰਦੇ। ਹੁਣ ਅੱਜ ਮੈਂ ਨਾ ਉੱਥੇ ਮੇਰੇ ਕਲੀਨਿਕ ਤੇ ਇੱਕ ਨਾ ਕੁੜੀ ਆ ਤੇ ਉਹਨੇ ਧਰਮ ਪਰਿਵਰਤਨ ਕਰ ਲਿਆ, ਉਹ ਕ੍ਰਿਸਚਨ ਬਣ ਗਈ ਹੈ। ਤੇ ਉਹ ਕੁੜੀਆਂ ਗਈਆਂ ਤੇ ਉੱਥੇ ਉਹਨਾਂ ਨੇ ਛਬੀਲ ਲਿਆਂਦੀ, ਸਾਹਮਣੇ ਛਬੀਲ ਲੱਗੀ ਸੀ ਤੇ ਉਹਨੇ ਨਹੀਂ ਪੀਤੀ। ਮੈਂ ਉਹਨੂੰ ਮਜ਼ਾਕ ਕੀਤਾ, ਮੈਂ ਯਿਸੂ ਮਸੀਹ ਹਾਲੇਲੂਇਆ, ਤੁਸੀਂ ਕਿਉਂ ਨਹੀਂ ਪੀਂਦੇ? ਉਹ ਕਹਿੰਦੀ ਹੈ ਕਿ ਇਹ ਨਾ ਇੱਥੇ ਸਾਨੂੰ ਕਹਿੰਦੇ ਆ ਕਿ ਮੂਰਤੀ ਪੂਜਾ। ਮੈਂ ਮੂਰਤੀ ਪੂਜਾ ਕਿੱਥੇ ਹੈਗੀ ਆ? ਮੈਂ ਬਾਣੀ 'ਚ ਤੇ ਬਹੁਤ ਮਨਾ ਕੀਤਾ ਮੂਰਤੀ ਦੇ ਬਾਰੇ। ਤੂੰ ਬਾਣੀ ਪੜ੍ਹੀ? ਤੈਨੂੰ ਕਿਹਨੇ ਕਿਹਾ ਇਹ ਗੱਲ? ਪਰ ਲੋਕਾਂ ਨੇ ਉਹਨੂੰ ਚਾਈ ਨੂੰ ਸਮਝਾਤਾ ਕਿ ਨਹੀਂ, ਕਿਉਂਕਿ ਇਹ ਲੋਕ ਜਿਹੜੇ ਆੜੇ ਆਂਡੂ ਫੰਡੂ ਜਿਹੜੇ ਬਾਬੇ ਬਣੇ ਹੁੰਦੇ ਆ, ਇਹ ਨਿੱਜਰ ਸਾਹਿਬ ਬੰਦੇ ਨੂੰ ਰੋਕਦੇ ਆ। ਤੁਸੀਂ ਇੱਥੇ ਨਹੀਂ ਜਾਣਾ, ਉੱਥੇ ਨਹੀਂ ਜਾਣਾ, ਤੁਸੀਂ ਆਹ ਨਹੀਂ ਕਰਨਾ, ਇੰਜ ਨਹੀਂ ਕਰਨਾ। ਨਿੱਜਰ ਸਾਹਿਬ ਪੂਰਾ ਮਾਈਂਡ ਸੈਟ ਕਰਦੇ ਉਹਨਾਂ ਦਾ। ਬਿਲਕੁਲ। ਹੁਣ ਜਿੱਦਾਂ ਹੁਣ ਮੈਨੂੰ ਪਤਾ ਨਹੀਂ, ਮੈਂ ਕਹਿਣਾ ਨਹੀਂ, ਮੈਨੂੰ ਪਤਾ ਵੀ ਨਹੀਂ ਉਹਨਾਂ ਦਾ, ਪਰ ਬਾਕੀ ਮੋਸਟਲੀ ਇਹੋ ਤਰੀਕਾ ਹੈ ਬਿਜ਼ਨਸ ਨੂੰ ਚਲਾਉਣ ਦਾ। ਕਿਉਂਕਿ ਉਹ ਚਾਹੁੰਦਾ ਕਿ ਥੋੜਾ ਜਿਹਾ ਤੁਸੀਂ ਅਲੱਗ ਹੋ ਜਾਓ। ਤੁਹਾਨੂੰ ਕੋਈ ਕਾਸਟਿਊਮ ਦੇਣਗੇ, ਤੁਹਾਡੇ ਸਿਰ ਤੇ ਪੱਗ ਪੁੱਗ ਬੰਨਣਗੇ, ਜਾਂ ਪੱਗ ਦਾ ਸਟਾਈਲ ਚੇਂਜ ਕਰ ਦੇਣਗੇ, ਜਾਂ ਤੁਹਾਡੇ ਪਜਾਮੇ ਦਾ ਸਟਾਈਲ ਚੇਂਜ ਕਰ ਦੇਣਗੇ। ਉਹ ਕਹਿੰਦੇ ਆ ਕਿ ਤੁਸੀਂ ਮਿਕਸ ਨਾ ਹੋ ਜਾਓ। ਤੁਹਾਨੂੰ ਇੱਕ ਬਾਹਰੀ ਆਊਟਰ ਕਾਸਟਿਊਮ ਦਿੰਦਾ ਵਾ, ਮਜ਼ਹਬ ਕੋਈ ਵੀ ਹੋਵੇ, ਮਜ਼ਹਬ ਨਹੀਂ ਚਾਹੁੰਦਾ ਤੁਸੀਂ ਮਿਕਸ ਹੋ ਜਾਓ, ਉਹ ਤੁਹਾਨੂੰ ਅਲੱਗ ਕਰਨਾ ਚਾਹੁੰਦਾ। ਠੀਕ ਹੈ ਜੀ, ਪਲੀਜ਼ ਅੰਡਰਸਟੈਂਡ ਕਰੋ। ਇੱਥੇ ਵੀ ਉਹ ਮਨਾ ਕਰ ਰਹੇ ਨੇ। ਉਹ ਕਹਿੰਦੇ ਨੇ ਕਿ ਆਹ ਸਭ ਕੁਛ ਖੱਤਰੀ ਖੁੱਤਰੀ ਐਰਾ ਵਗੈਰਾ ਸ਼ੂਦਰ, ਉਹਨਾਂ ਨੇ
ਉਹ ਕੀ ਕਰਦੇ ਸੀ, ਉਹਨਾਂ ਕੋਲ ਪਾਵਰ ਹੁੰਦੀ ਸੀ ਤੇ ਫਿਰ ਏਦਾਂ ਹੀ ਉਹ ਕਰ ਲੈਂਦੇ ਸੀ, ਕੰਟਰੋਲ ਕਰਦੇ ਸੀ, ਲੋਕਾਂ ਨੂੰ ਡੋਮੀਨੇਟ ਕਰਦੇ ਸੀ। ਉਹ ਲੋਕਾਂ ਨੂੰ ਆਜ਼ਾਦੀ ਨਹੀਂ ਦੇਣਾ ਚਾਹੁੰਦੇ ਸੀ, ਉਹ ਉਦਾਂ ਹੀ ਉਹਨਾਂ ਨੂੰ ਨਾ ਗੁਲਾਮ ਰੱਖਣਾ ਚਾਹੁੰਦੇ ਸਨ। ਤੇ ਫਿਰ ਗੁਲਾਮੀ ਤੁਹਾਨੂੰ ਪਤਾ ਹੀ ਹੈ ਕੋਈ ਵੀ ਹੁੰਦੀ ਆ, ਉਹ ਚੰਗੀ ਨਹੀਂ ਹੁੰਦੀ। ਅਗਲੇ ਬੰਨੇ ਬੋਲੋ ਨਿਜਰ ਸਾਹਿਬ ਕੀ ਲਿਖਿਆ। ਅਗਲੇ ਕਹਿੰਦੇ ਸਰਬ ਸ਼ਬਦੰਗ ਏਕ ਸ਼ਬਦੰਗ, ਕਹਿੰਦੇ ਸਾਰੇ ਭਾਵੇਂ ਇਨਸਾਨ ਦਾ ਜਾਮਾ ਹੋਏ, ਕੋਈ ਖੱਤਰੀ ਸ਼ੂਦਰ ਵੈਸ਼ ਜਿਹੜੇ ਵੀ ਜਿਹੜਾ ਹੈਗਾ ਬ੍ਰਾਹਮਣ ਹੋਏ, ਸਾਰਿਆਂ ਦਾ ਇੱਕੋ ਹੀ ਧਰਮ ਹੈਗਾ ਭਾਈ ਕਿ ਇੱਕ ਨੂੰ ਜਾਣਨਾ, ਇੱਕ ਹੋਣਾ, ਉਸ ਮਾਲਕ ਪਰਮਾਤਮਾ ਨੂੰ, ਆਪਣੀ ਆਤਮਾ ਨੂੰ ਜਾਣਨਾ, ਆਤਮ ਤੀਰਥ ਦੇ ਉੱਤੇ ਨਿਵਾਸ ਕਰਨਾ। ਜੇ ਕੋ ਜਾਣੇ ਪਿਓ, ਜੇ ਕੋਈ ਇਸ ਭੇਤ ਨੂੰ ਜਾਣ ਲੈ ਭਾਈ, ਤੇ ਫਿਰ ਕਹਿੰਦੇ ਆ ਨਾਨਕ ਤਾਂ ਕਾ ਦਾਸ ਹੈ, ਕਹਿੰਦੇ ਮੈਂ ਤਾਂ ਉਹਦਾ ਦਾਸ ਹਾਂ ਭਾਈ, ਉਹ ਤਾਂ ਪਰਮਾਤਮਾ ਦਾ ਰੂਪ ਹੈਗਾ, ਹੋਈ ਨਿਰੰਜਨ ਸੋਈ ਨਿਰੰਜਨ ਦੇਵ। ਹਾਂਜੀ ਵੀਰ ਜੀ। ਹਾਂ, ਤੇ ਉਹ ਕਹਿੰਦੇ ਕਿ ਜਿਹੜਾ ਬੰਦਾ ਸਭ ਤੋਂ ਪਹਿਲਾਂ ਇਹ ਸਮਝਦਾ ਕਿ ਸਾਰਿਆਂ ਦੇ ਵਿੱਚ ਪਰਮਾਤਮਾ ਦੀ ਹੀ ਜੋਤ ਆ, ਤੇ ਜਿਹੜਾ ਬੰਦੇ ਇਹ ਗੱਲ ਨੂੰ ਸਮਝ ਲੈਂਦਾ ਹੈ, ਉਹ ਕਹਿੰਦੇ ਬਹੁਤ ਵੱਡੀ ਗੱਲ ਹੈ। ਪਰ ਬਹੁਤ ਘੱਟ ਲੋਕ ਨੇ। ਤੁਸੀਂ ਬਾਹਰ ਜੋ ਬੰਦਾ ਤੁਹਾਨੂੰ ਮਿਲਿਆ ਨਾ, ਸਭ ਤੋਂ ਪਹਿਲਾਂ ਤੁਹਾਡੇ ਮਨ 'ਚ ਉਹਦੀ ਜਾਤ ਆਉਣੀ ਆ, ਬੰਦਾ ਤੇ ਬਾਅਦ 'ਚ ਆਉਣਾ। ਨਿਜਰ ਸਾਹਿਬ ਵੇਖੋ ਕਿੰਨੀ ਪਾਵਰਫੁਲ ਚੀਜ਼ ਪਾਤੀ ਹੈ ਸਮਾਜ ਨੇ ਸਾਡੇ ਅੰਦਰ। ਬਿਲਕੁਲ। ਅਸੀਂ ਉਹ ਬੰਦੇ ਨੂੰ ਨਹੀਂ ਵੇਖਦੇ, ਸਭ ਤੋਂ ਪਹਿਲਾਂ ਸਾਨੂੰ ਉਹਦੇ ਲਫ਼ਜ਼ ਤੋਂ ਪਤਾ ਲੱਗਦਾ ਹੈ। ਅਸੀਂ ਉਹਦੇ ਕੱਪੜੇ ਵੇਖਦੇ ਹਾਂ, ਉਹਨੇ ਹਰੇ ਰੰਗ ਦੇ ਕੱਪੜੇ ਪਾਏ ਨੇ, ਲਾਲ ਰੰਗ ਦੇ ਕੱਪੜੇ ਪਾਏ ਨੇ, ਕਿਹੜੇ ਰੰਗ ਦੇ ਕੱਪੜੇ ਪਾਏ ਆ। ਵੇਖੋ ਨਿਜਰ ਸਾਹਿਬ, ਬਾਹਰੀ ਆਊਟਰ ਲੁੱਕ, ਫਿਰ ਜਦੋਂ ਦੀ ਲੁੱਕ ਵੇਖਦੇ ਆ, ਉਹ ਬੰਦਾ ਬਹੁਤ ਵਧੀਆ ਹੋਵੇ, ਪਰ ਸਭ ਤੋਂ ਪਹਿਲਾਂ ਤੇ ਉਹਦੇ ਜਿਹੜੇ ਦੂਜੇ ਬੰਦੇ ਆ, ਉਹਦੇ ਵਾਂਗੂ ਸਾਡੇ ਮਤਲਬ ਜਿਹੜੀ ਜਿੱਦਾਂ ਦੀ ਤਸਵੀਰ ਬਣੀ ਹੁੰਦੀ ਆ, ਅਸੀਂ ਉਹ ਤਸਵੀਰ ਉਹਦੇ ਤੇ ਗੱਡ ਦਿੰਦੇ ਆ ਕਿ ਇਹ ਬੰਦਾ ਏਦਾਂ ਦਾ ਹੋਊਗਾ। ਪਰ ਬਾਣੀ ਜਿਹੜੀ ਨਾ ਗੁਰੂਆਂ ਨੇ, ਇਹ ਬਹੁਤ ਉੱਪਰ ਦੀ ਗੱਲ ਆ। ਆਪਾਂ ਤੇ ਉਹਨਾਂ ਦੇ ਪਾਸ ਕੋਈ ਨਹੀਂ ਹੈਗੇ। ਸ਼ਾਹੀ ਮੀਆਂ ਮੀਰ ਨੂੰ ਲੈ ਕੇ ਆਏ ਨੇ ਅਗਲੇ ਨਿਜਰ ਸਾਹਿਬ ਨੀਰ ਖਾਉਣ ਦੇ ਲਈ। ਬਿਲਕੁਲ ਸਹੀ ਗੱਲ ਆ, ਬਿਲਕੁਲ ਸਹੀ ਗੱਲ। ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੂੰ ਕਹਿੰਦੇ ਆ ਖਾਲਸਾ, ਜਿਹੜੇ ਹੈਗੇ ਜ਼ਿਆਦਾ ਜਿਹੜੇ ਹੈਗੇ ਉਹਨਾਂ ਦੇ ਮੋਢਿਆਂ ਤੇ ਬੰਦੂਕ ਚਲਾਉਂਦੇ ਆ। ਉਹਨਾਂ ਦੇ 500 ਮੁਰੀਦ ਜਿਹੜੇ ਹੈਗੇ ਬੁੱਧੂ ਸ਼ਾਹ ਦੇ ਸੀਗੇ, ਜਿਹੜੇ ਮੁਸਲਮਾਨ ਸੀਗੇ, ਜਿਹੜੇ ਲੜੇ ਸੀਗੇ ਉਹਨਾਂ ਦੇ ਨਾਲ। ਇਹਨਾਂ ਨੂੰ ਦੱਸਣਾ ਨਹੀਂ ਆ ਰਿਹਾ, ਬੇਸ਼ਰਮ ਹੈਗੇ ਆ ਇਹ ਬੰਦੇ ਨਾ, ਬੇਸ਼ਰਮ ਹੈਗੇ, ਸੱਚ ਨਹੀਂ ਦੱਸਦੇ। ਕਿੱਥੋਂ ਆਏ ਆਪਾਂ? ਐਵੇਂ ਨਵੀਆਂ ਹੀ ਗੱਲਾਂ। ਹੁਣ ਇਹ ਚੀਜ਼ ਨੂੰ ਸਮਝ ਗਏ। ਦੇਖੋ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਇੱਕ ਮਰਦਾਨਾ ਹੈ, ਇੱਕ ਬਾਲਾ ਹੈ। ਉਹਨਾਂ ਤੇ ਨਹੀਂ ਕਿਹਾ ਕਿ ਬਈ ਇਹ ਬਈ ਸਿਸਟਮ ਚੇਂਜ ਕਰੋ। ਉਹ ਤੇ ਨਿਜਰ ਸਾਹਿਬ ਉਦਾਂ ਚੱਲੀ ਆ ਰਹੇ ਨੇ। ਬਿਲਕੁਲ ਬਿਲਕੁਲ ਉਦਾਂ ਹੀ ਚੱਲੀ ਆ ਰਹੇ। ਬਿਲਕੁਲ ਸਹੀ ਗੱਲ ਹੈ। ਹਾਂ, ਇਹ ਚੀਜ਼ ਆਪਾਂ, ਇਹਦਾ ਮਤਲਬ ਕਿ ਗੁਰੂ ਨਾਨਕ ਪਾਤਸ਼ਾਹ ਨੂੰ ਪਤਾ ਨਹੀਂ ਸੀ। ਗੋਰਖੀ ਸਾਹਿਬ ਆਪਾਂ ਜਿਆਦਾ ਸਿਆਣੇ, ਆਪਾਂ ਸਿਆਣੇ ਆ ਨਿਜਰ ਸਾਹਿਬ। ਨਾ ਇੱਕ ਚੀਜ਼ ਦੇਖੋ ਗੋਰਖੀ ਸਾਹਿਬ, ਆਪਾਂ ਜਾਣਾ ਅੰਦਰ ਹੈਗਾ, ਸੁੰਨ ਦੇ ਵਿੱਚ ਅੰਦਰ ਵੜਨਾ ਹੈਗਾ। ਉੱਥੇ ਜਿਹੜਾ ਹੈਗਾ ਇਹ ਮੁਸਲਮਾਨ, ਹਿੰਦੂ, ਸਿੱਖ, ਈਸਾਈ, ਉੱਥੇ ਇਹਨਾਂ ਦੇ ਵਾਸਤੇ ਕੋਈ ਵੱਖਰਾ ਜਿਹੜਾ ਹੈਗਾ ਰਸਤਾ ਹੈਗਾ ਹਰੇਕ ਦੇ ਵਾਸਤੇ। ਹਾਂ ਨਿਜਰ ਸਾਹਿਬ, ਮੈਂ ਤੇ ਕਹਿੰਦਾ ਸਾਂ ਕਿ ਇੱਥੇ ਮੁਸਲਮਾਨ ਵੀ ਕੀਰਤਨ ਕਰਨਾ ਚਾਹੀਦਾ ਸੀ, ਮੁਸਲਮਾਨਾਂ ਨੂੰ ਵੀ। ਬਿਲਕੁਲ ਸਹੀ ਗੱਲ ਹੈ। ਫਿਰ ਗੱਲ ਬਣਦੀ, ਫਿਰ ਲੋਕਾਂ ਨੂੰ ਦੱਸਦੇ। ਓਏ ਇਹਨਾਂ ਨੇ ਚੀਜ਼ ਖਤਮ ਕਰਕੇ ਰੱਖਤੀ ਸਰ। ਗੋਰਖੀ ਸਾਹਿਬ ਜਿਹੜਾ ਹੈਗਾ ਦੇਖੋ, ਇਹ 1900 ਤੋਂ ਪਹਿਲਾਂ ਜਿਹੜੇ ਮੁਸਲਮਾਨ ਜਿਹੜੇ ਕੀਰਤਨ ਕਰਦੇ ਸੀਗੇ, ਤੁਸੀਂ ਦੇਖੋ ਹਿਸਟਰੀ ਨੂੰ ਚੱਕ ਕੇ, ਉਹ ਜਿਹੜਾ ਹੈਗਾ ਇੱਥੇ ਕੀਰਤਨ ਕਰਨ ਵਾਲੇ ਮੁਸਲਮਾਨ ਸੀਗੇ, ਉਹੀ ਕੀਰਤਨ ਕਰਦੇ ਸੀਗੇ ਪਹਿਲਾਂ। ਉਹਨਾਂ ਨੇ ਉਹ ਦਰਬਾਰ ਸਾਹਿਬ ਦੇ ਵਿੱਚ ਮੁੜ ਕੇ ਉਹ ਸਾਰਾ ਫਲੋ ਹੀ ਬਲੌਕ ਕਰਕੇ ਰੱਖਤਾ। ਉਹ ਸਾਈਂ ਮੀਆਂ ਮੀਰ ਦੀ ਗੱਲ ਸੀ, ਇਹ ਸਿੱਖਾਂ ਦਾ ਨਹੀਂ ਹੈ ਧਰਮ, ਇਕੱਲੇ ਸਿੱਖ ਨਹੀਂ ਮਾਲਕੇ ਦੇ। ਪਤਾ ਨਹੀਂ ਨਾ ਕੀ ਕਰ ਦਿੱਤਾ ਮੁੜ ਕੇ। ਉੱਥੇ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਸਰਦਾਰ ਜਾਂ ਮੋਨਾ ਹੱਥ ਲਾ ਦੇ, ਕੋਈ ਪਾਪ ਨਹੀਂ ਆ। ਇਹ ਗੋਰਖੀ ਸਾਹਿਬ ਹੋ ਜਾਣਾ ਹੈ ਗੋਰਖੀ ਸਾਹਿਬ। ਇਹ ਜਿਹੜੀ ਜਾਗ੍ਰਿਤੀ ਆ ਰਹੀ ਹੈ ਗੋਰਖੀ ਸਾਹਿਬ, ਆ ਰਹੀ ਹੈ ਜਾਗ੍ਰਿਤੀ, ਸੱਚਾਈ ਜਿਹੜੀ ਹੈਗੀ ਪ੍ਰਗਟ ਹੋ ਕੇ ਰਹੇਗੀ। ਇਹਨੂੰ ਬਾਣੀ ਕਹਿੰਦੀ ਆ, ਤੁਸੀਂ ਕਹੀ ਜਾਂਦੇ ਨਾ ਸੁੱਚੇ, ਮੈਂ ਸੁੱਚਾ ਵਾਂ। ਕੋਈ ਸੁੱਚਾ ਨਹੀਂ ਹੈਗਾ ਇੱਥੇ। ਜੇ ਕੋਈ ਸ਼ਰਾਬ ਪੀਂਦਾ ਹੈ, ਜੇ ਕੋਈ ਤੰਬਾਕੂ ਵੀ ਖਾਂਦਾ ਹੈ, ਉਹ ਇਹ ਨਹੀਂ ਹੈ ਕਿ ਬਾਣੀ ਖਰਾਬ ਹੋ ਜੂ। ਫਿਰ ਜੇ ਖਰਾਬ ਹੋ ਜੂ ਤੇ ਬਾਣੀ ਨਹੀਂ ਹੈਗੀ ਉਹ ਜੇ ਅਸੀਂ ਸੋਚਦੇ ਆ ਨਾ ਕਿ ਇਕੱਲੇ ਸਿੱਖ ਨੂੰ ਪ੍ਰੀਜ਼ਰਵ ਕਰ ਸਕਦੇ ਆ, ਉਹ ਮੰਨਦਾ ਸਾਡੇ ਵਹਿਮ ਆ। ਉਹ ਸਾਡੀ ਜਿਹੜੀ ਬਾਣੀ ਆ, ਉਹ ਬਾਣੀ ਤੇ ਬਹੁਤ ਉੱਚੀ ਆ। ਅਸੀਂ ਤੇ ਉਹ ਮੈਸੇਜ ਨੂੰ ਕਨਵੇ ਕਰਨਾ ਵਾ ਕਿ ਬਈ ਬਾਣੀ ਚ ਏਦਾਂ ਦੀ ਕੋਈ ਗੱਲ ਨਹੀਂ। ਔਰਤਾਂ ਨੂੰ ਹੱਕ ਦਿੱਤਾ, ਮੈਂ ਤਾਂ ਕਹਿੰਦਾ ਉੱਥੇ ਔਰਤਾਂ ਵੀ ਜਾਣੀਆਂ ਚਾਹੀਦੀਆਂ ਅੰਦਰ, ਕੋਈ ਮਾੜਾ ਨਹੀਂ ਆ। ਬਾਣੀ ਤਾਂ ਕਹਿੰਦੀ ਹੈ ਗੋਰਖੀ ਸਾਹਿਬ, ਸੁੱਚੇ ਇਹ ਨਾ ਆਖੀਏ ਬੈਣ ਜੇ ਪਿੰਡਾ ਧੋਏ, ਸੁੱਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ। ਉਹ ਆ ਸੁੱਚੇ ਭਾਈ।
ਹਾਂ, ਤੁਸੀਂ ਮਾੜਾ ਜਿਹਾ ਬਾਹਰੀ ਜਿਹੜਾ ਆਪਣਾ ਭੇਸ ਚੇਂਜ ਕਰ ਲਿਆ, ਤੁਸੀਂ ਸੋਚਦੇ ਤੁਸੀਂ ਸੁੱਚੇ ਹੋ ਗਏ। ਨਾ 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 ਨਾ, ਸੁੱਚੇ ਦਾ ਮਤਲਬ ਤੇ ਸੁੱਚਾ ਤੇ ਕੋਈ ਹੈਗਾ ਹੀ ਨਹੀਂ। ਬਾਣੀ 'ਚ ਵੀ ਕਿਹਾ, ਉਹ ਗਾਂ ਦਾ ਜਿਹੜਾ ਦੁੱਧ ਆਉਂਦਾ ਉਹ ਪਹਿਲਾਂ ਬਛੜੇ ਨੇ ਜੂਸਾ ਕੀਤਾ, ਔਰ ਤੂੰ ਜਿਹੜੇ ਪਾਣੀ 'ਚ ਨਹਾ ਗਿਆ ਉੱਥੇ ਮੱਛੀ ਸੀ। ਕਿੱਥੇ ਸੁੱਚਾ ਹੈ? ਕੋਈ ਸੁੱਚਾ ਨਹੀਂ ਹੈਗਾ। ਉਹ ਜਿਹੜੀ ਉਹ ਪੰਡਤਾਂ ਦੀ ਬਿਮਾਰੀ ਸੀ ਉਹ ਸਾਡੇ 'ਚ ਆ ਗਈ, ਹੁਣ ਆ ਗਈ ਹੈ, ਬਿਲਕੁਲ ਵੱਡੇ ਲੈਵਲ ਤੇ ਆਈ ਆ। ਉਹ ਤੇ ਘੱਟ ਬਿਮਾਰ ਸਨ, ਅਸੀਂ ਉਹਨਾਂ ਤੋਂ ਜ਼ਿਆਦਾ ਬਿਮਾਰ ਹੋ ਗਏ। ਠੀਕ ਹੈ ਜੀ, ਪਲੀਜ਼ ਅੰਡਰਸਟੈਂਡ ਕਰੋ। ਬਾਣੀ 'ਚ ਏਦਾਂ ਦੀ ਕੋਈ ਗੱਲ ਨਹੀਂ ਲਿਖੀ ਗਈ। ਜੇ ਲਿਖੀ ਹੈ ਤੇ ਮੈਨੂੰ ਪਲੀਜ਼ ਲਾਈਨ ਭੇਜ ਦੇਣਾ। अच्छा, अभी तो खोलो नजर सर। सर्व शब्दंग एक शब्दंग जेको जाने पियो, नानक ताका दास है सोई निरंजन देव। वो तो परमात्मा का रूप है। इस तो अगे दूसरी पातशाही का श्लोक आ गया, एक कृष्णंग सर्व देवा देव देवाता आत्मा। कृष्णंग का मतलब हैगा परमात्मा। इतने कृष्ण ਜਿਹੜਾ ਹੈਗਾ ਉਹ द्वारका वाले श्री कृष्ण की गल नहीं हो रही। एक कृष्ण कहते एक मालक परमात्मा सर्व देवा, सारिया देवा देवतियां दे देवता हैगा परमात्मा। देव देवता आत्मा, सारे देवतियां दी आत्मा ਉਹੀ मालक परमात्मा हैगा भाई। उस चो सारिया आत्मावां आईयां है। आत्मा वासुदेवस्य जेको जाने प्यो। कहते आत्मा जिहड़ी हैगी आ यही परमात्मा का रूप है। वासुदेव मतलब परमात्मा। आत्मा वासुदेवस्य, आत्मा परमात्मा है। जे को जाने प्यो, जे कोई आ भेत समझ ले, आत्मा दे विच भिजना, आत्मा तक जिहड़ा हैगा आत्मा की यात्रा करनी सीख ले। नानक ताका दास है सोई निरंजन देव। कहते मैं तो उहदा दास हाँ भाई, वो परमात्मा का रूप है। हाँ जी वीर जी, बिल्कुल ठीक है जी। वो कह रहे ने कि आत्मा ही परमात्मा है। बिल्कुल पिछे तो वही बैठा है, ब्राह्मी तो है। मैं तो ना मैं वा ना निज्जर साहब ना तुम ही है, कोई भी नहीं है। वही है, सच तो वही है। बिल्कुल सही गल है, पर दिखता नहीं है। दिखना बड़ा औखा है। ठीक है जी। ते जिहड़ा भेद नूं जानदा है कि सब किहड़ा परमात्मा है। तू ये ना सोच कि छोटे बच्चे ने ठगी मारने, तू ये ना सोच कि किहदे नाल तू की कर रहे हैं। अगले बन्ने परमात्मा ही। बिल्कुल सही गल है गोरखी साहब, बिल्कुल सही गल है। बहुत जिहड़ा हैगा ना बड़ा ये गल जिहड़ी है ना, ये जिहड़ा बुझ गया ते वो तो बस परमात्मा हो गया। फिर वो मैं निज्जर साहब आज तो ना कई साल पहला ना, जो मैं जिंदगी च सब तो पहला कैरियर शुरू किया, मैं तुहानूं दस्सिया भी ना, एक कथा च पहला भी कीती गल नहीं, ये नहीं गल दसी मैं। ਤੇ ਉਹ ਸਾਹਬ ਕੋਈ ਬੰਬੇ ਦਾ ਸੀ, ਕੋਈ ਹੋਣਾ ਪਤਾ ਨਹੀਂ ਕੌਣ ਸੀ, ਚੰਗਾ ਸਾਹਬ ਸੀ। ਤੇ ਉਹ ਉਹਨਾਂ ਦੀ ਗੁੜੀਆ ਸੀ। ਮੈਨੂੰ ਉਹ ਤੁਹਾਨੂੰ ਪਤਾ ਤਮਿਲਨਾਡੂ ਤੇ ਭਾਸ਼ਾ ਵੀ ਹੋ ਰਿਹਾ, ਤੇ ਮੈਂ ਜਾਣਾ ਸੀ ਤਮਿਲਨਾਡੂ ਤੇ ਉੱਥੇ ਮੇਰੀ ਨੌਕਰੀ ਲੱਗ ਗਈ। ਉਹ ਸਾਹਬ ਕਹਿੰਦੇ, ਮੈਂ ਟ੍ਰੇਨ 'ਚ ਦੱਸਿਆ ਕਿ ਸਰ ਮੈਂ ਇੱਥੇ ਜਾਣਾ। ਉਹ ਕਹਿੰਦਾ ਕੋਈ ਨਹੀਂ, ਮੈਂ ਆਪਕੋ ਹੈਲਪ ਕਰੇਗਾ। ਚਲੋ ਉਹਨਾਂ ਦੀ ਗੁੜੀਆ ਵੀ ਅਸੀਂ ਇਕੱਠੇ ਖੇਡਦੇ ਖੂਡਦੇ ਚਲੇ ਗਏ। ਰਾਤ ਉਹਨੇ ਮੈਨੂੰ ਆਪਣੇ ਘਰ ਰੋਕਿਆ ਤੇ फिर दिने उन्हें अपने सारिਆਂ ਨੂੰ ਕਿਹਾ ਕਿ ਇਹਨਾਂ ਨੂੰ ਛੱਡ ਕੇ ਆਓ। ਉੱਥੋਂ 15-20 ਕਿਲੋਮੀਟਰ ਦੂਰ ਸੀ। ਮੈਨੂੰ ਮੋਟਰਸਾਈਕਲ ਤੇ ਛੱਡ ਗਿਆ। ਜਾਂਦਿਆਂ ਬੱਸ ਦਾ ਕਿਰਾਇਆ ਵੀ ਮੈਨੂੰ ਦੇਣ ਦਿੱਤਾ। ਮੈਂ ਕਿਹਾ ਕਿ ਮੈਂ ਪੰਜਾਬ ਤੋਂ ਆਇਆ ਤੇ ਮੈਂ ਸਿੱਖ ਹਾਂ। ਉਹਨੇ ਕਿਹਾ ਮੈਂ ਤੇਰੇ ਤੋਂ ਪੁੱਛਿਆ ਨਿੱਜਰ ਸਾਹਿਬ? ਉਹ ਕਹਿੰਦਾ ਨਹੀਂ, ਲੋੜ ਕੀ, ਆਪਾਂ ਮਨੁੱਖ ਹੈਗੇ ਆ। ਤੈਨੂੰ ਲੋੜ ਆ? ਮੈਨੂੰ ਪਤਾ ਵਾ, ਮੈਂ ਤੇਰੀ ਮਦਦ ਕਰਨੀ। ਤੇਰੀ ਜਾਤ ਨਾ ਤੈਨੂੰ ਨਾ ਮੈਨੂੰ ਲੋੜ ਤੇਰੀ ਜਾਤ ਪੁੱਛਣ ਦੀ, ਨਾ ਤੈਨੂੰ ਮੇਰੀ ਜਾਤ ਪੁੱਛਣ ਦੀ ਲੋੜ ਹੈ। ਤੂੰ ਕੌਣ ਹੈ? ਕਿਹੜਾ ਤੇਰਾ ਧਰਮ ਹੈ? ਇਹੋ ਮੈਂ ਸੋਚਦਾ ਉਹ ਬੰਦਾ ਬ੍ਰਹਮ ਗਿਆਨੀ ਹੈ। ਬਿਲਕੁਲ। ਕਿੱਥੇ ਉਹ ਬੰਬੇ ਬੈਠਾ ਹੈ। ਔਰ ਵੇਖੋ ਰਾਤ ਇਹ ਜ਼ਮਾਨੇ 'ਚ ਕੋਈ ਉਦੋਂ ਵੀ ਕਹੋ ਯਾਰ, ਅਣਜਾਣ ਬੰਦੇ ਨੂੰ ਕੌਣ ਨਾਲ ਖੜਦਾ? ਕੌਣ ਹੈ ਮੈਂ? ਬਿਲਕੁਲ। ਪਰ ਮੈਂ ਕਹਿੰਦਾ ਦੁਨੀਆ ਤੇ ਚੰਗੇ ਲੋਕ ਬਹੁਤ ਬੈਠੇ ਨੇ, ਜੇ ਮਾੜੇ ਵੀ ਹੈਗੇ, ਚੰਗੇ ਵੀ ਬੜੇ ਬੜੇ ਤਗੜੇ ਬੈਠੇ ਨੇ, ਬੜੇ ਬੜੇ ਲੋਕ ਬੈਠੇ ਨੇ। ऐसे लोग भी है, 4 रोटियां है 3 बाहर दे देंगे, 1 खा लेंगे। ऐसे लोग है ने धरती ते। पर यह कि सानू दिखते नहीं है, क्योंकि असी किसी होर तरीके नाल जीवन बतीत कर रहे हैं। फिर देखो जी, तो निरंजन जिहड़ा परमात्मा ही है, वो सारी जगह ते वही बैठा जी है, क्योंकि उस तो इलावा कुछ नहीं जी। और जिन्हें उस निरंजन नूं जान लिया, निरंजन का मतलब जिहड़ा कालक तो रहत है। ਉਹ ਕਾਲਕ ਤੋਂ ਰਹਿਤ ਜਿਹੜੀ ਆ ਉਹ ਆਤਮਾ ਵਾ। ਤੁਹਾਡਾ ਸੈਂਟਰ, ਜਦੋਂ ਤੁਸੀਂ ਸੈਂਟਰ 'ਚ ਆ ਗਏ ਨਾ,
ਫਿਰ ਤੁਹਾਨੂੰ ਕਾਲਖ ਨਹੀਂ ਚਿੰਬੜ ਸਕਦੀ ਨਜਰ ਸਾਹਿਬ। ਸਾਹਮਣੇ ਭਾਵੇਂ ਕੁਝ ਵੀ ਆ ਜੇ, ਕੋਈ ਦੁਨੀਆ ਦਾ ਹੁਸਨ ਤੁਹਾਡੇ ਸਾਹਮਣੇ ਆ ਜੇ ਨਾ, ਪਰ ਤੁਹਾਡੇ ਅੰਦਰ ਤਰੰਗ ਨਹੀਂ ਜੋ ਪੈਦਾ ਹੋਣੀ। ਕਿਉਂਕਿ ਸਾਡੀ ਹਰਪ੍ਰੀਤ ਜੀ ਤੁਸੀਂ ਮਾਈਕ ਔਨ ਕਰ ਲਿਆ। ਹਰਪ੍ਰੀਤ ਜੀ ਮਾਈਕ ਔਨ ਕੀਤਾ, ਪਲੀਜ਼ ਬੰਦ ਕਰ ਦਿਓ। ਹਾਂਜੀ ਤੁਸੀਂ ਤੇ ਪਤਾ ਨਹੀਂ ਕਿੱਥੇ ਪਹੁੰਚ ਗਏ ਜੋ, ਕਿਹਨੂੰ ਪਲੇਟਾਂ ਫੜਾਈ ਜਾਂਦੇ ਜੋ। 2-4 ਸਾਡੇ ਵੱਲੋਂ ਭੇਜ ਦਿਓ। ਹਾਂਜੀ ਗੋਰਖੀ ਸਾਹਿਬ। ਹਾਂਜੀ ਨਜਰ ਸਾਹਿਬ ਅੱਗੇ ਚੱਲੀਏ। ਹਾਂਜੀ ਅੱਗੇ ਜਿਹੜਾ ਹੈਗਾ ਸ਼ਲੋਕ ਆ 2 ਲਾਈਨਾਂ ਦਾ, ਪਹਿਲੀ ਪਾਤਸ਼ਾਹੀ ਦਾ, ਬਹੁਤ ਗਹਿਰਾ ਸ਼ਲੋਕ ਹੈ, ਬਹੁਤ ਗਹਿਰਾ ਸ਼ਲੋਕ ਆ। ਮਹੱਲਾ ਪਹਿਲਾ। ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ। ਕੁੰਭੇ, ਕੁੰਭ ਕਹਿੰਦੇ ਆ ਘੜਾ ਜਾਂ ਭਾਂਡਾ। ਕਹਿੰਦੇ ਜਿਹੜਾ ਘੜਾ ਹੁੰਦਾ ਹੈ, ਮਿੱਟੀ ਦਾ ਬਣਿਆ ਹੋਇਆ ਘੜਾ ਹੈ, ਕੁੰਭੇ ਬੱਧਾ, ਉਹਦੇ ਵਿੱਚ ਪਾਣੀ ਜਿਹੜਾ ਹੈਗਾ, ਉਹਦੇ ਵਿੱਚ ਜਿਹੜਾ ਹੈਗਾ ਸਟੋਰ ਹੋ ਸਕਦਾ ਹੈ। ਕੁੰਭੇ ਦੇ ਵਿੱਚ, ਘੜੇ ਦੇ ਵਿੱਚ ਪਾਣੀ ਜਿਹੜਾ ਹੈਗਾ ਉਹਨੂੰ, ਪਾਣੀ ਨੂੰ ਰੋਕ ਲੈਂਦਾ ਹੈ ਉਹ ਘੜਾ। ਕੁੰਭੇ ਬੱਧਾ ਜਲ ਰਹੇ। ਕੁੰਭ ਨੇ ਕੀ ਕੀਤਾ? ਜਲ ਨੂੰ ਬੰਨ੍ਹ ਲਿਆ ਆਪਣੇ ਵਿੱਚ, ਨਹੀਂ ਹਿੱਲਣ ਦਿੰਦਾ। ਜਲ ਬਿਨ ਕੁੰਭ ਨਾ ਹੋਏ। ਕਹਿੰਦੇ ਜਲ ਤੋਂ ਬਗੈਰ ਕੁੰਭ ਨਹੀਂ ਹੁੰਦਾ। ਮਿੱਟੀ ਦੇ ਵਿੱਚ ਪਾਣੀ ਪਾਓ ਤੇ ਫਿਰ ਜਿਹੜਾ ਹੈਗਾ ਉਹ ਜਿਹੜਾ ਹੈਗਾ ਘੜਾ ਬਣਦਾ ਹੈ। ਇਸੇ ਤਰੀਕੇ ਦੇ ਨਾਲ ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਕਹਿੰਦੇ ਗਿਆਨ ਦਾ ਬੱਝਿਆ ਹੋਇਆ ਮਨ ਰਹਿੰਦਾ ਹੈ ਭਾਈ, ਗਿਆਨ ਨਹੀਂ ਹੈਗਾ ਤੇ ਮਨ ਨਹੀਂ ਰੁਕੇਗਾ, ਮਨ ਨਹੀਂ ਰੁਕੇਗਾ। ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਔਰ ਗੁਰੂ ਤੋਂ ਬਗੈਰ ਕਹਿੰਦੇ ਆ ਗਿਆਨ ਨਹੀਂ ਹੋ ਸਕਦਾ। ਹਾਂਜੀ ਵੀਰ ਜੀ। ਠੀਕ ਹੈ ਜੀ, ਗਿਆਨ ਕਿੱਥੋਂ ਆਊਗਾ? ਗਿਆਨ ਕੋਈ ਆਮ ਗਿਆਨ ਥੋੜੀ ਚਾਹੀਦਾ, ਆਤਮਾ ਦਾ ਗਿਆਨ ਚਾਹੀਦਾ, ਸਧਾਰਨ ਗਿਆਨ ਥੋੜੀ। ਜੇ ਸਧਾਰਨ ਗਿਆਨ ਹੁੰਦਾ ਤੇ ਸਾਰੀ ਦੁਨੀਆ ਬ੍ਰਹਮ ਗਿਆਨੀ ਬਣ ਜਾਣੀ। ਇਸ ਲਈ ਆਤਮਾ ਦਾ ਭੇਤੀ ਬੰਦਾ ਚਾਹੀਦਾ, ਉਹਦੇ ਕੋਈ ਗਿਆਨ ਹੈ। ਜਿਸ ਨੇ ਆਪਣੀ ਆਤਮਾ ਨੂੰ ਦੇਖ ਲਿਆ ਉਹ ਤੁਹਾਨੂੰ ਵੀ ਦੱਸ ਸਕਦਾ ਬਈ ਮੈਨੂੰ ਏਦਾਂ ਦੇਖੀ ਜੋ, ਤੁਸੀਂ ਵੀ ਲੱਭ ਲਓ। ਹਾਂ ਹਰਪ੍ਰੀਤ ਨੇ ਫਿਰ ਖੋਲ ਲਿਆ ਜੀ। ਹਾਂਜੀ ਹਰਪ੍ਰੀਤ ਫਿਰ ਖੋਲ ਲਿਆ। ਹਰਪ੍ਰੀਤ ਨੇ ਸ਼ਾਇਦ। ਹਰਪ੍ਰੀਤ ਜੀ ਫਿਰ ਤੁਸੀਂ ਮਾਈਕ ਔਨ ਕਰ ਲਿਆ। ਨਜਰ ਸਾਹਿਬ ਇਹਨਾਂ ਦਾ ਨਾ ਮਾਈਕ ਬੰਦ ਕਰ ਦਿਓ। ਮਾਈਕ ਮੇਰੇ ਕੋਲੋਂ ਬੰਦ ਨਹੀਂ ਹੋ ਰਿਹਾ ਗੁਰਕੀ ਸਾਹਿਬ, ਮੈਂ ਤਾਂ ਕੀਤਾ ਸੀਗਾ, ਮੇਰੇ ਕੋਲ ਆਪਸ਼ਨ ਨਹੀਂ ਆ ਰਹੀ। ਮੈਂ ਮਿਊਟ ਕੀਤਾ ਹੈ, ਨਹੀਂ ਹੋ ਨਹੀਂ ਰਿਹਾ। ਹਾਂ ਚਲੋ ਕੋਈ ਗੱਲ। ਹਰਪ੍ਰੀਤ ਜੀ ਤੁਹਾਡਾ ਕੈਮਰਾ ਤੇ ਮਾਈਕ ਬੰਦ ਕਰ ਦਿਓ, ਨਹੀਂ ਤਾਂ ਅਸੀਂ ਫਿਰ ਅਸੀਂ ਉਹ ਕਰ ਦਾਂਗੇ ਇੱਥੋਂ। ਹਰਪ੍ਰੀਤ ਮੈਂ ਕਰ ਦਿੰਦਾ ਗੁਰਕੀ ਸਾਹਿਬ। ਮੈਂ ਕਰ ਲਿਆ ਲੱਗਦਾ ਕਰ ਲਿਆ ਬੰਦ। ਕਰਤਾ ਮੈਂ ਕਰਤਾ, ਹੋਇਆ ਨਹੀਂ ਜੀ ਬੰਦ। ਚਲੋ ਠੀਕ ਹੈ। ਹਾਂਜੀ ਨਹੀਂ ਕਰਤਾ ਓਕੇ ਜੀ। ਨਹੀਂ ਹੋਇਆ ਇਹਨਾਂ ਦਾ ਨਾ ਮਿਊਟ ਮੈਂ ਕਰਦਾ ਜੋ, ਉਹਨਾਂ ਨੂੰ ਨਹੀਂ ਹੁੰਦਾ ਜੀ, ਨਹੀਂ ਹੋਣਾ। ਉਹਨਾਂ ਨੇ ਪਤਾ ਨਹੀਂ ਕੀ ਕੀਤਾ ਜੋ ਹੋ ਗਿਆ। ਹਾਂਜੀ ਹਾਂਜੀ ਠੀਕ ਹੈ ਜੀ। ਜਿਹੜਾ ਕਹਿੰਦੇ ਕਿ ਜਦੋਂ ਮਟਕਾ ਤਿਆਰ ਕਰਦੇ ਆ, ਕੁੰਭ ਤਿਆਰ ਕਰਦੇ ਆ ਤੇ ਉਹ ਜਲ ਤੋਂ ਬਿਨਾਂ ਨਹੀਂ ਹੁੰਦਾ। ਤੇ ਉਹ ਜਦੋਂ ਤਿਆਰ ਹੋ ਜਾਂਦਾ ਹੈ ਤਾਂ ਉਹਦੇ ਵਿੱਚ ਹੀ ਜਲ ਰਹਿ ਸਕਦਾ। ਹਾਂ ਤੇ ਉਹ ਮਟਕੇ ਨੂੰ ਬਣਾਉਣ ਦੇ ਵਿੱਚ ਪਾਣੀ ਦੀ ਹੀ ਸਹਾਇਤਾ ਲੈਣੀ ਪੈਣੀ ਆ, ਫਿਰ ਹੀ ਪਾਣੀ ਵਿੱਚ ਠਹਿਰ ਸਕਦਾ। ਕਹਿਣ ਤੋਂ ਭਾਵ ਕਿ ਤੁਹਾਡੇ ਵਿੱਚ ਗਿਆਨ ਨੂੰ ਸਥਿਰ ਕਰਨ ਦੇ ਲਈ ਤੁਹਾਨੂੰ ਗਿਆਨ ਦੇ ਤਰੀਕੇ ਨਾਲ ਹੀ ਨਿਜਰ ਸਾਹਿਬ ਸਮਝਾਇਆ ਜਾ ਸਕਦਾ। ਉਹਦਾ ਕਿੱਥੋਂ ਗਿਆਨ ਠਹਿਰੇਗਾ ਅੰਦਰ? ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਕਿਉਂਕਿ ਤੁਹਾਡੇ ਅੰਦਰ ਪਹਿਲਾਂ ਤਿਆਰੀ ਕਰਨੀ ਪੈਣੀ ਨਾ, ਬਰਤਨ ਦੀ ਤਿਆਰੀ ਆ, ਕਿਉਂਕਿ ਅੰਮ੍ਰਿਤ ਨੂੰ ਬਿਠਾਉਣਾ ਹੈ ਅੰਦਰ। ਅੰਮ੍ਰਿਤ ਓਦਾਂ ਨਹੀਂ ਟਿਕੇਗਾ, ਉਹ ਤੇ ਟਿਕੇਗਾ ਹੀ ਨਹੀਂ, ਕਿਉਂਕਿ ਅੰਦਰ ਬਰਤਨ ਨਹੀਂ ਹੈਗਾ। ਔਰ ਬਰਤਨ ਜਿਹੜਾ ਹੈ ਉਹ ਸੰਗਤ ਤੋਂ ਬਿਨਾਂ ਨਿਜਰ ਸਾਹਿਬ ਤਿਆਰ ਨਹੀਂ ਹੋ ਸਕਦਾ। ਇਹ ਗੱਲ ਪੱਕੀ ਹੈ। ਸੰਗਤ ਕਰੋਗੇ, ਬਾਰ-ਬਾਰ ਸੰਗਤ ਕਰੋਗੇ, ਫਿਰ ਮਨ ਜਿਹੜਾ ਨਾ ਮਨ ਦੇ ਅੰਦਰ ਨਾ, ਫਿਰ ਮਨ ਉਹ ਕੀ ਕਰਦਾ ਹੈ ਕਿ ਉਹ ਫਿਰ ਬਾਣੀ ਸੁਣ ਕੇ, ਗੁਰੂਆਂ ਦੀ, ਬ੍ਰਹਮ ਗਿਆਨੀਆਂ ਦੀ ਬਾਣੀ ਸੁਣ ਕੇ ਫਿਰ ਕੀ ਕਰਦਾ ਹੈ, ਉਸ ਤੇ ਰੰਗ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ। ਫਿਰ ਇੱਕ ਸਮਾਂ ਆਉਂਦਾ ਹੈ ਉਹ ਫਿਰ ਤਿਆਰ ਹੋ ਜਾਂਦਾ ਹੈ। ਫਿਰ ਤਿਆਰ ਹੋ ਜਾਂਦਾ ਤੇ ਫਿਰ ਜੋ ਵੀ ਪਾਓਗੇ ਉਹ ਵਸਤੂ ਉਹਦੇ ਅੰਦਰ ਟਿਕੇਗੀ। ਜਿੱਦਾਂ ਕੋਈ ਮਟਕਾ ਤਿਆਰ ਹੋ ਗਿਆ ਹੁਣ, ਉਸ ਤੋਂ ਬਾਅਦ ਪ੍ਰੋਸੈਸ ਤੇ ਕੰਪਲੀਟ ਹੋ ਗਿਆ ਨਿਜਰ ਸਾਹਿਬ, ਤੇ ਉਹਦੇ ਅੰਦਰ ਜਿਹੜਾ ਵਾ ਉਹ ਚ ਠਹਿਰੇਗੀ ਚੀਜ਼। ਮਤਲਬ ਕਿ ਠਹਿਰਨ ਦਾ ਮਤਲਬ ਇੱਥੇ ਹੀ ਹੈ ਕਿ ਚੰਗੇ ਗੁਣ ਸੁਣ ਲੈ ਬਾਣੀ ਦੇ ਵਿੱਚੋਂ ਕਿ ਇਹ ਜਿਹੜੀ ਚੀਜ਼ ਹੈ ਇਹ ਸਹੀ ਨਹੀਂ ਆ, ਤੇ ਉਹ ਤੁਹਾਡੇ ਮਨ ਨੇ ਸਵੀਕਾਰ ਕਰ ਲੈਣੀ, ਉਹਦੇ ਅੰਦਰ ਉਹ ਠਹਿਰੇਗੀ।
ਇਹ ਨਹੀਂ ਗੱਲ ਇੱਕ ਕੰਨ ਥਣੀ ਸੁਣੀ ਤੇ ਦੂਜੇ ਕੰਨ ਥਣੀ ਬਾਹਰ ਕੱਢਤੀ। ਹੁਣ ਕੀ ਚੀਜ਼ ਠਹਿਰੇਗੀ, ਕਿਉਂਕਿ ਉਹ ਕੁੰਭ ਤਿਆਰ ਹੋ ਚੁੱਕਿਆ। ਹਾਂਜੀ ਮੈਂ ਦੱਸਾਂ, ਇਹ ਨਾ ਗੋਰਖੀ ਸਾਹਿਬ, ਇਹ ਜਿਹੜੀ ਪੌੜੀ ਹੈਗੀ ਨਾ, ਸੈਂਟਰਲ ਆਈਡੀਆ ਹੈਗਾ, ਔਰ ਇਹ ਸੈਂਟਰਲ ਆਈਡੀਆ ਦੀ ਪੌੜੀ ਹੈਗੀ ਗੋਰਖੀ ਸਾਹਿਬ, ਪੂਰੀ ਵਾਰ ਇਹਦੇ ਦੁਆਲੇ ਘੁੰਮਦੀ ਹੈ। ਔਰ ਇਹ ਜਿਹੜੀ ਪੌੜੀ ਹੈਗੀ, ਹੁਣ ਪੌੜੀ ਆ ਰਹੀ ਹੈ ਸਾਧ ਸੰਗਤ ਜੀ, ਦੇਖੋ ਪੌੜੀ ਕੀ ਕਹਿ ਰਹੀ ਹੈ। ਪੌੜੀ, ਪੜਿਆ ਹੋਵੇ ਗੁਨਹਗਾਰ ਤਾਂ ਓਮੀ ਸਾਧ ਨਾ ਮਾਰੀਏ। ਕਹਿੰਦੇ ਗਿਆਨ ਲੈ ਰਿਹਾ ਮੈਂ ਪੜ੍ਹ ਰਿਹਾ ਹਾਂ, ਸਾਰੇ ਜਿਹੜੇ ਹੈਗੇ ਗ੍ਰੰਥਾਂ ਤੋਂ ਮੈਂ ਗਿਆਨ ਲੈ ਕੇ ਮੈਂ ਉਹਨੂੰ ਪੜ੍ਹੀ ਜਾ ਰਿਹਾ ਹਾਂ, ਤੇ ਕਹਿੰਦੇ ਮੇਰੇ ਗੁਨਾਹ ਤਾਂ ਜਾ ਨਹੀਂ ਰਹੇ। ਪੜਿਆ ਹੋਵੇ ਗੁਨਾਹਗਾਰ, ਕਹਿੰਦੇ ਫਿਰ ਵੀ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਤਾਂ ਹਟ ਨਹੀਂ ਰਹੇ ਵਿੱਚੋਂ। ਇਹ ਗਿਆਨ ਦੇ ਨਾਲ ਪ੍ਰੋਬਲਮ ਕੀ ਹੈਗੀ ਭਾਈ? ਪੜਿਆ ਹੋਵੇ ਗੁਨਾਹਗਾਰ, ਫਿਰ ਕਹਿੰਦੇ ਤਾਂ ਓਮੀ ਸਾਧ ਨਾ ਮਾਰੀਏ। ਕਹਿੰਦੇ ਤੂੰ ਜਿਹੜਾ ਗਿਆਨ ਪੜ੍ਹ ਰਿਹਾ, ਇਕੱਲਾ ਗਿਆਨ ਲੈ ਰਿਹਾ ਆ, ਔਰ ਗਿਆਨ ਨੂੰ ਸਾਧ ਤਾਂ ਨਹੀਂ ਰਿਹਾ। ਜੋ ਗਿਆਨ ਕਹਿ ਰਿਹਾ ਉਹ ਕੰਮ ਤਾਂ ਕਰ ਨਹੀਂ ਰਿਹਾ। ਤੂੰ ਓਮ ਜਿਹੜਾ ਹੈਗਾ, ਉਸ ਮਾਲਕ ਪਰਮਾਤਮਾ ਓਮ ਹੈ ਪਰਮਾਤਮਾ। ਕਹਿੰਦੇ ਪਰਮਾਤਮਾ ਦੀ ਸਾਧਨਾ ਤਾਂ ਤੂੰ ਕਰ ਹੀ ਨਹੀਂ ਰਿਹਾ। ਤੂੰ ਜਿਹੜਾ ਹੈਗਾ ਆਤਮਾ ਦੇ ਲਾਗੇ ਤਾਂ ਹੋ ਨਹੀਂ ਰਿਹਾ। ਤੂੰ ਵਿਚਾਰ ਤਾਂ ਬੰਦ ਨਹੀਂ ਕਰ ਰਿਹਾ। ਤੂੰ ਸੁਣਨ ਦੇ ਵਿੱਚ ਤਾਂ ਬੈਠ ਨਹੀਂ ਰਿਹਾ। ਫਿਰ ਕਿਵੇਂ ਤੇਰੇ ਗੁਨਾਹ ਬੰਦ ਹੋ ਜਾਣਗੇ? ਕਿਵੇਂ ਤੇਰਾ ਮਨ ਜਿਹੜਾ ਹੈਗਾ ਸਥਿਰ ਹੋ ਜਾਏਗਾ? ਪੜਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧ। ਓਮੀ ਦਾ ਮਤਲਬ ਆ ਇੱਕ ਮਾਲਕ ਪਰਮਾਤਮਾ ਓਮ, ਉਹ ਮਾਲਕ ਦੀ ਭਗਤੀ ਕਰ, ਇੱਕ ਓਂਕਾਰ, ਉਸ ਦੀ ਸਾਧਨਾ ਕਰ। ਨਾ ਮਾਰੀਏ, ਨਹੀਂ ਤਾਂ ਨਹੀਂ ਮਾਰਿਆ ਜਾਏਗਾ, ਨਹੀਂ ਤਾਂ ਗਾਹਾਂ ਤਾਂ ਤੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਗਲਤਾਨ ਰਹੇਗਾ। ਅਗਲੇ ਨੇ ਜੂਨਾਂ 'ਚ ਪਾ ਦੇਣਾ ਤੈਨੂੰ, ਆਤਮਿਕ ਮੌਤ, ਮਰ ਜਾਏਗਾ ਤੂੰ। ਅੱਗੇ ਤੇਰੀ ਮਰਜ਼ੀ ਆ ਪਿਆਰਿਆ। ਜਿਹਾ ਘਾਲੇ ਘਾਲਣਾ ਤੇ ਵੇ ਹੋ ਨਾ ਉਪਚਾਰੀਏ। ਜਿਹੀ ਜੀ ਘਾਲਣਾ ਕਰੇਗਾ, ਓਮ ਦੀ ਸਾਧਨਾ ਕਰੇਗਾ, ਧਿਆਨ ਦੇ ਵਿੱਚ ਬੈਠੇਗਾ, ਤੇ ਤੂੰ ਜਿਹੜਾ ਹੈਗਾ ਜਿਨੀ ਨਾਮ ਤੇ ਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਤਾਂ ਤੂੰ ਛੁੱਟ ਜਾਏਗਾ ਭਾਈ, ਹੋਰ ਵੀ ਛੁੱਟ ਜਾਣਗੇ ਤੇਰੇ ਨਾਲ। ਤੇ ਜੇ ਤੂੰ ਕੱਲਾ ਗਿਆਨ ਹੀ ਲੈਂਦਾ ਰਹੇਗਾ, ਫਿਰ ਤੂੰ ਜਿਹੜਾ ਹੈਗਾ ਗੁਨਾਹਗਾਰ ਹੋਏਗਾ ਹੀ ਹੋਏਗਾ। ਇਹ ਨਹੀਂ ਹਟਣੇ ਭਾਈ। ਜਿਹਾ ਘਾਲੇ ਘਾਲਣਾ ਤੇ ਵੇ ਹੋ ਨਾ ਉਪਚਾਰੀਆ। ਅੱਗੇ ਹੁਣ ਤੂੰ ਜਿਹੜਾ ਜਿਹੀ ਜੀ ਘਾਲਣਾ ਕਰੇਗਾ, ਉਹ ਜਿਹਾ ਤੇਰਾ ਨਾਮ ਵੱਜੂਗਾ ਭਾਈ। ਗਿਆਨੀ ਵੱਜੂਗਾ ਜਾਂ ਧਿਆਨੀ ਵੱਜੂਗਾ। ਐਸੀ ਕਲਾ ਨਾ ਖੇਡੀਏ ਜਿੱਤ ਦਰਗਹਿ ਗਿਆ ਹਾਰੀਏ। ਕਹਿੰਦੇ ਇਹੋ ਜਿਹਾ ਕੰਮ ਨਾ ਕਰੀ ਮੇਰੇ ਪਿਆਰਿਆ ਮਿੱਤਰਾ, ਮੇਰੇ ਮਨਾ, ਇਹੋ ਜਿਹਾ ਕੰਮ ਨਾ ਕਰੀ ਕਿ ਦਰਗਾਹ ਦੇ ਵਿੱਚ ਜਾ ਕੇ ਉੱਥੇ ਹਾਰ ਨਾ ਪੈ ਜਾਏ ਤੈਨੂੰ। ਦੁਨੀਆ ਦੇ ਵਿੱਚ ਜਿਹੜਾ ਬੜਾ ਗਿਆਨੀ, ਬੜਾ ਜਿਹੜਾ ਹੈਗਾ, ਬਹੁਤ ਜਿਹੜਾ ਗੁੱਡੀ ਚੜ੍ਹ ਜਾਏਗੀ, ਲੋਕੀ ਵਾਹ ਕਰਨਗੇ, ਪੈਰੀ ਡਿੱਗਣਗੇ, ਪਰ ਭਾਈ ਦਰਗਾਹ ਦੇ ਵਿੱਚ ਜਾ ਕੇ ਨਾ ਹਾਰ ਜੀ। ਇਹੋ ਜਿਹਾ ਕੰਮ ਨਾ ਕਰੀ। ਦਰਗਾਹ 'ਚ ਕੀ ਹੋਣਾ ਹੈ? ਪੜ੍ਹਿਆ ਅਤੇ ਉਮਿਆ ਵਿਚਾਰ ਅੱਗੇ ਵਿਚਾਰੀਏ। ਆਹ ਵਿਚਾਰ ਅੱਗੇ ਵਿਚਾਰਿਆ ਜਾਣਾ ਹੈ ਭਾਈ। ਇਹ ਇਕੱਲਾ ਗਿਆਨ ਹੀ ਲੈ ਕੇ ਆਇਆ ਜਾਂ ਇਹਨੇ ਗਿਆਨ ਦੀ ਕਮਾਈ ਵੀ ਕੀਤੀ ਹੈ? ਪੜ੍ਹਿਆ ਅਤੇ ਉਮਿਆ ਵਿਚਾਰ ਅੱਗੇ ਵਿਚਾਰੀਏ। ਮੋਹ ਚੱਲੇ ਸੋ ਅੱਗੇ ਮਾਰੀਏ। ਜਿਹੜਾ ਆਪਣੇ ਮਨ ਦੇ ਨਾਲ ਚੱਲਦਾ ਹੈ, ਮੂੰਹ ਚੱਲੇ, ਜੋ ਆਪਣੇ ਮਨ ਜੋ ਕਹਿੰਦਾ ਹੈ ਉਹ ਕੰਮ ਕਰਦਾ ਹੈ, ਤੇ ਅੱਗੇ ਜਾ ਕੇ ਮਾਰਿਆ ਜਾਏਗਾ ਭਾਈ, ਮਾਰਿਆ ਜਾਏਗਾ। ਬਾਣੀ ਜਿਹੜੀ ਗਿਆਨ ਜਿਹੜਾ ਹੈਗਾ, ਗਿਆਨ ਆਪਣੇ ਅੰਦਰ ਪੈਦਾ ਹੋਣਾ ਹੈ ਭਾਈ। ਆ ਓਮੀ ਸਾਧਨਾ ਦੇ ਨਾਲ ਗਿਆਨ ਪੈਦਾ ਹੋਣਾ ਹੈ। ਹਾਂਜੀ ਗੋਰਖੀ ਸਾਹਿਬ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਆ ਕਿ ਤੂੰ ਗੁਨਾਹਗਾਰ ਆ, ਪੜ੍ਹਿਆ ਲਿਖਿਆ, ਜੇ ਤੇਰੇ ਜੀਵਨ ਚ ਉਚਾਈ ਨਹੀਂ ਆਈ, ਤੂੰ ਪੜ੍ਹਿਆ ਨਹੀਂ, ਤੂੰ ਕੱਢ ਗਿਆ ਬਸ। ਤੇ ਕਿਹਨੂੰ ਕਹਾਂ ਕਿ ਤੂੰ ਵਧੰਤੀ ਤੇ ਹੈਗਾ, ਪਰ ਗੱਲ ਬਣੀ ਕਿ ਨਹੀਂ ਬਣੀ? ਉਹ ਕਹਿੰਦਾ ਮੈਂ ਵੀ ਵਧੰਤੀ ਬਣ ਗਿਆ। ਲੋਕੀ ਆਪਣੇ ਨਾਲ ਬ੍ਰਹਮ ਗਿਆਨੀ ਲਿਖਾ ਲੈਂਦੇ। ਬ੍ਰਹਮ ਗਿਆਨੀ ਦਾ ਮਤਲਬ ਤੁਹਾਨੂੰ ਲਿਖਣ ਦੀ ਥੋੜੀ ਲੋੜ ਆ। ਉਹਦੇ ਬ੍ਰਹਮ ਗਿਆਨੀ ਜੋ, ਤੇ ਉਹਦੇ ਚ ਦੂਜੇ ਦੇ ਇੰਪੈਕਟ ਕੀ ਆ? ਉਹ ਤੇ ਤੁਹਾਡੀ ਇੱਕ ਆਪਣੀ ਅਵਸਥਾ, ਤੁਸੀਂ ਆਤਮਾ ਤੱਤ ਨੂੰ ਜਾਣ ਲਿਆ ਹੈ। ਇਹ ਕੋਈ SHO ਜਾਂ ਕੋਈ ਇੰਸਪੈਕਟਰ ਵਾਲਾ ਹਿਸਾਬ ਥੋੜੀ ਨਿੱਜਾ ਸਾਹਿਬ ਤੁਸੀਂ ਅੱਗੇ ਲਿਖ ਦੋ। ਉਹ ਤੇ ਜਸਟ ਤੁਹਾਡੀ ਇੱਕ ਅਵਸਥਾ ਹੈ। ਤੁਸੀਂ ਆਪਣੀ ਆਤਮਾ ਨੂੰ ਜਾਣ ਲਿਆ, ਤੁਸੀਂ ਸਰਕਲ ਚੋਂ ਬਾਹਰ ਆ ਗਏ। ਇਹਦੇ ਚ ਦੱਸਣ ਵਾਲਾ ਤੇ ਕੰਮ ਵੱਡਾ ਹੈ ਕੋਈ ਨਹੀਂ, ਪਰ ਲੋਕੀ ਕੋਈ ਲਿਖ ਲੈਂਦੇ, ਨਾਲ ਲਾ ਲੈਂਦੇ ਨੇ। ਉਹ ਬੜੀ ਬੰਦੇ ਨੂੰ ਚੰਗਾ ਲੱਗਦਾ, ਤੇ ਉਹ ਕਹਿੰਦੇ ਨਹੀਂ,
ਜੇਕਰ ਤੇਰਾ ਜੀਵਨ ਦੇ ਵਿੱਚ ਉਹ ਅਵਸਥਾ ਨਹੀਂ ਬਣੀ, ਤੇਰਾ ਮਨ ਹੀ ਨਹੀਂ ਇਕੱਠਾ ਹੋਇਆ, ਤੇਰਾ ਮਨ ਹੀ ਉਹ ਮਤਲਬ ਉਹ ਤਿਆਰ ਨਹੀਂ ਹੋਇਆ, ਬਰਤਨ ਤਿਆਰ ਨਹੀਂ ਹੋਇਆ, ਤੇ ਫਿਰ ਤੂੰ ਪੜ੍ਹ ਲਿਖ ਕੇ ਵੀ ਗੁਨਾਹ ਗਾ ਰਿਹਾ। ਇਹ ਪੜ੍ਹ ਕੇ ਗੁਰਜੀ ਸਾਹਿਬ ਇਹ ਆ ਦੇਖੋ ਹੁਣ ਆ ਸਾਰੀ ਬਾਣੀ ਆਪਾਂ ਪੜ੍ਹ ਰਹੇ ਆ, ਇਹ ਸਾਰੀ ਬਾਣੀ ਜਿਹੜੀ ਹੈ ਇਹ ਤਾਂ ਕੰਮ ਕਰਨ ਨੂੰ ਕਹਿ ਰਹੀ ਹੈ, ਕੁਛ ਇਹ ਤਾਂ ਕਰਨ ਨੂੰ ਕਹਿ ਰਹੀ ਹੈ। ਪੜ੍ਹ ਕੇ ਕਿਵੇਂ, ਜਿਹੜਾ ਉਹ ਕੰਮ ਤਾਂ ਕੀਤਾ ਹੀ ਨਹੀਂ ਆਪਾਂ ਨੇ, ਫਿਰ ਵੀ ਪੜ੍ਹ ਜਿੰਨੀ ਮਰਜ਼ੀ ਪੜ੍ਹੀ ਜਾਓ ਇਹਨੂੰ। ਉਹ ਤੇ ਨਿੱਜਰ ਸਾਹਿਬ, ਉਹ ਤੇ ਪੰਡਤਾਂ ਵਾਲਾ ਕੰਮ ਆਪਾਂ ਵੀ ਚਾਲੂ ਕਰ ਲਿਆ ਫਿਰ। ਹਾਂ, ਉਹ ਵੀ ਦੇਖੋ ਕਰਦੇ ਸੀ, ਗ੍ਰੰਥਾਂ ਦਾ ਰਟਨ ਕਰੀ ਜਾਂਦਾ ਸੀ, ਪਰ ਬਾਣੀ ਕਹਿੰਦੀ ਗੱਲੀਆਂ ਸੀ ਚੰਗੀਆਂ ਤੇ ਆਚਾਰੀ ਬੁਰੀਆਂ, ਪ੍ਰੈਕਟੀਕਲ ਚ ਜ਼ੀਰੋ ਆਊਟਪੁੱਟ। ਹਾਂ, ਉੱਥੇ ਕਹਿੰਦੇ ਤੂੰ ਫੇਲ ਹੋ ਰਿਹਾ, ਤੇ ਬਾਣੀ ਕਹਿੰਦੀ ਅਵਰ ਉਪਦੇਸ਼ੀ ਆਪ ਨਾ ਕਰੇ, ਆਪ ਜਾਵਤ ਜਨਮੇ ਮਰੇ। ਦੇਖ ਲਓ ਗੋਰਖੀ ਸਾਹਿਬ, ਇੱਕ ਚੀਜ਼ ਦੇਖੋ, ਇਹ ਜਿਹੜਾ ਸੈਂਟਰਲ ਆਈਡੀਆ ਵਾਲੀ ਪੌੜੀ 12ਵੀਂ ਪੌੜੀ ਜਿਹੜੀ ਹੈਗੀ ਕੈਸੀ ਜ਼ਬਰਦਸਤ ਲਾਈ ਹੈ, ਦੇਖ ਲਓ ਪੂਰਾ ਦਾ ਪੂਰਾ, ਦੇਖ ਲਓ ਆਸਾ ਦੀ ਵਾਰ ਇਹਦੇ ਦੁਆਲੇ ਘੁੰਮਦੀ ਹੈ। ਨਿੱਜਰ ਸਾਹਿਬ, ਇਹ ਸਾਰੇ ਭਰਮਾਂ ਨੂੰ ਮੁਕਤ ਕਰਨ ਦੇ ਲਈ, ਸਾਨੂੰ ਉਥੋਂ ਆਜ਼ਾਦ ਕਰਨ ਦੇ ਲਈ ਬਾਣੀ ਦਾ ਉਚਾਰਨ ਹੋਇਆ ਹੈ। ਇਹਦਾ ਪਾਠ ਨਹੀਂ ਕਰਨਾ, ਇਹਨੂੰ ਸਮਝਾਓ ਲੋਕਾਂ ਨੂੰ, ਇਹ ਦੱਸਣਾ ਨਹੀਂ ਇਹਨਾਂ ਨੇ, ਇਹਨਾਂ ਕਿੱਥੋਂ ਦੱਸਣਾ। ਉੱਥੇ ਰੌਲਾ ਪੈ ਜਾਂਦਾ, 2-4 ਸ਼ਲੋਕ ਜਿਹੜੇ ਹੈਗੇ ਉਹੀ ਕੜ ਸੁਣਾਈ ਜਾਂਦੇ ਲੋਕਾਂ ਨੂੰ। ਇਹਦੀ ਕਥਾ ਕਿਤੇ ਕਰਨੀ ਨਹੀਂ ਆ, ਕਿੱਥੇ ਕਰਨੀ ਆ, ਮੁਸ਼ਕਲ ਆ, ਮੁਸ਼ਕਲ, ਬਹੁਤ ਮੁਸ਼ਕਲ। ਹੁਣ ਹੋ ਗਈ, ਪਤਾ ਨਹੀਂ ਕਿੱਦਾਂ ਹੋ ਗਈ ਹੈ। ਬਾਣੀ ਬਹੁਤ ਉੱਚ ਕੋਟੀ ਦੇ ਲੈਵਲ ਤੇ ਪ੍ਰਗਟ ਹੋਈ ਹੈ, ਇਹ ਕੁਦਰਤੀ ਹੋ ਗਈ ਗੇਮ। ਹੁਣ ਤੇ ਸਾਧਨ ਇਦਾਂ ਦਾ ਬਣ ਗਿਆ, ਹੁਣ ਤੇ YouTube ਚ ਪੈ ਗਈ, ਅਮਰ ਹੋ ਗਈ। ਅੱਜ ਨਾ ਪੜੋਗੇ 2 ਸਾਲ 10 ਸਾਲ 20 ਸਾਲ ਲੱਖ ਸਾਲ ਇਹ ਪੜ੍ਹਨੀ ਪੈਣੀ ਆ। ਕਿਉਂਕਿ ਬਾਣੀ ਗੁਰੂਆਂ ਨੇ ਜੋ ਕਿਹਾ ਵਾ, ਉਹ ਕਹਿਣਾ ਕੀ ਚਾਹੁੰਦੇ ਆ, ਮੈਸੇਜ ਤੇ ਹੁਣ ਕਨਵਰਟ ਹੋਇਆ। ਬਾਣੀ ਕਹਿੰਦੀ ਹੈ ਕਿ ਤੂੰ ਜਿਹੜਾ ਬਾਣੀ ਪੜ੍ਹੀ ਜਾਂਦਾ, 4 ਜਪਜੀ ਸਾਹਿਬ ਦੇ ਕਰ ਲਏ, 4 ਸੁਖਮਨੀ ਸਾਹਿਬ ਦੇ ਕਰ ਲਏ, ਉਹੋ ਜਿਹੇ ਇੱਥੇ ਬਾਬੇ ਬੈਠੇ ਗੁਰੂ ਗੋਪਾਲ ਵਰਗੇ ਜਿਹੜੇ ਲੋਕਾਂ ਨੂੰ ਕਹੀ ਜਾਂਦੇ ਆ ਕਿ ਤੁਸੀਂ ਏਦਾਂ ਕਰੋ ਓਦਾਂ ਕਰੋ, ਉਹ ਅਸਲ ਚ ਤੇਰਾ ਅਸਲੀ ਜੀਵਨ ਕੀ ਆ? ਤੇਰੇ ਪਾਠ ਪ੍ਰਮਾਤਮਾ ਨੇ ਕੀ ਕਰਨੇ ਨੇ ਨਿੱਜਰ ਸਾਹਿਬ? ਬਿਲਕੁਲ। ਉਹ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਮਨਾ ਕਰਤਾ ਸੀ, ਉਹ ਕਹਿੰਦਾ ਮੈਂ ਨਮਾਜ਼ ਅਦਾ ਕਰਨਾ ਆ। ਉਹ ਕਹਿੰਦੇ ਨਮਾਜ਼ ਨਹੀਂ ਪ੍ਰਮਾਤਮਾ ਨੂੰ ਮਨਜ਼ੂਰ, ਤੂੰ ਤੇ ਹੈਗਾ ਨਹੀਂ ਉੱਥੇ। ਇਹ ਬਾਣੀ ਗੋਰਖੀ ਸਾਹਿਬ ਜਿਹੜਾ ਹੈਗਾ, ਇਹ ਸਾਰੀ ਦੀ ਸਾਰੀ ਪਰਮਾਤਮਾ ਵਾਸਤੇ ਥੋੜੀ ਨਾ ਬਣੀ ਹੈ, ਇਹ ਤਾਂ ਸਾਨੂੰ ਉਚਾਈ ਤੇ ਲਿਜਾਣ ਵਾਸਤੇ ਬਣੀ ਹੋਈ ਹੈ, ਮਨੁੱਖਤਾ ਵਾਸਤੇ ਬਣੀ ਹੋਈ ਹੈ। ਇਹਦੇ ਨਿੱਜਰ ਸਾਹਿਬ ਇੱਥੇ ਰੋਡ ਮੈਪ ਹੈ, ਨਕਸ਼ੇ ਹੈਗੇ, ਤੁਸੀਂ ਕੀ ਕਰਨਾ ਕੀ ਨਹੀਂ ਕਰਨਾ। ਹੁਣ ਉਹ ਕਹਿੰਦੇ ਨੇ ਕਿ ਜੇ ਤੂੰ ਪੜ੍ਹਿਆ ਲਿਖਿਆ ਵਾ ਤੇ ਇੱਥੇ ਕਿ ਪੜ੍ਹੇ ਨੂੰ ਕਹੋ ਤੇ ਉਹ ਮੰਨਦਾ, ਉਹ ਕਹਿੰਦਾ ਨਹੀਂ ਮੈਂ ਤਾਂ ਬਹੁਤ ਗਿਆਨੀ ਹਾਂ। ਠੀਕ ਹੈ ਜੀ, ਅਗਲੇ ਬੰਨੇ ਬੋਲੋ ਨਿੱਜਰ ਸਾਹਿਬ। ਪੜਿਆ ਹੋਵੇ ਗੁਨਾਹਗਾਰ ਤਾਂ ਉਮੀ ਸਾਧ ਨਾ ਮਾਰੀਏ, ਜਿਹਾ ਕਾਲੇ ਕਾਲਣਾ ਤੇ ਵੇਹੋ ਨਾ ਉਪਚਾਰੀਏ। ਹਾਂਜੀ ਵੀਰ ਜੀ। ਆਹੋ ਕਹਿੰਦੇ ਜਿਹੋ ਜੀ ਤੂੰ ਕਾਲਣਾ ਕਾਲੇਂਗਾ, ਉਹ ਜਿਹਾ ਨਾਮ ਵਜੂ, ਉਹੀ ਤਰ੍ਹਾਂ ਦਾ ਤੈਨੂੰ ਉਹ ਜਿਹਾ ਤੂੰ ਬਣ ਜਾਣਾ। ਬਿਲਕੁਲ ਬਣ ਜਾਣਾ। ਜੇ ਤੂੰ ਤਰਖਾਨ ਦਾ ਕੰਮ ਸਿੱਖੇਗਾ ਤੇ ਤਰਖਾਨ ਤੈਨੂੰ ਕਾਰਪੈਂਟਰੀ ਆ ਜਾਏਗੀ। ਜੇ ਤੂੰ ਲਾਹੌਰ ਦਾ ਕੰਮ ਸਿੱਖੇਗਾ ਤੇ ਤੂੰ ਮੈਟਲ ਸਮਿਥ ਬਣ ਜਾਏਗਾ। ਬਿਲਕੁਲ। ਜੇ ਤੂੰ ਧਿਆਨ ਸਿਮਰਨ ਸਿੱਖ ਲੇਗਾ ਤੇ ਧਿਆਨੀ ਬਣ ਜਾਏਗਾ, ਤੂੰ ਬ੍ਰਹਮ ਗਿਆਨੀ ਬਣ ਜਾਏਗਾ। ਹਾਂ, ਇਹਦੇ ਚ ਦੋ ਰਿਹਾ ਨਹੀਂ ਆ, ਪਰ ਜੇ ਤੂੰ ਕਰੇਗਾ ਤਾਂ ਹੀ ਬਣੇਗਾ। ਜੇ ਤੂੰ ਪੜ੍ਹੇਗਾ, ਉਹ ਕਹਿੰਦੇ ਉੱਪਰ ਲਿਖਿਆ ਤੂੰ ਗੁਨਾਹਗਾਰ ਬਣ ਜਾਣੇ। ਬਿਲਕੁਲ ਸਹੀ ਹੈ। ਗੁਨਾਹ ਕਰਨੋਂ ਨਹੀਂ ਹਟੇਗਾ, ਤੇਰਾ ਮਨ ਪਤੰਦਰ ਨਹੀਂ ਕੰਟਰੋਲ ਚ ਆਏਗਾ। ਹਾਂਜੀ ਵੀਰ ਜੀ। ਕਿਉਂਕਿ ਤੂੰ ਪੜ੍ਹਿਆ ਹੈ, ਤੂੰ ਪ੍ਰੈਕਟੀਕਲ ਤੇ ਕੀਤਾ ਹੀ ਨਹੀਂ, ਤੂੰ ਪੜ੍ਹ ਕੇ ਬਹਿ ਗਿਆ, ਆਪਣੇ ਆਪ ਨੂੰ ਪਤਾ ਨਹੀਂ ਵਿਦੰਤੀ ਸਮਝ ਲਿਆ ਹੀ, ਸ਼ੰਕਰਾਚਾਰੀਆ ਸਮਝ ਕੇ ਬਹਿ ਗਿਆ। ਨਹੀਂ ਗੱਲ ਬਣੇਗੀ। ਹਾਂਜੀ, ਅਗਲੇ ਬੰਨੇ ਬੋਲੋ ਨਿੱਜਰ ਸਾਹਿਬ। ਦੇਹਾ ਕਾਲੇ ਕਾਲਣਾ ਤੇਹਾ ਤੇ ਵੇਹਾ ਨਾਉ ਪਚਾਰੀ, ਐਸੀ ਕਲਾ ਨਾ ਖੇਡੀਏ ਜਿਤ ਦਰਗਹਿ ਗਿਆ ਹਾਰੀਏ। ਕਹਿੰਦੇ ਇਹੋ ਜਿਹਾ ਕੰਮ ਨਾ ਕਰੀ ਪਿਆਰਿਆ, ਜਿੱਥੇ ਅੱਗੇ ਜਾ ਕੇ ਦੇਣਾ ਨਾ ਇਹ ਸਰੀਰ ਦੇ ਬਾਅਦ ਜਿਹੜਾ ਹੈਗਾ ਹਾਰ ਜਾਏ। ਉੱਥੇ ਉਹਦੀ ਜਿਹੜੀ ਹੈਗੀ ਕਚਹਿਰੀ ਦੇ ਵਿੱਚ, ਧਰਮਰਾਜ ਦੀ ਕਚਹਿਰੀ ਦੇ ਵਿੱਚ। ਉਹ ਕਹਿੰਦੇ ਆ ਕਿ ਜੇ ਤੂੰ ਗੱਡੀ ਚਲਾਉਣੀ ਹੈ ਨਾ, ਤੂੰ ਸੱਚ ਦੇ ਨਾਲ ਗੱਡੀ ਚਲਾਈ। ਤੂੰ ਅੱਗੇ ਤੇ ਬੜੀ ਗੱਡੀ ਭਜਾਈ ਜਾ ਰਿਹਾ, ਪਰ ਆਖਰ ਤੇ ਤੂੰ ਹਾਰ ਜਾਣਾ ਵਾ। ਇਹ ਬਾਣੀ ਕਹਿੰਦੀ ਹੈ ਨਾ, ਪਹਿਲਾਂ ਵੀ ਲਿਖਿਆ ਕਿ ਜਗ੍ਹਾ ਐਸਾ ਕਰਮ ਮੂਲ ਨਾ ਕੀਜੀਏ ਫਿਰ ਅੰਤ ਜਿੱਤ ਪਛਤਾਈ। ਹਾਂਜੀ ਬਿਲਕੁਲ ਸਹੀ, ਇਹੀ ਕੁਛ ਕਹਿ ਰਹੇ ਆ। ਕਿੱਥੇ ਹਾਰ ਜਾਣਾ ਹੈ ਹੁਣ? ਪੜਿਆ ਤੇ ਉਮਿਆ ਵਿਚਾਰ ਅੱਗੇ ਵਿਚਾਰੀਏ, ਉੱਥੇ ਹਾਰ ਜਾਣਾ ਹੈ। ਤੂੰ ਪੜਿਆ ਹੈਗਾ, ਕੱਲ ਖਾਲੀ ਪੜਾਕੂ ਹੀ ਹੈਗਾ, ਪੜ ਕੇ ਹੀ ਆਇਆ, ਜਾ ਕੇ ਸਾਧਨਾ ਕਰਕੇ ਆਇਆ, ਆਹ ਵਿਚਾਰ ਅੱਗੇ ਵਿਚਾਰਿਆ ਜਾਣਾ, ਇਸ ਜਗ੍ਹਾ ਤੇ ਤੂੰ ਫੇਲ ਹੋ ਜਾਣਾ। ਹਾਂਜੀ ਵੀਰ। ਹਾਂ, ਉਹ ਕਹਿੰਦੇ ਤੂੰ ਪ੍ਰੈਕਟੀਕਲ ਚ ਫੇਲ ਆ, ਤੂੰ ਕੇਵਲ ਥਿਊਰੀ ਪੜ੍ਹੀ ਹੈ। ਕਿਤਾਬ ਪੜ੍ਹ ਕੇ ਆ ਮੁਸ਼ਕਲ ਹੋ ਜਾਏਗੀ। ਤੇ ਇਸ ਕਰਕੇ ਬਾਣੀ ਆਪਾਂ ਨੂੰ ਇਹ ਚੀਜ਼ਾਂ ਤੋਂ। ਤੁਹਾਡੀ ਆਵਾਜ਼ ਘੱਟ ਗਈ ਗੋਰਖੀ ਸਾਹਿਬ।
ਹਾਂ ਵਿੱਚ ਉਹ ਫੋਨ ਜਿਹਾ ਆ ਗਿਆ ਹਾਂਜੀ, ਜੀ ਇਹਦਾ। ਹਾਂਜੀ। ਠੀਕ ਹੈ ਜੀ। ਹੁਣ ਨਿੱਜਰ ਸਾਹਿਬ ਅਗਲੇ ਬੰਨੇ ਆਖਰੀ ਹੈਗਾ, ਕਹਿੰਦੇ ਮੂੰਹ ਚੱਲੇ ਸੋ ਅੱਗੇ ਮਾਰੀਏ। ਕਹਿੰਦੇ ਤੇਰੀ ਮਰਜ਼ੀ ਆ ਅੱਗੇ, ਤੂੰ ਕਿਸ ਤਰੀਕੇ ਨਾਲ ਚੱਲਣਾ ਹੈ, ਆਪਣੇ ਮਨ ਦੇ ਪਿੱਛੇ ਚੱਲਣਾ ਹੈ ਜਾਂ ਸੋ ਕਾਲਡ ਜਿਹੜੇ ਤੇਰੇ ਇੱਧਰ ਜਿਹੜੇ ਹੈਗੇ ਪੜ੍ਹੇ ਲਿਖੇ ਆ ਉਹਨਾਂ ਦੀ ਗੱਲ ਮੰਨਣੀ ਹੈ, ਜਾਂ ਕਿ ਤੂੰ ਧਿਆਨ ਸਿਮਰਨ ਕਰਨਾ ਹੈ, ਜਿਹੜਾ ਓਮ ਦੀ ਸਾਧਨਾ ਕਰਨੀ ਹੈ ਭਾਈ, ਮਾਲਕ ਪਰਮਾਤਮਾ ਦੀ ਬੰਦਗੀ ਕਰਨੀ ਹੈ, ਤੇ ਤੇਰੀ ਮਰਜ਼ੀ ਹੈ। ਹਾਂਜੀ ਵੀਰ ਜੀ। ਬਿਲਕੁਲ ਠੀਕ ਹੈ ਜੀ। ਉਹ ਕਹਿੰਦੇ ਆ ਕਿ ਤੁਸੀਂ ਕੀ ਕਰਨਾ, ਉਹਦੇ ਲਈ ਤੁਸੀਂ ਹੁਣ ਪਲਾਨ ਕਰੋ। ਕਿਉਂਕਿ ਅਗਲੇ ਬੰਨੇ ਫਿਰ ਤੇ ਨਿੱਜਰ ਸਾਹਿਬ ਫਿਰ ਤੇ ਜਿੱਦਾਂ ਪੇਪਰ ਲਿਖਣ ਤੋਂ ਪਹਿਲਾਂ ਹੀ ਕੋਈ ਕੀਤਾ ਜਾ ਸਕਦਾ। ਨਿੱਜਰ ਸਾਹਿਬ ਜਦੋਂ ਮੈਂ ਪੇਪਰ ਹੀ ਕਲੋਜ਼ ਕਰਤਾ ਤੇ ਫਿਰ ਤੇ ਕੰਮ ਹੋ ਗਿਆ। ਬਿਲਕੁਲ, ਸਮਾਂ ਵੀ ਖਤਮ ਹੋ ਗਿਆ ਗੋਰਖੀ ਸਾਹਿਬ। ਹੁਣ 3 ਘੰਟੇ ਦਾ ਟਾਈਮ ਹੁੰਦਾ ਵਾ, ਤੁਸੀਂ ਆਪ ਸਿਆਣੇ ਜੋ। ਉਹ ਕਹਿੰਦੇ ਚੱਲ ਜੀ ਪੇਪਰ ਲਿਖ ਲਾ। ਹੁਣ ਮੇਰੇ ਵਰਗਾ 3 ਘੰਟੇ ਹੋ ਗਏ, ਕਹਿੰਦਾ ਨਹੀਂ ਮੈਂ ਹੁਣ ਲਿਖਣਾ। ਉਹ ਕਹਿੰਦੇ ਭੋਲਿਆ 3 ਘੰਟੇ ਸੀ ਤੇਰੇ ਕੋਲ, ਤੂੰ ਉਦੋਂ ਕਿਉਂ ਨਹੀਂ ਲਿਖ ਲਿਆ? ਹੁਣ ਤੇ ਟਾਈਮ ਅਪ ਹੋ ਗਿਆ। ਕਿਉਂਕਿ ਇੱਕ ਅਨੁਸ਼ਾਸਨ ਬਣਿਆ ਹੋਇਆ ਹੈ, ਇੱਕ ਵਿਧਾਨਤ ਬਣਾਇਆ ਹੈ ਪਬਲਿਕ ਦੇ ਵਿੱਚ ਕਿ ਉਹ ਜਿਹੜਾ 3 ਘੰਟੇ ਦਾ ਪੇਪਰ ਹੈ 3 ਘੰਟੇ 'ਚ ਤੂੰ ਕੰਪਲੀਟ ਕਰਨਾ ਸੀ, ਪਰ ਤੂੰ ਨਹੀਂ ਕਰ ਪਾਇਆ। ਤੇ ਇਹਦੇ 'ਚ ਬਈ ਤੇਰੀ ਗਲਤੀ ਹੈ, ਸਾਡਾ ਤਾਂ ਕੁਝ ਲੈਣਾ ਦੇਣਾ ਨਹੀਂ। ਤੇ ਫਿਰ ਉਹ ਕਹਿੰਦੇ ਆ ਕਿ ਇਸ ਕਰਕੇ ਕਹਿੰਦੇ ਨਾਲ ਪੇਪਰ ਕਰੋ, ਕਿਉਂਕਿ ਮੁੜ ਕੇ ਪੇਪਰ ਹੈ ਵੱਡਾ, ਤੁਹਾਡੇ ਕੋਲ ਹੋਣਾ ਵੀ ਨਹੀਂ ਹੈ। ਬਿਲਕੁਲ ਨਿੱਜਰ ਸਾਹਿਬ ਹੁਣ ਮੇਰੇ ਵਰਗਾ ਅੱਧਾ ਘੰਟਾ ਤੇ ਭਗਤੀ ਕਰਕੇ ਮੁੜ ਕੇ 24 ਘੰਟੇ 'ਚ 23 ਘੰਟੇ ਉਹ ਆਪਣੇ ਹਿਸਾਬ ਦਾ ਨਾਲ 23.5 ਘੰਟੇ ਆਪਣੀ ਮਰਜ਼ੀ ਨਾਲ ਜੀਵਨ ਬਤੀਤ ਕਰੇ ਤੇ ਉਹਦੇ ਹਿਸਾਬ ਲਾ ਲਓ, ਫਿਰ ਉਹ ਪੇਪਰ ਕਿੱਥੋਂ ਪੂਰਾ ਹੋਣਾ? ਨਾ ਉਹ 23 ਘੰਟੇ ਪਾਰੂ ਹੋ ਜਾਣੇ। ਹਾਂ, ਉੱਥੇ ਤੇ ਜੋ ਮੈਂ ਕੀਤਾ ਫਿਰ ਕਹਿੰਦੇ ਕਿ ਅੱਗੇ ਜਾ ਕੇ ਤੂੰ ਹਾਰ ਜਾਣਾ ਵਾ। ਬਿਲਕੁਲ ਹਾਰ ਜਾਣਾ ਹੈ ਗੋਰਖੀ ਸਾਹਿਬ। ਪਰ ਸੰਸਾਰ ਨੇ ਤੈਨੂੰ ਬੜੀ ਸ਼ੋਭਾ ਦੇਣੀ ਆ ਕਿ ਤੈਨੂੰ ਕਹਿਣਾ ਕਿ ਤੂੰ ਬੜਾ ਉੱਚਾ, ਤੂੰ ਫਲਾਣਾ, ਤੂੰ ਢਿਮਕਾ। ਪਰ ਕਹਿੰਦੇ ਕਿ ਤੂੰ ਐਵੇਂ ਨਾ ਬਹਿ ਜੀ। ਇਹ ਮਾਇਆ ਵਾ, ਇਹ ਰੁਤਬਾ, ਇਹ ਸ਼ੋਹਰਤ, ਇਹ ਦੌਲਤ ਬਿਲਕੁਲ ਮਾਇਆ ਰਹਿਣ ਦੇ ਨੂੰ ਏਦਾਂ ਹੀ ਹੈ, ਇਹ ਕੁਛ ਨਹੀਂ ਹੈਗਾ। ਜਦ ਤੂੰ ਆਪ ਹੀ ਨਹੀਂ ਰਹਿਣਾ ਤੇ ਤੇਰੀ ਸ਼ੋਹਰਤ ਨੇ ਕੀ ਕਰਨਾ ਹੈ? ਹਾਂ, ਸ਼ੋਹਰਤਾਂ ਇੱਥੇ ਹੀ। ਉਹ ਤਾਜ ਮਹਿਲ ਜਿਹਨੇ ਬਣਾਇਆ ਉਹ ਪਤਾ ਨਹੀਂ ਕਿੱਧਰ ਪਿਆ ਵਾ, ਟੱਬਰ ਕਿੱਧਰ ਗਿਆ? ਬਿਲਕੁਲ। ਪਾਣੀ ਤੇ ਕਹਿੰਦੀ ਰਾਮ ਗਿਆ, ਰਾਵਣ ਗਿਆ, ਸਤਾਂਕਾ ਬਹੁ ਪਰਿਵਾਰ। ਜਿਹਨੇ ਬਣਾਇਆ ਸੀ ਗੋਰਖੀ ਸਾਹਿਬ, ਉਹਨੂੰ ਤਾਂ ਉਹਨੇ ਕੈਦ ਕਰਤਾ ਸੀਗਾ। ਕਹਿੰਦੇ ਇੱਥੋਂ ਦੇਖੀ ਜਾ, ਬਸ ਇੱਥੋਂ ਦਿਖਦਾ ਆ, ਦੇਖ ਲਾ ਝਰੋਕੇ ਤੋਂ, ਦੇਖ ਲਾ, ਬਸ ਉੱਥੇ ਬੈਠਾ ਰਹਿ ਆਰਾਮ ਨਾਲ। ਜਿਹਨੇ ਬਣਾਇਆ ਉਹ ਵੇਖੋ, ਉਹਨੂੰ ਉਹਦੇ ਚ ਕੈਦ ਕਰਤਾ ਅਗਲੇ ਨੇ। ਹਾਂ ਤੇ ਹੈ ਚਲੋ ਜੀ, ਹੁਣ ਕੀਮਤਾਂ ਬਣਾਉਣ ਲੈਂਦੇ ਵਿਚਾਰੇ ਨੇ ਕੀ ਪੰਗਾ ਲਿਆ। ਸੋ ਸਾਧ ਸੰਗਤ ਜੀ, ਅੱਜ ਦੇ ਵਿਚਾਰੇ ਇੱਥੇ ਸਮਾਪਤ। ਬਹੁਤ ਵਧੀਆ ਜੀ, ਅੱਜ ਤਾਂ ਕਮਾਲ ਹੋਈ ਪਈ ਹੈ। ਪੌੜੀ ਜਿਹੜੀ ਹੈਗੀ ਇਹ ਤਾਂ ਕੰਨ ਖੋਲ ਰਹੀ ਹੈ ਭਾਈ। ਚਲੋ ਪ੍ਰਮਾਤਮਾ ਸਾਨੂੰ ਸਮੱਤ ਬਖਸ਼ੇ। ਚਲੋ ਜਿਆਦਿਆਂ ਦਾ ਪਤਾ ਨਹੀਂ ਹੈ, 85-86 ਹੈਗੀਆਂ, ਇੰਨੇ ਵੀ ਨਿਕਲ ਜੀ ਤੇ ਬੜੀ ਵੱਡੀ ਗੱਲ ਜੇ। ਵੈਸੇ ਵੀ ਬਾਣੀ ਕਹਿੰਦੀ ਸੀ ਕੋਟਨ ਮੈਂ ਇਹ ਗੱਲ ਮੈਂ ਸੁਣੀ ਸੀ, ਪਰ ਇਹ ਪ੍ਰੈਕਟੀਕਲ ਹੋ ਗਈ ਆ। ਇੰਨੇ ਕੀ ਰਹਿਣੇ ਆਪਾਂ ਨਿੱਜਰ ਸਾਹਿਬ, 100 ਤੋਂ ਥੱਲੇ ਬਿਲਕੁਲ ਹੈ ਨਿੱਜਰ ਸਾਹਿਬ, ਇਹ ਸੱਚ ਹੈ ਗੱਲ। ਮੈਂ ਤਾਂ 120 ਦਾ ਲਿਆ ਸੀਗਾ ਗੋਰਖੀ ਸਾਹਿਬ, ਮੈਂ ਸੋਚਦਾ ਸੀਗਾ ਹੋਰ ਜ਼ਿਆਦਾ ਲੈਣਾ ਪੈਣਾ ਹੈ, ਤੇ ਉਹ 120 ਨਾਲ ਹੀ ਸਰੀ ਜਾ ਰਿਹਾ। ਮੈਂ ਤੁਹਾਨੂੰ ਦੱਸਿਆ ਵਾ ਬੜੀ ਔਖੀ ਗੇਮ ਹੈ। ਉਹ ਵੀ ਕੋਈ ਵੇਖੋ, ਕੋਈ ਕਿੱਥੇ ਹੈ, ਕੋਈ ਇਟਲੀ ਬੈਠਾ, ਕੋਈ ਫਰਾਂਸ ਬੈਠਾ, ਕੋਈ ਕੈਨੇਡਾ ਬੈਠਾ, ਕੋਈ ਕਿਤੇ ਕੋਈ ਅੰਮ੍ਰਿਤਸਰ ਦਾ ਇੱਕ ਅੱਧਾ ਹੋਊ, ਤੇ ਉਹ ਗੱਲ ਸੱਚੀ ਆ। ਕੋਟਨ ਮੇ ਇੱਕ ਬਿਲਕੁਲ ਸਹੀ ਗੱਲ ਹੈ। ਸੱਚ ਨੂੰ ਸੁਣਨਾ ਬੜਾ ਔਖਾ ਸਾਧ ਸੰਗਤ ਦੀ। ਸੱਚ ਕਦੇ ਸਾਰਿਆਂ ਦੇ ਪੱਲੇ ਥੋੜੀ ਹੁੰਦਾ ਸੱਚ ਨੂੰ ਸੁਣਨ ਦੀ ਹਿੰਮਤ, ਉਹ ਬੜੀ ਮੁਸ਼ਕਿਲ ਗੇਮ ਹੈ। ਤੁਹਾਡੀ ਪਾਤਰਤਾ ਹੈਗੀ, ਤੁਸੀਂ ਤੇ ਬੈਠੇ ਜੋ, ਨਹੀਂ ਤੇ ਇੰਨੀ ਬਾਣੀ ਇੰਨੀਆਂ ਝਟਕਾ ਮਾਰਦੀ ਬੰਦਾ ਸੁਣ ਕੇ ਭੱਜ ਜਾਂਦਾ। ਨਿੱਜਰ ਸਾਹਿਬ ਬਿਲਕੁਲ ਸਹੀ ਗੱਲ ਹੈ। ਗੁਰੂ ਬਹੁਤ ਦਬਕਾ ਮਾਰਦੇ ਆ, ਡਰਾਉਂਦੇ ਆ ਪੂਰਾ। ਠੀਕ ਹੈ ਜੀ, ਅੱਜ ਦੀ ਵਿਚਾਰ ਇੱਥੇ ਸਮਾਪਤ। ਠੀਕ ਹੈ ਜੀ। ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਆ, ਬਾਣੀ ਸਰਵਣ ਕਰਦੇ ਆ। ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ, ਨਿਦਾਨ ਬੱਚੇ ਸਮਝ ਕੇ ਮਾਫ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ। ਮੇਰੇ ਪਿਤਾ ਮਿਹਰ ਕਰੋ, ਮਿਹਰ ਕਰੋ। ਮੇਰੇ ਪਿਤਾ ਇੱਕ ਅਰਦਾਸ ਆਈ ਹੈ, ਇੱਕ ਆਪਣੇ ਸਰੀਰ ਨੇ, ਉਹਨਾਂ ਦੇ ਸਰੀਰ 'ਚ ਕਸ਼ਟ ਆ ਗਿਆ, ਆਪ ਉਹਨਾਂ ਨੂੰ ਹਿੰਮਤ ਬਖਸ਼ੋ ਤਾਂ ਜੋ ਇਸ ਕਸ਼ਟ ਨੂੰ ਉਹ ਬੜੀ ਸਫਲਤਾ ਦੇ ਨਾਲ ਆਪਣੇ ਤੋਂ ਆਪ ਤੋਂ ਦੂਰ ਕਰ ਲੈਣ।
ਮੇਰੇ ਪਿਤਾ ਤੁਹਾਡੇ ਆਸ਼ੀਰਵਾਦ ਤੋਂ ਬਿਨਾਂ ਇਹ ਕਾਰਜ ਪੂਰਾ ਨਹੀਂ ਹੋ ਸਕਦਾ। ਬਿਰਥੀ ਨਾ ਜਾਏ ਜਨ ਕੀ ਅਰਦਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਸਾਧ ਸੰਗਤ ਜੀ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ